ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਆ ਤੁਹਾਡਾ ਆਪਣੀ YouTube ਚੈਨਲ ਜੀਕੇ ਅਕੈਡਮੀ ਪੰਜਾਬ ਦੇ ਵਿੱਚ। ਦੋਸਤੋ ਅੱਜ ਆਪਾਂ ਤੁਹਾਡੇ ਨਾਲ ਇੱਕ ਨਵੀਂ ਇਨਫੋਰਮੇਸ਼ਨ ਸ਼ੇਅਰ ਕਰਨ ਜਾ ਰਹੇ ਹਾਂ, ਜਿਹਦੇ ਵਿੱਚ ਕਿ ਆਪਾਂ ਜੋ ਕਿ ਅਪਕਮਿੰਗ ਚਾਹੇ PSSB ਦੇ ਐਗਜ਼ਾਮ ਹੋਣਗੇ, ਚਾਹੇ PPSC ਦੇ ਐਗਜ਼ਾਮ ਹੋਣਗੇ, ਠੀਕ ਆ, ਚਾਹੇ PPSC ਚਾਹੇ ਪੰਜਾਬ ਪੁਲਿਸ ਦੇ ਵੀ ਜਿਹੜੇ ਕਿ ਦੁਬਾਰਾ ਤੋਂ ਸ਼ਾਇਦ ਰੀ ਐਡਵਰਟਾਈਜ਼ਮੈਂਟ ਹੋਣ ਜਾਂ ਰੀ ਐਗਜ਼ਾਮ ਹੋਵੇ, ਠੀਕ ਆ, ਦੁਬਾਰਾ ਕੰਡਕਟ ਕਰਾਇਆ ਜਾਵੇਗਾ ਐਗਜ਼ਾਮ। ਸੋ ਉਹਨਾਂ ਦੇ ਵਿੱਚ GS ਜੋ ਪੁੱਛੀ ਜਾਣੀ ਆ, ਠੀਕ ਆ। ਹੁਣ PPSC ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਤਾਂ 80 ਨੰਬਰ ਦੀ GK ਪੁੱਛੀ ਜਾ ਰਹੀ ਹੈ, ਨਾਲ ਹੀ ਕਰੰਟ ਅਫੇਅਰ ਪੁੱਛੇ ਜਾ ਰਹੇ ਨੇ ਤੇ ਬਹੁਤ ਹੀ ਵਧੀਆ ਲੈਵਲ ਦੀ GK ਪੁੱਛੀ ਜਾਏਗੀ। PSSB ਦੇ ਵਿੱਚ ਆਪਾਂ ਦੇਖਿਆ ਕਿ GK ਤੇ ਪੰਜਾਬ GK ਨੂੰ ਮਿਲਾ ਕੇ ਟੋਟਲ 50 ਨੰਬਰ ਦਾ ਲਗਭਗ ਹਰੇਕ ਪੇਪਰ ਦੇ ਵਿੱਚ ਹੀ ਜੋ ਸਿਲੇਬਸ ਹੈ ਉਹ ਆਇਆ ਹੋਇਆ ਹੈ। ਸੋ ਉਹਦੇ ਲਈ ਵੀ GK ਬਹੁਤ ਹੀ ਮਹੱਤਵਪੂਰਨ ਰਹੇਗੀ, ਕਿਉਂਕਿ 120 ਦੇ ਵਿੱਚੋਂ 50 ਨੰਬਰ ਦੀ ਸਿਰਫ GK ਆ ਰਹੀ ਆ। ਸੋ ਤੁਸੀਂ ਸੋਚ ਸਕਦੇ ਹੋ ਕਿ ਇਹਦੇ ਉੱਤੇ ਤੁਹਾਨੂੰ ਥੋੜਾ ਜਿਹਾ ਫੋਕਸ ਇਸ ਵਾਰ ਕਰਨਾ ਪੈਣਾ ਵਾ। ਸੋ ਪੰਜਾਬ ਪੁਲਿਸ ਦੇ ਵਿੱਚ ਵੀ ਆਪਾਂ ਪੰਜਾਬ ਪੁਲਿਸ ਚਾਹੇ ਸਬ ਇੰਸਪੈਕਟਰ ਦਾ ਐਗਜ਼ਾਮ ਦੇਖਿਆ ਸੀ, ਹੈੱਡ ਕਾਂਸਟੇਬਲ ਦਾ ਐਗਜ਼ਾਮ ਦੇਖਿਆ ਸੀ, ਤੇ ਇਹਦੇ ਵਿੱਚ ਵੀ 50 ਨੰਬਰ ਦੀ GK ਪੁੱਛੀ ਗਈ ਸੀ ਤੇ ਵਧੀਆ ਲੈਵਲ ਦੀ GK ਆਈ ਸੀ, ਠੀਕ ਹੈ ਜੀ। ਹੁਣ ਇਸ ਕਲਾਸ ਦੇ ਵਿੱਚ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਸਿਰਫ ਇਹੀ ਚੀਜ਼, ਜ਼ਿਆਦਾ ਟਾਈਮ ਨਹੀਂ ਲਵਾਂਗਾ ਤੁਹਾਡਾ। ਸੋ ਇਹਨੂੰ ਤੁਸੀਂ ਪੂਰਾ ਐਂਡ ਤੱਕ ਦੇਖਣਾ, ਕਿਉਂਕਿ ਇਹਦੇ ਵਿੱਚ ਮੈਂ ਸਾਰੇ ਜਿੰਨੇ ਵੀ ਆਪਣੇ ਟੌਪਿਕ ਇਹਦੇ ਲਈ ਇੰਪੋਰਟੈਂਟ ਬਣਦੇ ਨੇ, ਠੀਕ ਹੈ, ਇਹਨਾਂ ਪੇਪਰਾਂ ਲਈ, ਤੇ ਕਿਹੜੇ ਆਪਾਂ ਕਰ ਚੁੱਕੇ ਹਾਂ, ਕਿਹੜੇ ਰਹਿ ਚੁੱਕੇ ਨੇ, ਤੇ ਕਿਹੜੇ ਤੁਸੀਂ ਖੁਦ ਕਰ ਸਕਦੇ ਹੋ ਜੇਕਰ ਤੁਸੀਂ ਖੁਦ ਵੀ ਕਰਨਾ ਚਾਹੋ, ਉਹ ਸਾਰਾ ਮੈਂ ਡਿਟੇਲ ਵਾਈਜ਼, ਸਾਰੇ ਟੌਪਿਕ ਵਾਈਜ਼ ਸਾਰਾ ਇਹਦੇ ਵਿੱਚ ਮੈਂਸ਼ਨ ਕਰਕੇ ਲੈ ਕੇ ਆਇਆ ਵਾਂ। ਸੋ ਆਪਾਂ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਆਪਣਾ ਇਹਦਾ ਐਨਾਲਾਈਜ਼ ਜੋ ਵੀ ਹੋਏਗਾ ਕਿ ਕਿੰਨੇ ਆਪਾਂ ਸਬਜੈਕਟ ਕਰ ਲਏ ਨੇ, ਤੇ ਆਉਣ ਵਾਲੇ ਜਿਹੜੇ ਅਗਸਤ ਦੇ ਵਿੱਚ ਆਪਣੀਆਂ ਕਲਾਸਾਂ ਦੁਬਾਰੇ ਸ਼ੁਰੂ ਹੋਣ ਜਾ ਰਹੀਆਂ ਨੇ, ਜਿਹੜੀਆਂ ਕਿ ਆ ਲਾਸਟ 7-8 ਦਿਨ ਤੋਂ ਨਹੀਂ ਹੋ ਰਹੀਆਂ ਸੀ। ਸੋ ਇਹ ਸਾਰੀਆਂ ਕਲਾਸਾਂ ਆਪਾਂ ਸਟਾਰਟ ਕਰਕੇ ਹੌਲੀ ਹੌਲੀ ਆਪਾਂ ਸਿਲੇਬਸ ਦੇ ਨਾਲ ਅੱਗੇ ਵੱਧਦੇ ਜਾ ਰਹੇ ਹਾਂ। ਹੁਣ ਆਪਾਂ ਸਭ ਤੋਂ ਪਹਿਲਾਂ ਇੱਕ ਵਾਰ ਮੈਂ ਤੁਹਾਨੂੰ ਸਿਲੇਬਸ ਦੇ ਉੱਤੇ ਇੱਕ ਵਾਰ ਤੁਸੀਂ ਦੇਖ ਲਓ ਕਿ ਜਿਹੜਾ PPSC ਦਾ ਸਿਲੇਬਸ, ਪੰਜਾਬ ਪੁਲਿਸ ਦਾ ਸਿਲੇਬਸ ਤੇ PSSB ਦੇ ਸਿਲੇਬਸ ਦੇ ਵਿੱਚ ਅੰਤਰ ਕੀ ਆ, ਉਹ ਇੱਕ ਵਾਰ ਤੁਹਾਨੂੰ ਮੈਂ ਦਿਖਾ ਦੇਵਾਂ। ਸੋ ਦੋਸਤੋ ਇਹ ਆਪਣਾ PSSB ਦਾ ਸਿਲੇਬਸ, ਠੀਕ ਹੈ। PSSB ਦੇ ਜਿਹੜੇ ਐਗਜ਼ਾਮ ਹੋਣਗੇ, ਕਲਰਕ, ਵੀਡੀਓ, ਐਗਜ਼ਾਈਜ਼, ਫੋਰੈਸਟ ਗਾਰਡ, ਉਹਨਾਂ ਦਾ ਸਿਲੇਬਸ ਇਹ ਆ, ਠੀਕ ਹੈ ਜੀ। ਹੁਣ ਇਹਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਇਹਦੇ ਉੱਤੇ ਡਿਟੇਲ ਵੀਡੀਓ ਬਣਾਈ ਹੋਈ ਆ ਕਿ ਇਹਦੇ 50 ਨੰਬਰ ਦੀ ਤਿਆਰੀ ਲਈ ਤੁਸੀਂ ਕਿਹੜੀਆਂ ਬੁੱਕਸ ਵੀ ਫੋਲੋ ਕਰ ਸਕਦੇ ਆ, ਜੇਕਰ ਤੁਸੀਂ ਬੁੱਕਸ ਵੀ ਫੋਲੋ ਕਰਨੀਆਂ ਨੇ। ਸੋ ਅੱਜ ਆਪਾਂ ਸਿਰਫ ਆਪਣੇ ਚੈਨਲ ਬਾਰੇ ਗੱਲ ਕਰਾਂਗੇ ਕਿ ਚੈਨਲ ਦੇ ਉੱਤੇ ਆਪਾਂ ਕਿਹੜਾ ਕਰਵਾਇਆ ਤੇ ਕਿਹੜਾ ਰਹਿ ਗਿਆ, ਤੇ ਉਸ ਤੋਂ ਬਾਅਦ ਆਖਰ ਦੇ ਉੱਤੇ ਮੈਂ ਤੁਹਾਨੂੰ ਬੁੱਕ ਵੀ ਦੱਸ ਦਾਂਗਾ ਕਿ ਕਿਹੜੇ ਟੌਪਿਕ ਤੁਸੀਂ ਆਪ ਕਰਨੇ ਨੇ। ਹੁਣ ਦੇਖੋ ਜੀ, ਆ ਪੋਲਿਟੀ ਇਸ਼ੂ ਹੋ ਗਿਆ, এনवायरमेंट ਇਸ਼ੂ ਹੋ ਗਿਆ, ਕਰੰਟ ਅਫੇਅਰ ਹੋ ਗਏ, ਸਾਇੰਸ ਐਂਡ ਟੈਕਨੋਲੋਜੀ ਹੋਵੇ, ਇਕਨੋਮਿਕ ਇਸ਼ੂ ਹੋ ਗਿਆ, ਹਿਸਟਰੀ ਆਫ ਪੰਜਾਬ 14ਵੀਂ ਸੈਂਚੁਰੀ ਤੋਂ ਬਾਅਦ, ਠੀਕ ਹੈ ਜੀ, ਮਤਲਬ 1469 ਤੋਂ ਬਾਅਦ ਹੀ ਇਹ ਜ਼ਿਆਦਾਤਰ ਪੁੱਛਣਗੇ, ਠੀਕ ਹੈ, ਜਦੋਂ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀ ਉਸ ਤੋਂ ਬਾਅਦ ਇਹ ਪੁੱਛਣਗੇ। ਤਾਂ ਉਸ ਤੋਂ ਬਾਅਦ ਹਿਸਟਰੀ ਆਫ ਇੰਡੀਆ ਵਿਦ ਸਪੈਸ਼ਲ ਰੈਫਰੈਂਸ, ਜਿਵੇਂ ਭਾਰਤ ਦਾ ਜਿਹੜਾ ਫਰੀडम ਸਟਰਗਲ ਹੋਇਆ ਸੀ, ਜਿਹੜਾ ਕਿ 1857 ਦੀ ਕ੍ਰਾਂਤੀ ਤੋਂ ਲੈ ਕੇ 1947 ਤੱਕ ਸਾਰਾ ਪੁੱਛਣਗੇ, ਆਪਾਂ ਸਾਰਾ ਕਰ ਚੁੱਕੇ ਹਾਂ ਇਹ ਵੀ, ਠੀਕ ਹੈ। ਸੋ ਮੈਂ ਸਾਰਾ ਤੁਹਾਨੂੰ ਦੱਸਾਂਗਾ ਕਿਹੜਾ ਆਪਾਂ ਕਰ ਚੁੱਕੇ ਹਾਂ, ਕਿਹੜਾ ਰਹਿੰਦਾ ਵਾ। ਹੁਣ ਸਪੋਰਟਸ ਦੇ ਵਿੱਚ ਉਹਨਾਂ ਨੇ ਅਲੱਗ ਤੋਂ ਪੁੱਛਿਆ, ਸਿਨੇਮਾ ਤੇ ਲਿਟਰੇਚਰ ਅਲੱਗ। ਜਿਹੜਾ ਆਹ ਦੋ ਟੌਪਿਕ ਆ ਨਾ, ਇਹ PPSC ਦੇ ਜਿਹੜਾ ਸਿਲੇਬਸ ਆ ਉਹਦੇ ਵਿੱਚ ਮੈਂਸ਼ਨ ਨਹੀਂ ਹੈਗੇਗਾ। ਸੋ ਫਿਲਹਾਲ ਤੁਸੀਂ ਇਹ ਦੇਖ ਲਿਆ ਹੋਇਆ, ਠੀਕ ਆ। ਬਾਕੀ ਸਾਰਾ ਸਿਲੇਬਸ PPSC ਦੇ ਨਾਲ ਮਿਲਦਾ ਜੁਲਦਾ ਵਾ। ਸੋ ਥੋੜਾ ਜਿਹਾ ਕੁਐਸਚਨ ਦਾ ਫਰਕ ਹੋਏਗਾ, ਉਹ ਮੈਂ ਤੁਹਾਨੂੰ ਅੱਗੇ ਦੱਸ ਦੇਵਾਂਗਾ, ਠੀਕ ਹੈ ਜੀ। ਹੁਣ ਪੰਜਾਬ ਹਿਸਟਰੀ ਤੇ ਕਲਚਰ, ਇਹਦੇ ਚ ਫਿਜ਼ੀਕਲ ਫੀਚਰ ਪੰਜਾਬ ਦੇ ਆਪਾਂ ਕਰ ਚੁੱਕੇ ਆ। ਪੰਜਾਬ ਦੀ ਐਂਸ਼ੀਅੰਟ ਹਿਸਟਰੀ ਪੁੱਛਣਗੇ, ਠੀਕ ਆ, ਮਤਲਬ ਪੁਰਾਣੇ ਨਾਮ ਵਗੈਰਾ ਹੋ ਗਏ ਜੋ, ਉਹ ਵੀ ਮੈਂ ਤੁਹਾਨੂੰ 19 ਨੰਬਰ ਕਲਾਸ ਦੇ ਵਿੱਚ ਕਵਰ ਕਰਵਾਏ ਹੋਏ ਆ। ਸੋਸ਼ਲ, ਰਿਲੀਜੀਅਸ ਤੇ ਇਕਨੋਮਿਕ ਲਾਈਫ ਪੰਜਾਬ ਦਾ, ਜਿਵੇਂ ਪੰਜਾਬ ਦਾ ਸੋਸ਼ਲ ਦਾ ਮਤਲਬ ਸਮਾਜਿਕ ਜੀਵਨ ਕਿਵੇਂ ਆ। ਹੁਣ ਇਹਦਾ ਮਤਲਬ ਇਹ ਨਹੀਂਗਾ ਕਿ ਪੰਜਾਬ ਦੇ ਜਿੱਦਾਂ ਕਿ ਮੇਲੇ ਹੁੰਦੇ ਨੇ, ਤਿਉਹਾਰ ਹੁੰਦੇ ਨੇ ਪੰਜਾਬ ਦੇ ਵਿੱਚ, ਜੋ ਮਤਲਬ ਲੋਕ ਨਾਚ ਹੁੰਦੇ ਨੇ, ਲੋਕ ਗੀਤ ਹੁੰਦੇ ਨੇ, ਇਹ ਉਹਦੀ ਗੱਲ ਹੋ ਰਹੀ ਆ। ਜੇਕਰ ਉਹਨਾਂ ਨੇ ਅਲੱਗ ਤੋਂ ਨਹੀਂ ਮੈਂਸ਼ਨ ਕੀਤਾ, ਇਹਦਾ ਮਤਲਬ ਇਹ ਨਹੀਂ ਕਿ ਉਹ ਚੀਜ਼ਾਂ ਨਹੀਂ ਆਉਣਗੀਆਂ ਜ਼ਰੂਰ, ਕਿਉਂਕਿ ਉਹਨਾਂ ਨੇ ਸਮਾਜਿਕ ਜੀਵਨ ਪੁੱਛ ਲਿਆ ਤੇ ਧਾਰਮਿਕ ਜੀਵਨ ਪੁੱਛ ਲਿਆ। ਧਾਰਮਿਕ ਜੀਵਨ ਦੇ ਵਿੱਚ ਉਹ ਆਪਣੇ ਗੁਰਦੁਆਰਿਆਂ ਬਾਰੇ ਪੁੱਛ ਸਕਦੇ ਨੇ, ਮੰਦਿਰਾਂ ਬਾਰੇ ਪੁੱਛ ਸਕਦੇ ਨੇ, ਤੇ ਨਾਲ ਆਪਣੇ ਮਸਜਿਦਾਂ ਬਾਰੇ, ਮਸੀਤਾਂ ਬਾਰੇ ਪੁੱਛ ਸਕਦੇ ਨੇ, ਠੀਕ ਆ। ਸੋ ਸਾਰਾ ਉਹ ਡਿਟੇਲ ਦੇ ਵਿੱਚ ਪੁੱਛ ਸਕਦੇ ਨੇ, ਕਿਉਂਕਿ ਉਹਨਾਂ ਨੇ ਲਾਈਫ ਪੁੱਛ ਲਈ ਨਾ, ਇਕਨੋਮਿਕਸ ਲਾਈਫ ਵੀ ਪੁੱਛ ਲਈ ਹੋਈ ਆ ਨਾਲ, ਠੀਕ ਆ। ਸੋ ਇਹ ਸਾਰੀਆਂ ਚੀਜ਼ਾਂ ਉਹ ਪੁੱਛ ਸਕਦੇ ਨੇ। ਖੇਤੀ ਬਾਰੇ, ਐਗਰੀਕਲਚਰ ਬਾਰੇ ਵੀ ਉਹ ਪੁੱਛ ਸਕਦੇ ਨੇ, ਠੀਕ ਹੈ। ਐਗਰੀਕਲਚਰ, ਕਿਉਂਕਿ ਐਗਰੀਕਲਚਰ ਦੇ ਉੱਤੇ ਪੰਜਾਬ ਦਾ ਕਾਫੀ ਜੋ ਪਰਸੈਂਟੇਜ ਆ ਉਹ ਡਿਪੈਂਡ ਆ। ਸੋ ਡਿਵੈਲਪਮੈਂਟ, ਲੈਂਗੁਏਜ ਦੀ ਡਿਵੈਲਪਮੈਂਟ ਕਿਵੇਂ ਹੋਈ ਸੀ, ਠੀਕ ਹੈ, ਪੰਜਾਬੀ ਲੈਂਗੁਏਜ ਦੀ, ਤੇ ਨਾਲ ਲਿਟਰੇਚਰ ਇਹ ਵੀ ਆਪਾਂ ਕੀਤਾ ਹੋਇਆ ਵਾ। ਆਰਟਸ ਪੰਜਾਬ ਦਾ, ਜਿਹੜਾ ਸੋਸ਼ਲ ਤੇ ਕਲਚਰਲ ਪੰਜਾਬ, ਜਿਹੜਾ ਕਿ ਮੁਗਲ ਤੇ ਅਫਗਾਨਾਂ ਦੇ ਟਾਈਮ ਦੇ ਉੱਤੇ ਸੀ। ਭਗਤੀ ਮੂਵਮੈਂਟ ਹੋ ਗਈਆਂ, ਬਹੁਤ ਚੰਗੀ ਤਰ੍ਹਾਂ ਕੀਤੀਆਂ ਹੋਈਆਂ ਨੇ ਆਪਾਂ। ਸੂਫੀਜ਼ਮ ਵੀ ਮੈਂ ਤੁਹਾਨੂੰ ਕਰਵਾ ਦਿੱਤਾ ਹੋਇਆ ਵਾ। ਤੇ ਹਿਸਟਰੀ ਆਫ ਸਿੱਖ ਗੁਰੂ, ਇਹ ਵੀ ਮੈਂ ਸਾਰਾ ਤੁਹਾਨੂੰ ਡਿਟੇਲ ਦੇ ਵਿੱਚ, ਇਹ ਸਾਰੇ ਮੈਂ ਤੁਹਾਡੇ ਸਿੱਖ ਰੂਲਰ ਹੋ ਗਿਆ, ਫਰੀडम ਮੂਵਮੈਂਟ ਜਿਹੜੀਆਂ ਪੰਜਾਬ ਦੇ ਵਿੱਚ ਚੱਲੀਆਂ ਸੀ, ਜਾਂ ਜਿਹੜੇ ਪੰਜਾਬ ਦੇ ਕ੍ਰਾਂਤੀਕਾਰੀ ਸੀ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਸੀ, ਸ਼ਹੀਦ ਹੋਏ ਸੀ, ਠੀਕ ਆ, ਉਹ ਵੀ ਮੈਂ ਸਾਰਾ ਤੁਹਾਨੂੰ ਡਿਟੇਲ ਦੇ ਵਿੱਚ ਕਰਵਾਇਆ ਹੋਇਆ ਵਾ। ਸੋ ਇਹ 50 ਨੰਬਰ ਦਾ ਪੂਰਾ ਆਪਣਾ ਕਵਰ ਹੋ ਜਾਏਗਾ। ਹੁਣ ਤੁਹਾਨੂੰ ਮੈਂ ਇੱਕ ਵਾਰੀ ਆਪਣਾ ਜੋ ਕਿ PPSC ਦਾ ਜੋ ਸਿਲੇਬਸ ਹੈ ਉਹਦੇ ਤੇ ਦਿਖਾ ਦੇਣਾ ਕਿ ਉਹਦੇ ਵਿੱਚ ਤੇ ਇਹਦੇ ਵਿੱਚ ਫਰਕ ਕੀ ਆ। ਦੇਖੋ ਜੀ, ਇਹਦੇ ਵਿੱਚ 80 ਨੰਬਰ ਦਾ ਆਉਣਾ, ਉਹਦੇ ਵਿੱਚ 50 ਨੰਬਰ ਦਾ ਆਉਣਾ ਸੀ, ਇਹ 'ਚ 80 ਨੰਬਰ ਦਾ ਆਉਣਾ ਸੀ। ਸਿਲੇਬਸ ਸੇਮ ਆ। ਇਕਨੋਮਿਕ ਇਸ਼ੂ, ਪੋਲਿਟੀ ਇਸ਼ੂ, এনवायरमेंट ਇਸ਼ੂ, ਸਾਇੰਸ ਟੈਕਨੋਲੋਜੀ, ਆਹ ਚੀਜ਼ ਅਲੱਗ ਦੇਖਣ ਨੂੰ ਮਿਲੂਗੀ ਤੁਹਾਨੂੰ। ਸਾਇੰਸ ਜਿਹੜੇ ਕਰੰਟ ਇਸ਼ੂ ਉਹਨਾਂ ਨੇ ਕਿਹਾ
ਕਰੰਟ ਇਸ਼ੂ ਦੇ ਵਿੱਚ ਬਹੁਤ ਵਧੀਆ ਲੈਵਲ ਦੇ ਕੁਐਸਚਨ ਤੁਹਾਨੂੰ ਆਉਣਗੇ, ਚਾਹੇ ਉਹ এনवायरमेंट ਦੇ ਨਾਲ ਰਿਲੇਟਡ ਹੋ ਜਾਣ, ਚਾਹੇ ਉਹ ਕਿਸੇ ਵੀ ਰਿਲੇਟਡ ਹੋ ਜਾਣ, ਚਾਹੇ ਸਾਇੰਸ ਐਂਡ ਟੈਕਨੋਲੋਜੀ ਨਾਲ ਹੋ ਜਾਣ, ਠੀਕ ਹੈ। ਸਾਰੇ ਕੋਈ ਵੀ ਇਸ਼ੂ ਆ ਰਿਹਾ ਵਾ ਮਤਲਬ ਕਿ ਜਿਹਦੇ ਨਾਲ ਕਿ ਪ੍ਰਭਾਵਿਤ ਹੋ ਰਿਹਾ ਵਾ ਆਪਣੇ, ਉਹ ਵੀ ਕਰੰਟ ਅਫੇਅਰ ਤੇ ਮਤਲਬ ਨੈਸ਼ਨਲ ਤੇ ਇੰਟਰਨੈਸ਼ਨਲ ਇੰਪੋਰਟੈਂਸ ਦੇ ਤੌਰ ਤੇ, ਮਤਲਬ ਇਕੱਲੇ ਆਪਣੇ ਇੰਡੀਆ ਨਾਲ ਰਿਲੇਟਡ ਨਹੀਂ ਹੋਗਾ, ਜਿਹੜੇ ਕਿ ਦੁਨੀਆ ਦੇ ਨਾਲ ਵੀ ਜਿਹੜੀ ਆਪਣੇ ਰਿਲੇਸ਼ਨ ਬਣਦੇ ਨੇ, ਠੀਕ ਹੈ, ਇੰਡੀਆ ਦੇ ਜੋ ਹੋਰ ਹੈਗੇ ਨੇ ਉਹਦੇ ਨਾਲ ਰਿਲੇਟਡ ਵੀ ਉਹ ਪੁੱਛ ਸਕਦੇ ਨੇ, ਠੀਕ ਆ। ਸੋ ਇਹ ਮੈਂ ਤੁਹਾਨੂੰ ਦੱਸ ਦਿੰਦਾ ਕਿ ਇਹਦੇ ਲਈ ਤੁਸੀਂ ਕਿਹੜਾ ਸੋਰਸ ਫੋਲੋ ਕਰਨਾ ਵਾ। ਹਿਸਟਰੀ ਆਫ ਇੰਡੀਆ ਵਿਦ ਸਪੈਸ਼ਲ ਰੈਫਰੈਂਸ, ਉਹੀ ਫਰੀडम ਸਟਰਗਲ, ਇਹ ਤਾਂ ਆਹ ਤਾਂ ਤੁਹਾਡੇ ਪੱਕੇ ਨੰਬਰ ਨੇ 1857 ਤੋਂ ਲੈ ਕੇ 1947, ਜੇ ਤੁਸੀਂ ਚੰਗੀ ਤਰ੍ਹਾਂ ਕਰ ਲਿਆ ਨਾ, ਇਹਦੇ ਵਿੱਚੋਂ ਤੁਹਾਨੂੰ ਆਰਾਮ ਨਾਲ ਬਹੁਤ ਕੁਐਸਚਨ ਦੇਖਣ ਨੂੰ ਮਿਲਣਗੇ ਤੇ ਆਰਾਮ ਨਾਲ ਪੂਰੇ ਨੰਬਰ ਤੁਹਾਡੇ ਇਹਦੇ ਵਿੱਚੋਂ ਆ ਸਕਦੇ ਨੇ, ਇੰਨੇ ਸੌਖੇ ਕੁਐਸਚਨ ਆਉਂਦੇ ਨੇ। ਤੇ ਹਿਸਟਰੀ ਆਫ ਪੰਜਾਬ ਜਿਹੜਾ ਕਿ 14 ਸੈਂਚੁਰੀ ਤੋਂ ਬਾਅਦ, ਇਹ ਵੀ ਸਾਰਾ ਦਾ ਸਾਰਾ ਤੁਸੀਂ ਪੱਕੇ ਨੰਬਰ ਕਰ ਸਕਦੇ ਹੋ, ਠੀਕ ਆ। ਸੋ ਬਸ ਇਹ ਫਰਕ ਆ, ਬਸ ਇਹਦੇ ਵਿੱਚ ਬਹੁਤ ਵਧੀਆ ਲੈਵਲ ਆਏਗਾ, 80 ਨੰਬਰ ਦੇ ਆਉਣੇ ਆ। ਜਿਹੜਾ ਤੁਸੀਂ ਨਾਇਬ ਤਹਿਸੀਲਦਾਰ ਦੇਖ ਚੁੱਕੇ ਹੋ, ਉਹਨਾਂ ਹੋ ਸਕਦਾ ਹੈ ਕੋਆਪਰੇਟਿਵ ਇੰਸਪੈਕਟਰ ਤੇ ਸੀਨੀਅਰ ਅਸਿਸਟੈਂਟ ਦੇ ਵਿੱਚ ਉਹ ਲੈਵਲ ਨਾ ਆਵੇ, ਜ਼ਿਆਦਾ ਸਟੇਟਮੈਂਟ ਬੇਸਡ ਕੁਐਸਚਨ ਨਾ ਆਵੇ, ਪਰ ਫਿਰ ਵੀ ਆਪਾਂ ਐਕਸਪੈਕਟ ਕਰ ਸਕਦੇ ਹਾਂ ਕਿ ਵਧੀਆ ਲੈਵਲ ਹੀ ਆਏਗਾ। PSSB ਦੇ ਵਿੱਚ ਹੁਣ ਕੀ ਫਰਕ ਆ ਜੀ, ਜ਼ਿਆਦਾਤਰ ਤੁਸੀਂ ਕਹੋਗੇ ਕਿ ਸਿਲੇਬਸ ਸੇਮ ਆ। ਹੁਣ ਉਹਦੇ ਵਿੱਚ ਸਪੋਰਟਸ, ਸਿਨੇਮਾ, ਲਿਟਰੇਚਰ ਇਹਦੇ ਵਿੱਚ ਮੈਂਸ਼ਨ ਨਹੀਂ ਕੀਤਾ, ਇਹਦੇ ਵਿੱਚ ਸਟੈਟਿਕ ਜੀਕੇ ਥੋੜੀ ਜਿਹੀ ਘੱਟ ਪੁੱਛਦੇ ਆ, ਇਦਾਂ ਨਹੀਂ ਕਿ ਨਹੀਂ ਪੁੱਛਦੇ, ਥੋੜੀ ਜਿਹੀ ਘੱਟ ਪੁੱਛਦੇ ਆ। PSSB ਉਹਦੇ ਚ ਸਟੈਟਿਕ ਦੇ ਵਿੱਚ ਸਪੋਰਟਸ ਹੋ ਗਿਆ, ਸਿਨੇਮਾ ਹੋ ਗਿਆ, ਲਿਟਰੇਚਰ ਹੋ ਗਿਆ, ਇਹਦਾ ਮਤਲਬ ਇਹ ਨਹੀਂ ਕਿ ਉਹ ਹੋਰ ਕੋਈ ਚੀਜ਼ ਨਹੀਂ ਪੁੱਛਣਗੇ। ਸਾਫ਼ ਲਿਖਿਆ ਹੁੰਦਾ ਕਿ ਇਹ ਸਿਲੇਬਸ ਟੈਂਟੇਟਿਵ ਹੁੰਦਾ ਵਾ, ਕੁਛ ਵੀ ਪਾ ਸਕਦੇ ਨੇ ਉਹ। ਸੋ ਜਿਹੜਾ ਪੇਪਰ ਦੇ ਪੁਆਇੰਟ ਆਫ ਵਿਊ ਨਾਲ ਇੰਪੋਰਟੈਂਟ ਆ, ਉਹ ਮੈਂ ਸਾਰਾ ਆਪਣੀ ਸਲਾਈਡ ਦੇ ਵਿੱਚ ਐਡ ਕੀਤਾ ਹੋਇਆ, ਉਹ ਸਾਰਾ ਤੁਸੀਂ ਕਰ ਲਿਓ, ਤੁਹਾਡੀ ਆਲਮੋਸਟ ਕਾਫੀ ਹੱਦ ਤੱਕ ਜੀਕੇ ਆ ਜਿਹੜੀ ਕਵਰ ਹੋ ਜਾਏਗੀ। ਹੁਣ ਦੇਖੋ ਜੀ, ਹੁਣ ਆ ਪੰਜਾਬ ਪੁਲਿਸ ਦਾ ਮੈਂ ਲੈ ਕੇ ਆਇਆ, ਠੀਕ ਆ, ਤੁਹਾਡੇ ਜਿਹੜਾ ਕਿ ਆਪਣਾ ਸਬ ਇੰਸਪੈਕਟਰ ਦਾ ਐਗਜ਼ਾਮ ਹੋਏਗਾ, ਠੀਕ ਆ, ਜੋ ਕਿ ਕੈਂਸਲ ਹੋ ਗਿਆ ਸੀਗਾ। ਹੁਣ ਇਹ 'ਚ ਦੇਖੋ ਜੀ, ਇੰਡੀਅਨ ਕਨਸਟੀਟਿਊਸ਼ਨ ਤੇ ਉਹਦੇ ਫੀਚਰ, ਇਹ ਵੀ ਸਾਰਾ ਤੁਹਾਡਾ ਹੋ ਜਾਏਗਾ ਕਵਰ, ਠੀਕ ਆ। ਆਪਾਂ ਕਰਵਾਇਆ ਹੋਇਆ, ਬਹੁਤ ਚੰਗੀ ਤਰ੍ਹਾਂ ਕੀਤਾ ਹੋਇਆ ਵਾ, ਪੋਲਿਟੀ ਆਪਾਂ ਕਰ ਵੀ ਰਹੇ ਹਾਂ। ਜਿਹੜੀਆਂ ਸੈਂਟਰ ਸਟੇਟ ਲੈਜਿਸਲੇਚਰ ਹੋ ਗਿਆ, ਇਹ ਵੀ ਆਪਣਾ ਸੈਂਟਰ ਸਟੇਟ ਲੈਜਿਸਲੇਚਰ ਪੁੱਛਿਆ, ਕੀ ਪੁੱਛਿਆ ਇਹਦੇ ਵਿੱਚ ਕਨਫਿਊਜ਼ ਨਹੀਂ ਹੋਣਾ। ਜਿਨ੍ਹਾਂ ਨੇ ਪੜ੍ਹੇ ਹੋਏ ਉਹਨਾਂ ਨੂੰ ਤਾਂ ਪਤਾ ਪਾਰਲੀਮੈਂਟ ਪੁੱਛ ਰਹੇ ਨੇ ਤੇ ਸਟੇਟ ਲੈਜਿਸਲੇਚਰ ਪੁੱਛ ਰਹੇ ਨੇ, ਠੀਕ ਆ। ਰਾਜ ਸਭਾ ਤੇ ਆਪਣੀ ਜੋ ਆਪਣੀਆਂ ਕਲਾਸਾਂ ਦੇਖੋ, ਇਹ ਆਪਾਂ ਕਰ ਚੁੱਕੇ ਹਾਂ, ਇਹਦੇ 'ਚ ਸੈਂਟਰ ਸਟੇਟ ਰਿਲੇਸ਼ਨ ਰਹਿੰਦਾ ਵਾ, ਠੀਕ ਆ। ਸੋ ਨੈਕਸਟ ਮੈਂ ਤੁਹਾਨੂੰ ਇੱਕ ਚੀਜ਼ ਕਰਦਾ ਵਾਂ ਕਿ ਜੁਡੀਸ਼ੀਅਲ ਇੰਸਟੀਟਿਊਸ਼ਨ ਵੀ ਸਾਰਾ ਉਹ ਕਰਨਗੇ, ਜਿੱਦਾਂ ਸੁਪਰੀਮ ਕੋਰਟ ਹੋ ਗਿਆ, ਹਾਈ ਕੋਰਟ ਹੋ ਗਿਆ, ਠੀਕ ਆ। ਸੋ ਇਹ ਸਾਰੇ ਆਪਾਂ ਡਿਟੇਲ ਦੇ ਵਿੱਚ ਕਰ ਚੁੱਕੇ ਹਾਂ। ਹਿਸਟਰੀ ਐਂਡ ਕਲਚਰ ਆਫ ਇੰਡੀਆ ਐਂਡ ਪੰਜਾਬ ਦੀ ਹਿਸਟਰੀ ਤੇ ਕਲਚਰ। ਹਿਸਟਰੀ ਯਾਦ ਰੱਖਣਾ, ਜ਼ਿਆਦਾਤਰ ਮਾਡਰਨ ਹਿਸਟਰੀ ਦਾ ਜ਼ਿਆਦਾ ਫੋਕਸ ਹੁੰਦਾ ਵਾ, ਠੀਕ ਆ। ਇਹਨਾਂ ਦਾ ਤਾਂ ਮੈਡੀਵਲ ਵੀ ਪੁੱਛ ਲੈਂਦੇ ਆ। ਐਂਸਰ ਦੇ ਵਿੱਚ ਮੈਂ ਤੁਹਾਨੂੰ ਦੱਸ ਦਾਂਗਾ, ਜੋ ਆਪਣੀ ਸਲਾਈਡ ਐਡ ਕੀਤੀ ਹੈ, ਕਿ ਕਿਹੜੇ ਟੌਪਿਕ ਆਪਾਂ ਕਰਨੇ ਨੇ, ਠੀਕ ਹੈ। ਪੰਜਾਬ ਦੀ ਵੀ ਪੁੱਛਣਗੇ, ਇੰਡੀਆ ਦੀ ਵੀ, ਸਾਇੰਸ ਐਂਡ ਟੈਕਨੋਲੋਜੀ ਪੁੱਛਣਗੇ, ਇੰਡੀਅਨ ਇਕਨੋਮਿਕ ਪੁੱਛਣਗੇ, ਕਰੰਟ ਅਫੇਅਰ ਪੁੱਛਣਗੇ ਤੇ ਜੀਓਗ੍ਰਾਫੀ এনवायरमेंट ਪੁੱਛਣਗੇ। ਸੋ ਇਹਦੇ ਵਿੱਚ ਵੀ ਇਹ ਸਾਰਿਆਂ ਦਾ ਵੀ ਤੁਸੀਂ ਇਹਦੇ ਪਿਛਲੇ ਪੇਪਰ ਜਾ ਕੇ ਦੇਖ ਸਕਦੇ ਹੋ, ਉਹਦੇ ਵਿੱਚ ਤੁਹਾਨੂੰ ਪੂਰਾ ਕਲੀਅਰ ਹੋ ਜਾਏਗਾ ਕਿ ਕਿਹੜੇ ਟੌਪਿਕ ਦੇ ਉੱਤੇ ਜ਼ਿਆਦਾ ਕਵਰ ਹੁੰਦਾ ਵਾ। ਇਹੀ ਸੇਮ ਸਿਲੇਬਸ ਤੁਸੀਂ ਦੇਖੋਗੇ ਕਿ ਹੈੱਡ ਕਾਂਸਟੇਬਲ ਦੇ ਵਿੱਚ ਵੀ ਸੇਮ ਸਿਲੇਬਸ ਆ, ਠੀਕ ਆ। ਸੋ ਆਹੀ ਐਡ ਕੀਤੇ ਹੋਏ ਨੇ, ਸੇਮ ਟੂ ਸੇਮ ਉਹੀ ਆ, ਠੀਕ ਆ। ਕਰੰਟ ਅਫੇਅਰ ਹੋ ਗਏ, ਜੀਓਗ੍ਰਾਫੀ ਹੋ ਗਿਆ, ਇੰਡੀਅਨ ਇਕਨੋਮਿਕ ਹੋ ਗਿਆ, ਐਗਰੀਕਲਚਰ ਆ ਦੇਖੋ ਸਪੈਸ਼ਲ ਮੈਂਸ਼ਨ ਕੀਤਾ, ਐਗਰੀਕਲਚਰ ਦੇ ਵੀ ਕੁਐਸਚਨ ਬਣੇ ਹੋਏ ਸੀਗੇ। ਸੋ ਇਹਦੇ ਚੋਂ ਵੀ ਕੁਐਸਚਨ ਪੁੱਛੇ ਜਾਂਦੇ ਨੇ, ਠੀਕ ਆ ਜੀ। ਜਿੱਦਾਂ ਸੋਇਲਸ ਹੋ ਗਈਆਂ, ਆਪਣੀਆਂ ਮਿੱਟੀਆਂ ਹੋ ਗਈਆਂ, ਪੰਜਾਬ ਦੀ ਮਿੱਟੀ ਆ, ਪੰਜਾਬ ਦੇ ਵਿੱਚ ਐਗਰੀਕਲਚਰ ਰੈਵੋਲੂਸ਼ਨਸ ਆਈਆਂ ਹੋਈਆਂ ਨੇ, ਠੀਕ ਆ। ਉਹ ਸਾਰਾ ਆਪਾਂ ਡਿਟੇਲ ਦੇ ਵਿੱਚ ਕਰ ਲਵਾਂਗੇ, ਠੀਕ ਆ। ਸੋ ਇੰਡੀਅਨ ਕਨਸਟੀਟਿਊਸ਼ਨ ਆ ਸਾਰਾ ਸੇਮ ਟੂ ਸੇਮ ਆ। ਹੁਣ ਆਪਾਂ ਚੱਲਦੇ ਹਾਂ ਜੀ ਆਪਣੀ ਉਸੇ ਸਲਾਈਡ ਦੇ ਉੱਤੇ ਵਾਪਸ, ਜਿਹੜੀ ਆਪਾਂ ਤਿਆਰ ਕੀਤੀ ਆ। ਸੋ ਦੇਖੋ ਦੋਸਤੋ, ਹੁਣ ਆਪਾਂ ਦੇਖਦੇ ਹਾਂ ਕਿ ਜਿਹੜੀ ਆਪਣੀ ਪੋਲਿਟੀ, ਸਭ ਤੋਂ ਪਹਿਲਾਂ ਜਿਹੜਾ ਪੋਲਿਟੀ ਇਸ਼ੂ ਆ, ਇਹ ਪੋਲਿਟੀ ਇਸ਼ੂ ਆ ਨਾ ਜਿਹੜਾ, ਇਹ ਸਾਰੇ ਦੇ ਸਾਰੇ, ਚਾਹੇ ਤੋਂ ਨਾਲ ਦੀ ਨਾਲ ਮੈਂ ਤੁਹਾਨੂੰ ਦੱਸੀ ਜਾਵਾਂਗੇ PSSB ਦੇ ਪੇਪਰ ਜਿੰਨੇ ਵੀ ਹੋਣੇ ਨੇ ਉਹਦੇ ਵਿੱਚ PPSC ਲਈ ਬਹੁਤ ਮਹੱਤਵਪੂਰਨ ਆ। PPSC ਦਾ ਨਾਇਬ ਤਹਿਸੀਲਦਾਰ ਦਾ ਐਗਜ਼ਾਮ ਹੋਇਆ ਸੀ, ਮੈਂ ਇੱਕ ਤੁਹਾਨੂੰ ਵੀਡੀਓ ਵੀ ਬਣਾਈ ਸੀ ਕਿ ਉਹਦੇ ਵਿੱਚ ਵੀ ਪੋਲਿਟੀ ਦੇ ਬਹੁਤ ਵਧੀਆ ਲੈਵਲ ਦੇ ਕੁਐਸਚਨ ਆਏ ਸੀਗੇ ਤੇ 12-13 ਕੁਐਸਚਨ ਆਪਣੇ ਪੋਲਿਟੀ ਤੇ ਮਾਡਰਨ ਹਿਸਟਰੀ ਦੇ ਵਿੱਚ ਤੇ ਪੰਜਾਬ ਜੀਕੇ ਜੋ ਕਵਰ ਹੋ ਗਏ ਸੀਗੇ ਉਹਦੇ ਵਿੱਚ। ਉਦੋਂ ਆਪਣੀਆਂ ਕਲਾਸਾਂ ਵੀ ਜ਼ਿਆਦਾ ਨਹੀਂ ਸੀ ਹੋਈਆਂ, ਥੋੜ੍ਹੀਆਂ ਜਿਹੀਆਂ ਕਲਾਸਾਂ ਹੋਈਆਂ ਸੀ। ਸੋ PSSB ਹੋ ਗਿਆ, PPSC ਹੋ ਗਿਆ, ਇਹਨਾਂ ਦੇ ਉੱਤੇ ਜ਼ਿਆਦਾ ਫੋਕਸ ਰੱਖਦੀ ਹੈ, ਠੀਕ ਹੈ। PSSB ਪਹਿਲਾਂ ਘੱਟ ਰੱਖਦੀ ਸੀ, ਪਰ ਇਸ ਵਾਰ ਉਹਨਾਂ ਨੇ ਅਲੱਗ ਤੋਂ ਪੋਲਿਟੀ ਮੈਂਸ਼ਨ ਕੀਤੀ ਆ, ਪੋਲਿਟੀ ਇਸ਼ੂ। ਤਾਂ ਪੋਲਿਟੀ ਦੇ ਵਿੱਚੋਂ ਕੁਐਸਚਨ ਬਣਨ ਦੀ ਸੰਭਾਵਨਾ ਵਾ ਪੇਪਰ ਵਾਈਜ਼, ਠੀਕ ਆ। ਸੋ ਪੋਲਿਟੀ ਤੁਸੀਂ ਚੰਗੀ ਤਰ੍ਹਾਂ ਕਰਾਂ। PPSC ਵਾਲਿਆਂ ਨੇ ਤਾਂ ਸਾਰੀ ਪੋਲਿਟੀ ਕਰਨੀ ਆ ਤੇ ਪੰਜਾਬ ਪੁਲਿਸ ਵਾਲਿਆਂ ਨੇ, ਠੀਕ ਆ। ਸੋ ਇਹ ਸਾਰੀ ਪੋਲਿਟੀ ਹੁਣ ਦੇਖ ਲਓ, ਇੱਕ ਚੀਜ਼ ਮੈਂ ਤੁਹਾਨੂੰ ਨਾਲ ਦੀ ਨਾਲ ਸਮਝਾ ਦੇਣਾ ਕਿ ਜਿਹੜੀ ਚੀਜ਼ ਮੈਂ ਕਹਿਤੀ ਕਿ ਹਾਂ ਇਹ ਸਾਰੀ ਕਵਰ ਕਰਾਊਂਗਾ, ਤਾਂ ਉਹ ਸਾਰੀ ਪੂਰੀ ਡਿਟੇਲ ਦੇ ਵਿੱਚ ਕਵਰ ਕਰਾਊਂਗਾ। ਜਿਹੜੀ ਮੈਂ ਨਹੀਂ ਕਰਵਾਊਂਗਾ ਉਹ ਵੀ ਮੈਂ ਤੁਹਾਨੂੰ ਦੱਸੂਗਾ ਕਿ ਹਾਂ ਇਹਦੇ ਲਈ ਤੁਸੀਂ ਕੋਈ ਹੋਰ ਸੋਰਸ ਫੋਲੋ ਕਰ ਸਕਦੇ ਹੋ ਤੇ ਕਿਹੜਾ ਸੋਰਸ ਫੋਲੋ ਕਰਨਾ ਵਾ। ਦੇਖੋ ਜੀ, ਹੁਣ ਪੋਲਿਟੀ ਦੀਆਂ ਟੋਟਲ 30 ਕਲਾਸਾਂ ਹੋਣਗੀਆਂ ਪਹਿਲੀ ਗੱਲ ਤਾਂ, ਠੀਕ ਆ। 23 ਕਲਾਸਾਂ ਆਪਾਂ ਕਰ ਚੁੱਕੇ ਹਾਂ ਆਲਰੇਡੀ YouTube ਦੇ ਉੱਤੇ, ਤੇ 7 ਕਲਾਸਾਂ ਆਪਣੀਆਂ ਰਹਿੰਦੀਆਂ ਨੇ। PDF 23 ਕਲਾਸਾਂ ਦੀ ਤੁਹਾਡੇ ਕੋਲੇ ਪਈ ਆ, ਠੀਕ ਆ ਜੀ। ਟੈਲੀਗ੍ਰਾਮ ਦੇ ਉੱਤੇ ਮੈਂ ਵਾਰ-ਵਾਰ ਸ਼ੇਅਰ ਕੀਤੀ ਹੋਈ ਆ। ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਕਰਾਂਗੇ, ਪੰਜਾਬੀ ਇੰਗਲਿਸ਼ ਦੋਨੇ ਲੈਂਗੁਏਜ ਦੇ ਵਿੱਚ ਆਪਾਂ ਕੀਤਾ ਹੋਇਆ। ਮੇਨ ਫੋਕਸ ਆਪਾਂ ਪੰਜਾਬੀ 'ਚ ਰੱਖਿਆ ਹੋਇਆ ਵਾ, ਠੀਕ ਆ। ਸੋ ਕਿਉਂਕਿ ਪੰਜਾਬੀ ਦੇ ਵਿੱਚ ਕੋਈ ਇਦਾਂ ਦੇ ਕਨਸੈਪਟ ਹੁੰਦੇ ਨੇ ਜਿਹੜੇ ਕਿ ਆਪਣੀ ਮਾਤ ਭਾਸ਼ਾ ਵਾ, ਠੀਕ ਆ। ਸੋ ਆਪਣੀ ਮਾਂ ਬੋਲੀ ਦੇ ਵਿੱਚ ਹੀ ਆਪਾਂ ਨੂੰ ਜ਼ਿਆਦਾ ਵਧੀਆ ਤਰੀਕੇ ਨਾਲ ਸਮਝ ਆ ਸਕਦੇ ਨੇ ਜਦੋਂ ਆਪਾਂ ਕਨਸੈਪਟ ਕਲੀਅਰ ਕਰਨੇ। ਉਸ ਤੋਂ ਬਾਅਦ ਤੁਸੀਂ MCQ ਇੰਗਲਿਸ਼ ਦੇ ਵਿੱਚ ਵੀ ਲਗਾ ਲਓਗੇ, ਕੋਈ ਦਿੱਕਤ ਨਹੀਂ ਹੋਏਗੀ। ਬਾਕੀ ਆਪਾਂ ਨਾਲ ਦੀ ਨਾਲ ਹੀ ਤੁਹਾਨੂੰ ਜੋ ਹੈ PDF ਦੇ ਵਿੱਚ ਮੈਂ ਤੁਹਾਨੂੰ ਪੰਜਾਬੀ 'ਚ ਵੀ ਐਡ ਕਰਤਾ ਹੋਇਆ, ਇੰਗਲਿਸ਼ 'ਚ ਵੀ ਐਡ ਕਰਤਾ ਹੋਇਆ। ਬਸ ਤੁਹਾਨੂੰ ਨਾ ਪਹਿਲੀਆਂ 4-5 ਕਲਾਸਾਂ ਵੀਡੀਓ ਲੈਕਚਰ ਦੇ ਵਿੱਚ, ਪਹਿਲੀਆਂ 4-5 ਕਲਾਸਾਂ ਤੁਹਾਨੂੰ ਸਿਰਫ ਪੰਜਾਬੀ ਦੇ ਵਿੱਚ ਮਿਲਣਗੀਆਂ, ਬਟ ਉਸ ਤੋਂ ਬਾਅਦ ਮੈਂ ਇਹ ਕਲਾਸਾਂ ਦੀ PDF ਵੀ ਪੰਜਾਬੀ ਤੇ ਇੰਗਲਿਸ਼ ਦੋਨਾਂ ਦੇ ਵਿੱਚ ਕਰਤੀ ਸੀ, ਠੀਕ ਹੈ ਜੀ, ਕਨਵਰਟ। ਸੋ ਉਸ ਤੋਂ ਬਾਅਦ ਸਾਰੀਆਂ ਪੰਜਾਬੀ 'ਚ ਵੀ ਹੋ ਰਹੀਆਂ, ਇੰਗਲਿਸ਼ 'ਚ ਵੀ ਹੋ ਰਹੀਆਂ ਨੇ, ਠੀਕ ਆ। ਪੋਲਿਟੀ ਦੀ ਗੱਲ ਹੋ ਰਹੀ ਹੈ ਆਪਣੀ।
ਹੁਣ ਇਹ 'ਚ ਕਿਹੜੀਆਂ ਕਲਾਸਾਂ ਹੋਈਆਂ, ਬੱਚਿਆਂ ਨੂੰ ਬਹੁਤ ਜ਼ਿਆਦਾ ਕਨਫਿਊਜ਼ਨ ਹੋ ਰਹੀ ਹੈ ਕਿ ਅਸੀਂ ਕਿੰਨਾ ਟੌਪਿਕ ਕਰ ਚੁੱਕੇ ਹਾਂ ਕਿੰਨਾ ਨਹੀਂ। ਇੰਡੀਅਨ ਕੌਂਸਟੀਟਿਊਸ਼ਨ ਆਪਾਂ ਪੜ੍ਹ ਚੁੱਕੇ ਹਾਂ ਜੀ, ਇੰਡੀਅਨ ਪੋਲਿਟੀ ਹਿਸਟੋਰੀਕਲ ਬੈਕਗਰਾਊਂਡ ਵੀ ਆਪਾਂ ਪੜ੍ਹ ਲਿਆ, ਇੰਡੀਅਨ ਪੋਲਿਟੀ ਦੇ MCQ ਆਪਾਂ ਇਹਨਾਂ ਦੋਨਾਂ ਦੇ ਕੀਤੇ ਸੀ, ਪ੍ਰੈਂਬਲ ਕੀਤਾ, ਯੂਨੀਅਨ ਐਂਡ ਇਟਸ ਟੈਰੀਟਰੀ, ਹੁਣ ਆਰਟੀਕਲ ਵਾਈਜ਼ ਆਪਾਂ ਸਿਟੀਜ਼ਨਸ਼ਿਪ ਵੀ ਕੀਤਾ ਹੋਇਆ, ਫੰਡਾਮੈਂਟਲ ਰਾਈਟ ਆਪਾਂ ਕੀਤੇ ਹੋਏ, ਰਿਟ ਟੌਪਿਕ ਕੀਤਾ ਹੋਇਆ, DPSP ਕੀਤਾ, ਫੰਡਾਮੈਂਟਲ ਡਿਊਟੀਜ਼ ਕੀਤੀਆਂ ਹੋਈਆਂ ਨੇ। ਆਹ ਤਾਂ ਨਾ ਜਿਹੜੇ ਮਤਲਬ ਆ ਪਹਿਲੇ ਦੱਸਤਾ, ਖਾਸ ਕਰ PSSB ਲਈ ਬਿਲਕੁਲ ਵੀ ਨਹੀਂ ਤੁਸੀਂ ਛੱਡਣੇਗੇ, ਇਹ ਸਾਰਾ ਤੁਹਾਨੂੰ ਯਾਦ ਹੋਣਾ ਚਾਹੀਦਾ ਪਹਿਲੀਆਂ 10 ਕਲਾਸਾਂ। ਹੁਣ ਆ ਜਾਂਦੇ ਆਪਾਂ ਥੋੜਾ ਜਿਹਾ ਪ੍ਰੈਜ਼ੀਡੈਂਟ ਟੌਪਿਕ ਤੇ। ਪ੍ਰੈਜ਼ੀਡੈਂਟ ਟੌਪਿਕ ਵੀ ਬਹੁਤ ਇੰਪੋਰਟੈਂਟ ਵਾ, ਇਦਾਂ ਨਹੀਂ ਕਿ ਤੁਸੀਂ ਆਹ ਨਹੀਂ ਕਰਨਾਗਾ, ਆਹ ਦੱਸਤਾ ਤੁਹਾਨੂੰ ਪੂਰੀ ਤਰ੍ਹਾਂ ਨਾਲ ਯਾਦ ਹੋਣੀਆਂ ਚਾਹੀਦੀਆਂ ਕਿਉਂਕਿ ਇਹਦੇ ਵਿੱਚੋਂ ਕਾਫੀ ਵਧੀਆ ਕੁਐਸਚਨ ਪੁੱਛੇ ਜਾਂਦੇ ਨੇ, ਠੀਕ ਆ। ਹੁਣ ਪ੍ਰੈਜ਼ੀਡੈਂਟ ਲਾ ਲਓ, ਪ੍ਰੈਜ਼ੀਡੈਂਟ ਵੀ ਜਿੰਨਾ ਆਹ 10 ਕਲਾਸਾਂ ਇੰਪੋਰਟੈਂਟ ਹੈ ਉਨਾ ਹੀ ਇੰਪੋਰਟੈਂਟ ਪ੍ਰੈਜ਼ੀਡੈਂਟ ਟੌਪਿਕ ਆ, ਕਿਉਂਕਿ ਪ੍ਰੈਜ਼ੀਡੈਂਟ ਟੌਪਿਕ ਦੇ ਉੱਤੋਂ ਬਹੁਤ ਚੀਜ਼ਾਂ ਦੇ ਨਾਲ ਰਿਲੇਟ ਕਰਕੇ ਪ੍ਰੈਜ਼ੀਡੈਂਟ 'ਚੋਂ ਕੁਐਸਚਨ ਬਣਦੇ ਨੇ। ਪ੍ਰੈਜ਼ੀਡੈਂਟ ਟੌਪਿਕ ਆਪਾਂ ਉਹਦੇ ਵਿੱਚ ਕੀਤਾ ਹੋਇਆ, 2 ਕਲਾਸਾਂ ਦੇ ਵਿੱਚ ਕਵਰ ਕੀਤਾ ਹੋਇਆ, 11-12 ਨੰਬਰ ਕਲਾਸ ਦੇਖ ਲਓ, ਕੋਈ ਵੀ ਕੁਐਸਚਨ ਤੁਹਾਡਾ ਪ੍ਰੈਜ਼ੀਡੈਂਟ ਦਾ ਆਪਣੀ ਇਹਨਾਂ ਕਲਾਸਾਂ ਦੇ ਵਿੱਚੋਂ ਬਾਹਰ ਨਹੀਂ ਜਾਊਗਾ, ਤੁਸੀਂ ਪ੍ਰੀਵੀਅਸ ਈਅਰ ਪੇਪਰ ਚੱਕ ਕੇ ਦੇਖ ਸਕਦੇ ਹੋ, ਠੀਕ ਹੈ। ਉਹਦੇ ਵਿੱਚ ਤੁਹਾਨੂੰ ਆਈਡੀਆ ਹੋ ਜਾਏਗਾ ਕਿ ਹਾਂ ਕਿੰਨਾ ਆਪਣਾ ਕਵਰ ਹੋ ਰਿਹਾ ਵਾ। ਹੁਣ ਪ੍ਰੈਜ਼ੀਡੈਂਟ ਦਾ ਐਮਰਜੈਂਸੀ ਪਾਵਰਸ ਹੋ ਗਈਆਂ ਜਾਂ ਜਿੰਨੀਆਂ ਪਾਵਰ ਸਾਰਾ ਆਪਾਂ ਕੀਤਾ। ਵਾਈਸ ਪ੍ਰੈਜ਼ੀਡੈਂਟ ਆਪਾਂ 13 ਨੰਬਰ ਕਲਾਸ 'ਚ ਕੀਤੇ ਆ, ਨਾਲ ਹੀ ਆਪਾਂ ਇਹਨਾਂ ਦੇ MCQ ਵੀ ਕੀਤੇ ਹੋਏ ਆ। ਇਹ ਚੀਜ਼ ਯਾਦ ਰੱਖਣੀਆਂ, ਜਿਹੜੀਆਂ ਆਪਣੀਆਂ ਪਹਿਲਾਂ ਕਲਾਸਾਂ ਚੱਲੀਆਂ ਨੇ ਉਹਦੇ ਵਿੱਚ ਖਾਸ MCQ ਆਪਾਂ ਕੀਤੇ ਹੋਏ ਨੇ, ਪਰ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਹੋਰ MCQ ਨਹੀਂ ਕਰਨੇਗੇ। ਪਹਿਲਾਂ ਥਿਊਰੀ ਕਰਨੀ ਆ, ਜੋ ਮੈਂ ਨਾਲ MCQ ਕਰਵਾ ਰਿਹਾ ਤੁਸੀਂ MCQ ਕਰਦੇ ਆ, ਉਸ ਤੋਂ ਬਾਅਦ ਮੈਂ ਟੈਲੀਗ੍ਰਾਮ ਤੇ ਜਿੰਨੇ ਵੀ MCQ ਅਪਲੋਡ ਕਰਦਾ ਹੁੰਦਾ ਉਹ ਵੀ ਤੁਸੀਂ ਜ਼ਰੂਰ ਕਰਦੇ ਨੇ, ਠੀਕ ਆ। ਸੋ ਪੇਪਰ ਦੇ ਪੁਆਇੰਟ ਆਫ ਵਿਊ ਨਾਲ ਹੀ ਮੈਂ ਕਰਵਾ ਰਿਹਾ ਹਾਂ। ਨੈਕਸਟ ਆ ਗਿਆ ਜੀ ਵਾਈਸ ਪ੍ਰੈਜ਼ੀਡੈਂਟ, ਇਹ ਵੀ ਕੀਤਾ ਹੋਇਆ, ਪ੍ਰਾਈਮ ਮਿਨਿਸਟਰ, ਕੌਂਸਲ ਆਫ ਮਿਨਿਸਟਰ ਵੀ ਕੀਤਾ, ਪਾਰਲੀਮੈਂਟ, ਲੋਕ ਸਭਾ, ਰਾਜ ਸਭਾ, ਠੀਕ ਆ, ਇਹ ਵੀ ਕੀਤਾ ਹੋਇਆ। ਪਾਰਲੀਮੈਂਟ ਆਪਾਂ 3 ਪਾਰਟ 'ਚ ਕੀਤਾ ਹੋਇਆ, ਇੱਕ ਪਾਰਟ 'ਚ ਆਪਾਂ MCQ ਕੀਤੇ ਹੋਏ ਤਾਂ 2 ਪਾਰਟਸ ਦੇ ਵਿੱਚ ਆਪਾਂ ਪੂਰਾ ਡਿਟੇਲ ਦੇ ਵਿੱਚ ਲੋਕ ਸਭਾ, ਰਾਜ ਸਭਾ ਕੀਤਾ ਹੋਇਆ ਵਾ। ਹੁਣ ਜੀ ਸੁਪਰੀਮ ਕੋਰਟ ਬਹੁਤ ਚੰਗੀ ਤਰ੍ਹਾਂ ਇੱਕ ਕਲਾਸ 'ਚ ਕੀਤਾ ਹੋਇਆ, ਸੁਪਰੀਮ ਕੋਰਟ 'ਚੋਂ ਵੀ ਬਹੁਤ ਵਧੀਆ ਕੁਐਸਚਨ ਬਣਦੇ ਨੇ। ਹਾਈ ਕੋਰਟ ਕੀਤਾ ਹੋਇਆ, ਸੁਪਰੀਮ ਕੋਰਟ, ਹਾਈ ਕੋਰਟ ਦੇ ਫਿਰ ਆਪਾਂ ਇੱਕ ਅਲੱਗ ਤੋਂ ਕਲਾਸ ਦੇ ਵਿੱਚ MCQ ਵੀ ਕੀਤੇ ਹੋਏ ਨੇ, ਠੀਕ ਆ। ਗਵਰਨਰ ਟੌਪਿਕ ਆਪਾਂ 21 ਨੰਬਰ ਕਲਾਸ ਦੇ ਵਿੱਚ ਕੀਤਾ ਹੋਇਆ, ਠੀਕ ਆ। ਚੀਫ ਮਿਨਿਸਟਰ ਤੇ ਕੌਂਸਲ ਆਫ ਮਿਨਿਸਟਰ ਐਂਡ ਐਡਵੋਕੇਟ ਜਨਰਲ ਆਫ ਸਟੇਟ ਵੀ ਕੀਤਾ ਹੋਇਆ। 23 ਨੰਬਰ ਆਪਾਂ ਸਟੇਟ ਲੈਜਿਸਲੇਚਰ ਕੀਤਾ ਹੋਇਆ, ਜਿਹਦੇ ਵਿੱਚ ਕਿ ਆਪਾਂ ਰਾਜ ਵਿਧਾਨ ਸਭਾ ਹੋ ਗਈ, ਵਿਧਾਨ ਪ੍ਰੀਸ਼ਦ ਹੋ ਗਈ, ਇਹ ਵੀ ਆਪਾਂ ਕੀਤੇ ਹੋਏ ਨੇ। ਹੁਣ ਇਹਦੇ ਵਿੱਚ ਤੁਸੀਂ ਇਹ ਚੀਜ਼ ਦੇ ਉੱਤੇ ਗੌਰ ਕਰਨਾ ਵਾ ਕਿ ਹਾਂ ਇੰਨੀਆਂ ਕਲਾਸਾਂ ਹੋ ਗਈਆਂ ਤੇ ਜਿਹੜੀਆਂ ਰਹਿ ਗਈਆਂ ਆਹ ਵਾਲੀਆਂ ਤਾਂ ਬਹੁਤ ਜ਼ਿਆਦਾ ਇੰਪੋਰਟੈਂਟ ਨੇ, ਜਿਹੜੀਆਂ ਰਹਿ ਗਈਆਂ ਨੇ। ਹੁਣ ਇਹਦੇ ਵਿੱਚ ਦੇਖੋ ਜੀ, ਆਹ ਟੌਪਿਕ ਨੇ, ਇਹ ਸਾਰੇ ਟੌਪਿਕ ਮੈਂ ਤੁਹਾਨੂੰ ਕਰਵਾਊਂਗਾ, ਠੀਕ ਆ। 1 ਅਗਸਤ ਤੋਂ ਆਪਣੀਆਂ ਕਲਾਸਾਂ ਸ਼ੁਰੂ ਹੋਣ ਜਾ ਰਹੀਆਂ ਨੇ ਤੇ ਅਗਸਤ ਦੇ ਵਿੱਚ ਆਪਣੀਆਂ ਇਹ 7 ਦੀਆਂ 7 ਕਲਾਸਾਂ ਆਪਾਂ ਕੰਪਲੀਟ ਕਰ ਲਾਂਗੇ, ਠੀਕ ਆ। ਕਿਉਂਕਿ ਨਾਲ ਆਪਾਂ ਹੋਰ ਸਬਜੈਕਟ ਵੀ ਕਰਦੇ ਹਾਂ, ਆਪਾਂ ਪੰਜਾਬ GK ਦੀਆਂ ਵੀ ਆਪਣੀਆਂ 2-3 ਕਲਾਸਾਂ ਪੈਂਡਿੰਗ ਪਈਆਂ ਨੇ, ਸੋ ਵੀ ਆਪਾਂ ਕਰਨੀਆਂ। ਮੈਡੀਵਲ ਅੱਗੇ ਮੈਂ ਤੁਹਾਨੂੰ ਨਾਲ ਦੀ ਨਾਲ ਦੱਸੀ ਜਾਵਾਂਗਾ ਕਿ ਕਿਹੜੀਆਂ ਕਲਾਸਾਂ ਆਪਣੀਆਂ ਪੈਂਡਿੰਗ ਨੇ, ਜਿਹੜੀਆਂ ਆਪਾਂ ਅਗਸਤ ਦੇ ਵਿੱਚ ਕਵਰ ਕਰ ਲਾਂਗੇ। ਸੋ ਪੰਚਾਇਤੀ ਰਾਜ, ਠੀਕ ਆ, ਇਹ ਆਪਾਂ ਕਰਨਾ ਵਾ 24 ਨੰਬਰ ਕਲਾਸ 'ਚ, ਲੋਕਲ ਬੋਡੀ ਦਾ ਆਪਾਂ ਸਾਰਾ ਕਰਾਂਗੇ। ਸੈਂਟਰ ਸਟੇਟ ਰਿਲੇਸ਼ਨ, ਇਹ ਆਪਾਂ 25 ਨੰਬਰ ਕਲਾਸ 'ਚ ਕਰਾਂਗੇ। 26 ਨੰਬਰ 'ਚ ਕੌਂਸਟੀਟਿਊਸ਼ਨਲ ਬੋਡੀਜ਼ ਨੇ ਜਿਹੜੀਆਂ, ਉਹ ਆਪਾਂ ਕਰਾਂਗੇ। ਅਮੈਂਡਮੈਂਟਸ ਕਰਾਂਗੇ ਆਪਾਂ 27 'ਚ। ਨਾਨ ਕੌਂਸਟੀਟਿਊਸ਼ਨਲ ਬੋਡੀਜ਼ ਵੀ ਆਪਾਂ ਥੋੜਾ ਜਿਹਾ ਪੜਾਂਗੇ। ਹੁਣ ਉਸ ਤੋਂ ਬਾਅਦ ਬਿਲਕੁਲ ਆਖਰ ਦੇ ਉੱਤੇ ਮੈਂ ਤੁਹਾਨੂੰ ਨਾ ਇੱਕ ਇੰਪੋਰਟੈਂਟ ਆਰਟੀਕਲਸ ਦੇ ਉੱਤੇ ਇੱਕ ਵੀਡੀਓ ਤੇ ਨਾਲ ਹੀ ਤੁਹਾਨੂੰ PDF, ਹਰੇਕ ਕਲਾਸ ਦੀ ਤੁਹਾਨੂੰ PDF ਵੀ ਮਿਲੇਗੀ, ਵੀਡੀਓ ਵੀ ਮਿਲੇਗੀ। ਪਰ ਤੁਸੀਂ ਪੋਲਿਟੀ ਦੇ ਮਾਮਲੇ ਦੇ ਵਿੱਚ ਬਿਲਕੁਲ ਵੀ ਘੋਲ ਨਹੀਂ ਕਰਨੀ ਕਿ ਪੋਲਿਟੀ ਦੀ ਇੱਕ ਵਾਰ ਵੀਡੀਓ ਜ਼ਰੂਰ ਦੇਖਣੀ ਆ, ਕਿਉਂਕਿ ਪੋਲਿਟੀ ਦੀ ਕਲਾਸ ਥੋੜੀ ਜਿਹੀ ਵੱਡੀ ਹੋ ਜਾਂਦੀ ਆ। ਸੋ ਉਹਦੇ ਵਿੱਚ ਤੁਹਾਨੂੰ ਇਹ ਚੀਜ਼ ਨਹੀਂ ਪਤਾ ਲੱਗਣੀ ਜੇਕਰ ਤੁਸੀਂ PDF ਰੀਡ ਕਰਨ ਲੱਗੇ ਕਿ ਇਹਨੂੰ ਰਿਲੇਟ ਕਰਕੇ ਕਿੱਦਾਂ ਪੜ੍ਹਨਾ, ਜਾਂ ਇਹਨੂੰ ਪੜ੍ਹਦੇ ਟਾਈਮ ਤੁਸੀਂ ਕਿਹੜੀ ਚੀਜ਼ ਪੜ੍ਹਨੀ ਆ, ਕਿਹੜੀ ਚੀਜ਼ ਛੱਡਣੀ ਆ। ਸੋ ਇਹਦੀ ਵੀਡੀਓ, ਠੀਕ ਆ, ਇਹਦੀ ਵੀਡੀਓ ਮੈਂ ਜ਼ਰੂਰ ਤੁਸੀਂ ਦੇਖਣੀ ਆ। ਬਾਕੀ ਤੁਸੀਂ ਜਿਹੜਾ ਜਿੱਦਾਂ ਕਿ ਮੈਂ ਸਟੈਟਿਕ GK ਦੇ ਵਿੱਚ ਤੁਹਾਨੂੰ ਵਿੱਚ ਦੀ ਕਹਿ ਦਿੰਦਾ ਹੁੰਦਾ ਕਿ ਜੇਕਰ ਤੁਹਾਡਾ ਟਾਈਮ ਨਹੀਂ ਲੱਗਦਾ ਤਾਂ ਤੁਸੀਂ ਉਹ ਤਾਂ ਸਿੱਧੇ ਫੈਕਟ ਹੀ ਯਾਦ ਕਰਦੇ ਹੁੰਦੇ, ਉਹ ਤੁਸੀਂ ਸਿੱਧੇ PDF ਤੋਂ ਵੀ ਕਰ ਸਕਦੇ ਹੋ, ਉਹਦੇ ਲਈ ਜ਼ਰੂਰੀ ਨਹੀਂ ਹੁੰਦਾ, ਠੀਕ ਆ। ਸੋ ਵੀਡੀਓ ਦਾ ਮਤਲਬ ਇਹੀ ਹੁੰਦਾ ਕਿ ਜੋ ਚੀਜ਼ ਤੁਹਾਨੂੰ ਕੋਈ ਬੋਲ ਕੇ ਸਮਝਾਵੇਗਾ ਉਹਦੇ ਨਾਲ ਤੁਹਾਡੇ ਜ਼ਿਆਦਾ ਸਮਝ 'ਚ ਆਏਗੀ ਤੇ ਕੁਝ ਐਕਸਟਰਾ ਫੈਕਟ ਕਵਰ ਹੋਣਗੇ ਜਿਹੜੇ ਕਿ ਤੁਹਾਨੂੰ ਲੱਗਣਗੇ ਕਿ ਹਾਂ ਪੇਪਰ ਦੇ ਪੁਆਇੰਟ ਆਫ ਵਿਊ ਨਾਲ ਇੰਪੋਰਟੈਂਟ ਨੇ, ਠੀਕ ਹੈ। ਆਰਟੀਕਲ, ਸਾਰੇ ਇੰਪੋਰਟੈਂਟ ਆਰਟੀਕਲ ਜਿਹੜੇ ਜ਼ਿਆਦਾਤਰ ਪੇਪਰ ਦੇ ਵਿੱਚ ਇੰਪੋਰਟੈਂਟ ਜੋ ਆਪਣੇ ਜ਼ਿਆਦਾਤਰ ਹੁੰਦੇ ਨੇ, ਠੀਕ ਹੈ ਜੀ, ਰਿਪੀਟ ਹੁੰਦੇ ਨੇ, ਉਹੀ ਕਰਾਵਾਂਗੇ ਆਪਾਂ, ਸਾਰੇ ਨਹੀਂ ਆਪਾਂ ਐਡ ਕਰਨੇ, ਕਿਉਂਕਿ ਸਾਰਿਆਂ ਲਈ ਮੈਂ ਤੁਹਾਨੂੰ ਲੂਸੈਂਟ ਦੀ ਬੁੱਕ ਦਿੱਤੀ ਹੋਈ ਹੈ ਇੱਕ, ਕਿ ਲੂਸੈਂਟ ਦੀ ਬੁੱਕ ਚਾਹੇ ਅਰੀਹੰਟ ਦੀ ਇੱਕ ਥਿਊਰੀ ਬੁੱਕ ਜ਼ਰੂਰ ਲੈ ਕੇ ਰੱਖੋ ਜੀ, ਚਾਹੇ ਲੂਸੈਂਟ ਰੱਖ ਲਓ ਚਾਹੇ ਅਰੀਹੰਟ ਰੱਖ ਲਓ, ਇਹ ਬੁੱਕ ਤੁਹਾਡੇ ਕੋਲ ਜ਼ਰੂਰ ਹੋਣੀ ਚਾਹੀਦੀ ਹੈ, ਚਾਹੇ ਤੁਸੀਂ ਕਿਸੇ ਵੀ ਸੋਰਸ ਨੂੰ ਫੋਲੋ ਕਰ ਰਹੇ ਹੋ, ਠੀਕ ਆ। ਸੋ ਇਹਨੂੰ ਤੁਸੀਂ ਆਪਦੇ ਕੋਲ ਜ਼ਰੂਰ ਰੱਖੋ, ਕਿਉਂਕਿ ਇਹਦੇ ਉੱਤੇ ਫੈਕਚੁਅਲ ਨੌਲੇਜ ਬਹੁਤ ਵਧੀਆ ਦਿੱਤੀ ਹੋਈ ਆ, ਜਿਹੜੀ ਕਿ ਤੁਹਾਡੇ ਮਤਲਬ ਕਿ ਪੇਪਰ ਦੇ ਆਖਰ ਦੇ ਉੱਤੇ ਵੀ ਜਦੋਂ ਤੁਸੀਂ ਤਿਆਰੀ ਲਈ ਜਾਓਗੇ, ਠੀਕ ਆ, ਉਹਦੇ ਵਿੱਚ ਤੁਸੀਂ ਹਾਈਲਾਈਟ ਕਰਕੇ ਰੱਖ ਸਕਦੇ ਹੋ ਤੇ ਆਖਰ ਦੇ ਉੱਤੇ ਤੁਸੀਂ ਪੇਪਰ ਦੇ ਜਾਣ ਤੋਂ ਪਹਿਲਾਂ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਯਾਦ ਕਰ ਸਕਦੇ ਹੋ, ਠੀਕ ਆ। ਸਟੈਟਿਕ GK ਦੇ ਬਹੁਤ ਵਧੀਆ ਫੈਕਟ ਦਿੱਤੇ ਹੋਏ ਨੇ, ਠੀਕ ਆ ਜੀ, ਲੂਸੈਂਟ ਤੇ ਅਰੀਹੰਟ ਦੇ ਆਖਰ ਦੇ ਉੱਤੇ ਤੁਸੀਂ ਦੇਖੋਗੇ। ਸੋ ਲੂਸੈਂਟ ਅਰੀਹੰਟ ਜ਼ਰੂਰ ਲੈਣੇ, ਉਹ 'ਚ ਸਾਰੇ ਸਬਜੈਕਟ ਤੁਹਾਡੇ ਕਵਰ ਹੋ ਜਾਣਗੇ, ਠੀਕ ਹੈ। 170 ਤੋਂ 200 ਰੁਪਏ ਦੇ ਵਿੱਚ ਆਏਗੀ, ਚਾਹੇ ਤੁਸੀਂ ਲੂਸੈਂਟ ਲੈ ਲਓ ਚਾਹੇ ਅਰੀਹੰਟ ਲੈ ਲਓ, ਇੱਕ ਲੈਣੀਆਂ, ਦੋਨੇ ਨਹੀਂ, ਠੀਕ ਆ, ਬੁੱਕਸ ਪਰਚੇਜ਼ ਕਰਨੀਆਂ ਹੈਗੀਆਂ ਤੁਸੀਂ, ਠੀਕ ਹੈ ਜੀ। ਸੋ ਇਹ ਜ਼ਰੂਰ ਲੈ ਲਿਓ, ਠੀਕ ਹੈ ਜੀ, ਬੁੱਕ। ਹੁਣ ਠੀਕ ਹੈ ਜੀ, ਸੋ ਇਹਦੇ ਨਾਲ ਹੀ 30 ਕਲਾਸਾਂ ਦੇ ਨਾਲ ਤੁਹਾਡੀ ਇੰਡੀਅਨ ਪੋਲਿਟੀ ਇਸ਼ੂ ਟੌਪਿਕ, ਚਾਹੇ ਤੁਸੀਂ PPSC ਦਾ ਪੇਪਰ ਦੇਣਾ, ਚਾਹੇ ਤੁਸੀਂ ਪੰਜਾਬ ਪੁਲਿਸ ਦਾ ਪੇਪਰ ਦੇਣਾ, ਚਾਹੇ ਤੁਸੀਂ PSSB ਦਾ ਪੇਪਰ ਦੇਣਾ, ਠੀਕ ਹੈ ਜੀ।
ਸੋ ਇਹ ਸਾਰਾ ਟੌਪਿਕ ਤੁਹਾਡੇ ਇਹਦੇ ਵਿੱਚ ਕਵਰ ਹੋ ਜਾਣਗੇ। ਕੋਈ ਪੰਜਾਬ PSSB ਤੇ PPSC ਦਾ ਤਾਂ ਕੋਈ ਵੀ ਕੁਐਸਚਨ ਮਤਲਬ ਕਿ ਪੂਰੀ ਕੋਸ਼ਿਸ਼ ਰਹੇਗੀ ਮੇਰੀ ਕਿ ਇੰਨੇ ਵਧੀਆ ਤਰੀਕੇ ਨਾਲ ਮੈਂ ਅਜੇ ਤੱਕ ਜਿੰਨੀਆਂ ਵੀ ਕਰਵਾਈਆਂ ਨੇ ਕਿ ਕੋਈ ਵੀ ਕੁਐਸਚਨ ਤੁਹਾਡਾ ਇਹਦੇ ਵਿੱਚੋਂ ਬਾਹਰ ਨਾ ਜਾਵੇ। ਸੋ ਇਹ ਚੰਗੀ ਤਰ੍ਹਾਂ ਕਰਨੀਆਂ ਨੇ, ਠੀਕ ਹੈ। 30 ਦੀਆਂ 30 ਕਲਾਸਾਂ। ਤੇ ਪੰਜਾਬ ਪੁਲਿਸ ਲਈ ਤੁਸੀਂ ਇੱਕ ਅਲੱਗ ਤੋਂ ਨਾ ਕੁਝ ਜੱਜਮੈਂਟਸ ਹੋਈਆਂ ਸੀਗੀਆਂ, ਮਤਲਬ ਜੱਜਮੈਂਟਸ ਦੇ ਉੱਤੇ ਬਹੁਤ ਕੁਐਸਚਨ ਬਣੇ ਹੋਏ ਸੀ। ਮੈਂ ਪੰਜਾਬ ਪੁਲਿਸ ਦਾ ਸਬ ਇੰਸਪੈਕਟਰ ਦੇ ਪੇਪਰ ਦੇਖੇ ਸੀਗੇ ਤਾਂ ਉਹਦੇ ਵਿੱਚ ਉਹਨਾਂ ਨੇ ਇਹ ਚੀਜ਼ਾਂ ਦਾ ਪੁੱਛੀਆਂ ਹੋਈਆਂ ਸੀ ਜਿਹੜੀਆਂ ਇੰਪੋਰਟੈਂਟ ਜੱਜਮੈਂਟਸ ਹੋਈਆਂ ਸੀ ਰੀਸੈਂਟਲੀ, ਜਾਣੀ ਕਿ ਜਿਹੜੀਆਂ ਕਿ ਬਹੁਤ ਹਿਸਟੋਰੀਕਲ, ਜਿੱਦਾਂ ਕਿ ਸੁਪਰੀਮ ਕੋਰਟ ਦੀ ਕੋਈ ਜੱਜਮੈਂਟ ਹੋ ਗਈ ਜਾਂ ਕੋਈ ਹਾਈ ਕੋਰਟ ਦੀ ਕੋਈ ਜੱਜਮੈਂਟ ਹੋ ਗਈ ਕਿਸੇ ਇਸ਼ੂ ਨਾਲ ਰਿਲੇਟਡ, ਉਹ ਜ਼ਰੂਰ ਤੁਸੀਂ ਅਲੱਗ ਤੋਂ ਕਰਨੀਆਂ ਨੇ, ਠੀਕ ਹੈ। ਉਹ ਕਿਸੇ ਬੁੱਕ ਦੇ ਵਿੱਚ ਮਿਲਣੀਆਂ ਤੁਹਾਨੂੰ ਥੋੜ੍ਹੀਆਂ ਜਿਹੀਆਂ ਔਖੀਆਂ ਹੋਣਗੀਆਂ। ਲక్ష్ਮੀਕਾਂਤ ਤੁਸੀਂ ਚੈੱਕ ਕਰ ਸਕਦੇ ਹੋ, ਸ਼ਾਇਦ ਉਹਦੇ ਵਿੱਚ ਤੁਹਾਨੂੰ ਮਿਲ ਜਾਣ। ਬਾਕੀ ਅਦਰਵਾਈਜ਼ ਤੁਹਾਨੂੰ ਉਹ ਨੈਟ ਤੋਂ ਹੀ ਇੰਪੋਰਟੈਂਟ ਜੱਜਮੈਂਟ ਸਰਚ ਮਾਰ ਕੇ ਕਰਨੀਆਂ ਪੈਣੀਆਂ ਨੇ, ਠੀਕ ਹੈ। ਪੰਜਾਬ ਪੁਲਿਸ ਲਈ, ਠੀਕ ਹੈ। PSSB ਤੇ PPSC ਲਈ ਤੁਸੀਂ ਸਿਰਫ ਇਹ ਕਰ ਸਕਦੇ ਹੋ, ਉਹਦੇ ਵਿੱਚ ਤੁਹਾਨੂੰ ਜ਼ਿਆਦਾ ਡੀਪਲੀ ਜਾਣ ਦੀ ਜ਼ਰੂਰਤ ਨਹੀਂ ਹੈਗੀ, ਠੀਕ ਹੈ। ਪੰਜਾਬ ਪੁਲਿਸ ਲਈ ਕਹਿ ਰਿਹਾ ਮੈਂ, ਠੀਕ ਹੈ, ਕਿਉਂਕਿ ਕੁਝ ਕੁਐਸਚਨ ਉਹਦੇ ਵਿੱਚ ਮੈਂ ਦੇਖੇ ਸੀ ਕਿ ਜੱਜਮੈਂਟਸ ਦੇ ਉੱਤੇ ਕੁਐਸਚਨ ਪੁੱਛੇ ਹੋਏ ਸੀ ਉਹਨਾਂ ਨੇ, ਪੰਜਾਬ ਪੁਲਿਸ ਨੇ, ਠੀਕ ਹੈ ਜੀ। ਸੋ ਇਹ ਤੁਸੀਂ ਕਰਦੇ ਆ, ਇਹਨਾਂ ਦੇ ਵਿੱਚੋਂ ਕੁਐਸਚਨ ਬਣਨਗੇ ਹੀ ਬਣਨਗੇ, ਚਾਹੇ PPSC ਆ, ਚਾਹੇ PSSB ਆ, ਚਾਹੇ ਪੰਜਾਬ ਪੁਲਿਸ ਆ। ਤੁਸੀਂ ਪ੍ਰੀਵੀਅਸ ਈਅਰ ਪੇਪਰ ਜਾ ਕੇ ਦੇਖ ਲਓ। ਸੋ ਪੋਲਿਟੀ ਤੁਹਾਡੀ ਸਾਰੀ ਆਪਣੇ ਇੱਥੋਂ ਕਵਰ ਹੋ ਜਾਏਗੀ। ਥਿਊਰੀ ਲਈ ਤੁਹਾਨੂੰ ਕੋਈ ਵੀ ਹੋਰ ਸੋਰਸ ਫੋਲੋ ਕਰਨ ਦੀ ਜ਼ਰੂਰਤ ਨਹੀਂ ਪਏਗੀ। ਬਸ MCQ ਲਈ ਮੈਂ ਤੁਹਾਨੂੰ ਜਿਵੇਂ ਹੀ ਇਹ ਖਤਮ ਹੋਏਗੀਆਂ, ਠੀਕ ਹੈ, ਕਲਾਸਾਂ, MCQ ਦੀ ਮੈਂ ਕੋਸ਼ਿਸ਼ ਕਰਾਂਗਾ ਕਿ ਤੁਹਾਡਾ ਕਿਸੇ ਪੇਪਰ ਆਉਣ ਤੋਂ ਪਹਿਲਾਂ ਉਹਦੀ ਤਿਆਰੀ ਕਰਵਾਈ ਜਾਵੇ, ਠੀਕ ਹੈ, MCQ ਦੀ। ਸੋ MCQ ਲਈ ਜੇਕਰ ਤੁਸੀਂ ਫੋਲੋ ਕਰਨਾ ਵੀ ਚਾਹੁੰਦੇ ਹੋ, ਠੀਕ ਹੈ, ਪੰਜਾਬ ਦੇ ਚਾਹੇ ਪ੍ਰੀਵੀਅਸ ਈਅਰ ਪੇਪਰ ਜੇਕਰ ਤੁਸੀਂ PPSC ਦੀ ਤਿਆਰੀ ਕਰਨੀ ਆ ਤਾਂ ਤੁਸੀਂ ਨਾ ਸਟੇਟ PCS ਦੀ ਕੋਈ ਵੀ ਬੁੱਕ ਲੈ ਲਓ ਜਿਹਦੇ ਵਿੱਚ ਕਿ ਸਟੇਟ PCS ਦੇ ਜੋ ਆਪਣੇ ਪ੍ਰੀਵੀਅਸ ਈਅਰ ਕੁਐਸਚਨ ਹੁੰਦੇ ਨੇ ਉਹਦੇ ਤੁਸੀਂ ਬੁੱਕਸ ਤੋਂ ਪ੍ਰੈਕਟਿਸ ਕਰ ਸਕਦੇ ਹੋ, ਜੋ ਆਪਣੇ MCQ ਨੇ, ਠੀਕ ਹੈ। ਥਿਊਰੀ ਆ ਤੁਹਾਡੀ ਸਾਰੀ ਇਹਦੇ ਚੋਂ ਕਵਰ ਹੋ ਜਾਏਗੀ, ਤੁਹਾਨੂੰ ਕੋਈ ਬੁੱਕ ਪੜ੍ਹਨ ਦੀ ਜ਼ਰੂਰਤ ਨਹੀਂ ਪੜੇਗੀ, ਠੀਕ ਹੈ ਜੀ। ਨੈਕਸਟ ਕਰਨਾ ਬਾਕੀ ਮੈਂ MCQ ਕਰਵਾਏ ਹੋਏ ਨੇ ਜਿਹੜੇ ਤੁਹਾਡੇ ਮਤਲਬ ਕਿ PSSB ਲਈ ਤਾਂ ਤੁਹਾਡੇ ਇਹਦੇ ਵਿੱਚੋਂ ਹੀ ਕਵਰ ਹੋ ਜਾਣਗੇ MCQ, ਠੀਕ ਆ। ਸੋ ਨਾਲ ਮੈਂ ਵਧੀਆ MCQ ਕਰਵਾ ਵੀ ਰਿਹਾ ਤੇ ਨਾਲ ਦੇ ਨਾਲ ਤੁਹਾਨੂੰ ਮੈਂ ਉਹਦੇ ਉੱਤੇ ਵੀ ਟੈਲੀਗ੍ਰਾਮ ਦੇ ਉੱਤੇ ਵੀ ਸ਼ੇਅਰ ਕਰ ਰਿਹਾ ਵਾਂ। ਹੁਣ ਆ ਗਏ ਜੀ ਆਪਾਂ ਪੰਜਾਬ ਹਿਸਟਰੀ ਤੇ ਕਲਚਰ ਤੇ। ਇਹ ਜੀ 20 ਨੰਬਰ ਦਾ ਆਊਗਾ ਪਹਿਲੀ ਗੱਲ ਤਾਂ, ਠੀਕ ਆ। 20 ਨੰਬਰ ਦਾ ਪੱਕਾ ਆਉਣਾ ਹੀ ਆਉਣਾ। ਤੇ ਉੱਪਰ ਜਿਹੜਾ 30 ਨੰਬਰ ਦਾ PSSB ਦੇ ਪੇਪਰਾਂ 'ਚ ਪੁੱਛਿਆ ਗਿਆ ਸੀ ਉਹਦੇ ਵਿੱਚ ਵੀ 2-3 ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲਣਗੇ, ਠੀਕ ਆ। ਸੋ 22-23 ਨੰਬਰ ਤੁਹਾਡੇ ਆਉਣਗੇ। ਇਹਦੇ ਵਿੱਚੋਂ ਤੁਸੀਂ ਆਰਾਮ ਦੇ ਨਾਲ 18-19 ਸਕੋਰ ਕਰ ਸਕਦੇ ਹੋ ਜੇਕਰ ਜਿਸ ਤਰ੍ਹਾਂ ਦੇ ਅਜੇ ਤੱਕ ਪਿਛਲੇ ਪੇਪਰਾਂ ਦੇ ਵਿੱਚ ਪੁੱਛੇ ਗਏ, ਠੀਕ ਹੈ। ਜੇਕਰ 22 ਕੁਐਸਚਨ ਵੀ ਆਪਾਂ ਮੰਨ ਕੇ ਚੱਲ ਗਏ ਤਾਂ ਤੁਸੀਂ ਆਰਾਮ ਨਾਲ 18-19 ਸਕੋਰ ਕਰ ਸਕਦੇ ਹੋ ਇਹਦੇ ਵਿੱਚ। ਸੋ ਇਹ ਤੁਹਾਡੇ ਪੱਕੇ ਨੰਬਰ ਹੋ ਜਾਣਗੇ। ਇਹਦੇ ਲਈ ਤੁਹਾਨੂੰ ਕੋਈ ਵੀ ਬੁੱਕ ਫੋਲੋ ਕਰਨ ਦੀ ਜ਼ਰੂਰਤ ਨਹੀਂ। ਹੁਣ ਦੇਖੋ ਜੀ, ਜੇਕਰ ਤੁਸੀਂ ਖੁਦ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਸਾਡਾ ਪੰਜਾਬ, ਮੈਂ ਤੁਹਾਨੂੰ ਬਾਰ-ਬਾਰ ਕਿਹਾ ਹੋਇਆ ਕਿ ਸਾਡਾ ਪੰਜਾਬ ਬੁੱਕ ਤੁਸੀਂ ਲੈ ਲਓ, ਪਰਚੇਜ਼ ਕਰ ਲਓ, ਠੀਕ ਆ ਜੀ। 500-600 ਰੁਪਏ ਦੀ ਬੁੱਕ ਆਏਗੀ, ਪੜ੍ਹ ਲਓ ਉਹਨੂੰ ਤੇ ਉਹਦੇ ਵਿੱਚੋਂ ਤੁਹਾਡਾ ਕਾਫੀ ਹੱਦ ਤੱਕ ਮਤਲਬ ਲਾ ਲਓ ਕਿ 80% ਤੁਹਾਡਾ ਪੰਜਾਬ GK, 80% 85% ਪੰਜਾਬ GK ਕਵਰ ਹੋ ਜਾਏਗੀ, ਠੀਕ ਆ। ਥੋੜ੍ਹੇ ਜਿਹੇ ਕੁਐਸਚਨ ਇੱਦਾਂ ਦੇ ਹੁੰਦੇ ਨੇ ਜਿਹੜੇ ਕਿ ਹੋਰ ਅਲੱਗ ਟੌਪਿਕ ਦੇ ਵਿੱਚੋਂ ਆ ਜਾਂਦੇ, ਕਿਸੇ ਹੋਰ ਦੇ ਵਿੱਚ, ਜਿੱਦਾਂ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਬੁੱਕ 'ਚੋਂ ਆ ਜਾਣਗੇ ਜਿਹੜੇ ਤੁਹਾਨੂੰ ਸਾਡਾ ਪੰਜਾਬ ਦੇ ਵਿੱਚ ਨਹੀਂ ਮਿਲਣਗੇ। ਸੋ ਦੇਖੋ ਜੀ, ਹੁਣ ਇਹਦੇ ਵਿੱਚ ਦੇਖ ਲਓ ਜੀ, ਮੈਂ ਐਡ ਕੀਤਾ ਹੋਇਆ, ਇਹ ਇੰਪੋਰਟੈਂਟ ਨੇ। ਕੰਪਲੀਟ 19 ਕਲਾਸਾਂ ਆਪਾਂ ਕਰ ਚੁੱਕੇ ਹਾਂ, 3 ਕਲਾਸਾਂ ਰਹਿੰਦੀਆਂ ਨੇ ਇਹਦੀਆਂ, 22 ਹੋ ਗਈਆਂ ਨੇ, ਠੀਕ ਆ। 22 ਹੋਣਗੀਆਂ ਟੋਟਲ ਕਲਾਸਾਂ। ਪਹਿਲੀ ਕਲਾਸ ਮੈਂ ਪੰਜਾਬ ਦਾ ਭੂਗੋਲ ਕੀਤਾ ਹੋਇਆ, ਆ ਮੈਂ ਨਾਲ ਲਿਖੇ ਹੋਇਆ ਜਿਹੜੇ PSSB ਨੇ ਅਲੱਗ ਤੋਂ ਟੌਪਿਕ ਮੈਂਸ਼ਨ ਕੀਤੇ ਹੋਏ ਨੇ। ਇਹਦੇ ਵਿੱਚ ਤੁਸੀਂ ਕੋਈ ਵੀ ਕਲਾਸ, ਕੋਈ ਵੀ ਫੈਕਟ ਨਹੀਂ ਛੱਡਣਾ, ਕਿਉਂਕਿ ਮੈਂ ਸਿਰਫ ਮਹੱਤਵਪੂਰਨ ਚੀਜ਼ਾਂ ਹੀ ਕਰਾਈਆਂ ਨੇ ਜਿਹੜੀਆਂ ਪੇਪਰ ਲਈ ਇੰਪੋਰਟੈਂਟ ਨੇ, ਠੀਕ ਹੈ। ਫਿਜ਼ੀਕਲ ਫੀਚਰ ਪੰਜਾਬ ਦਾ ਭੂਗੋਲ ਕਰਾਇਆ ਹੋਇਆ ਆਪਣਾ, ਪੰਜਾਬ ਦੀਆਂ ਨਦੀਆਂ ਕਰਾਇਆ ਹੋਇਆ, ਵੀ ਫਿਜ਼ੀਕਲ ਫੀਚਰ ਦੇ ਵਿੱਚ ਹੀ ਆ ਜਾਣਾ। ਪੰਜਾਬ ਦਾ ਮੱਧਕਾਲੀਨ ਇਤਿਹਾਸ ਵੀ ਮੈਂ ਥੋੜਾ ਜਿਹਾ ਕਰਵਾਇਆ ਹੋਇਆ ਵਾ ਤੁਹਾਨੂੰ, ਠੀਕ ਆ। ਸੋ ਜਿਹੜਾ ਇੰਪੋਰਟੈਂਟ ਬਣਦਾ ਬਸ ਉਹਦੇ ਵਿੱਚੋਂ ਕਵਰ ਹੋ ਜਾਏਗਾ ਤੁਹਾਡਾ। ਹੁਣ ਜੀ 14th ਸੈਂਚੁਰੀ ਔਨਵਰਡ ਪੰਜਾਬ ਦੀ ਹਿਸਟਰੀ, ਠੀਕ ਆ। ਗੁਰੂ ਸਾਹਿਬਾਨ ਦੀ ਜੋ ਆਪਣੀ ਜੀਵਨੀ ਦੇ ਉੱਤੇ ਸਿੱਖ ਧਰਮ ਦਾ ਇਤਿਹਾਸ, ਸਿੱਖ ਗੁਰੂ ਆਪਣਾ ਟੌਪਿਕ ਮੈਂਸ਼ਨ ਆ ਟੌਪਿਕ ਆ ਜਿਹੜੇ ਕਿ PSSB 'ਚ ਲਿਖੇ ਹੋਏ ਨੇ, ਉਹ ਮੈਂ ਤੁਹਾਨੂੰ ਨਾਲ ਦਿੱਤੇ ਹੋਏ ਕਿਉਂਕਿ ਬਹੁਤ ਬੱਚਿਆਂ ਨੂੰ ਕਨਫਿਊਜ਼ਨ ਹੋ ਰਹੀ ਸੀ ਕਿ ਸਾਨੂੰ ਪੰਜਾਬ GK ਦੇ ਵਿੱਚੋਂ ਟੌਪਿਕ ਨਹੀਂ ਪਤਾ ਲੱਗ ਰਹੇ। ਸੋ ਆ ਕੀਤੇ ਹੋਏ ਨੇ ਜੀ ਆਪਣੇ, ਕਲਾਸਾਂ ਦੇਖੋ ਜਾ ਕੇ ਤੁਸੀਂ, ਸਾਰੀਆਂ ਮਿਲ ਜਾਣਗੀਆਂ, ਸਾਰੀਆਂ ਪੰਜਾਬੀ ਦੇ ਵਿੱਚ ਕਰਵਾਈਆਂ ਹੋਈਆਂ ਨੇ, ਠੀਕ ਆ। ਸੋ ਇਹਦੇ ਵਿੱਚ ਨਾਲ ਆਪਾਂ ਇੰਗਲਿਸ਼ ਨਹੀਂ ਐਡ ਕੀਤੀ, ਸਿਰਫ ਆਪਾਂ ਪੰਜਾਬੀ 'ਚ ਕੀਤੀਆਂ ਕਿਉਂਕਿ ਇਹਦੇ ਵਿੱਚ ਕੋਈ ਜ਼ਿਆਦਾ ਇਹੋ ਜਿਹਾ ਨਹੀਂ ਸੀ, ਵਰਡ ਨਹੀਂ ਸੀ ਵੀ ਆਪਾਂ ਇੰਗਲਿਸ਼ ਦੇ ਵਿੱਚ ਹੀ ਯਾਦ ਕਰਨਾ ਆ। ਜਿੱਦਾਂ ਕਿ ਪੋਲਿਟੀ ਦੇ ਵਿੱਚ ਕੁਝ ਵਰਡ ਹੁੰਦੇ ਨੇ ਕਿ ਆਪਾਂ ਇੰਗਲਿਸ਼ ਦੇ ਵਿੱਚ ਯਾਦ ਕਰਾਂਗੇ ਤਾਂ ਜ਼ਿਆਦਾ ਵਧੀਆ ਤਰੀਕੇ ਨਾਲ ਯਾਦ ਹੋਣਗੇ ਪੰਜਾਬੀ ਦੇ ਤੌਰ ਤੇ, ਠੀਕ ਹੈ। ਸੋ 5 ਨੰਬਰ ਕਲਾਸ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ, ਮਹੱਤਵਪੂਰਨ ਲੜਾਈਆਂ। ਕਲਾਸ ਨੰਬਰ 6 'ਚ ਸਿੱਖ ਧਰਮ ਦੇ ਇਤਿਹਾਸ ਦੇ ਕੁਝ ਮਹੱਤਵਪੂਰਨ MCQ ਜਿਹੜੇ ਹੋ ਗਏ, ਬੰਦਾ ਸਿੰਘ ਬਹਾਦਰ, ਦਲ ਖਾਲਸਾ, ਸਿੱਖ ਮਿਸਲਾਂ, ਇਹ ਵੀ ਨਾਲ ਆਪਾਂ ਕਰਵਾਏ ਹੋਏ ਨੇ, ਠੀਕ ਆ। ਹੁਣ ਜੀ ਸਿੱਖ ਰੂਲਰ ਆ ਗਏ। ਸਿੱਖ ਰੂਲਰ ਹੋ ਗਏ ਮਹਾਰਾਜਾ ਰਣਜੀਤ ਸਿੰਘ। ਬਹੁਤ ਸਾਰੇ ਬੱਚੇ ਆ ਜੋ ਨਵੀਂ ਤਿਆਰੀ ਕਰਨ ਲੱਗੇ ਉਹਨਾਂ ਨੂੰ ਥੋੜੀ ਜਿਹੀ ਕਨਫਿਊਜ਼ਨ ਹੁੰਦੀ ਆ। ਸਿੱਖ ਰੂਲਰ ਹੋ ਗਏ। ਐਂਗਲੋ ਸਿੱਖ ਯੁੱਧ ਹੋਇਆ ਸੀ ਮਹਾਰਾਜ, ਇਹ ਸਾਰੇ ਆਪਾਂ ਡਿਟੇਲ 'ਚ ਕੀਤੇ ਹੋਇਆ, ਤੁਹਾਨੂੰ ਕੋਈ ਬੁੱਕ ਪੜ੍ਹਨ ਦੀ ਜ਼ਰੂਰਤ ਨਹੀਂ, ਆਪਣਾ ਸਾਰਾ ਡਾਟਾ ਇਹਦੇ ਵਿੱਚ ਆਪਾਂ ਕਵਰ ਕੀਤਾ ਹੋਇਆ ਵਾ, ਠੀਕ ਹੈ ਜੀ। ਸੋ ਤੁਸੀਂ ਪੰਜਾਬ ਦੇ ਪਿਛਲੇ ਪੇਪਰ ਦੇਖ ਸਕਦੇ ਹੋ ਕਿ ਪੰਜਾਬ GK ਦੇ ਕਿੰਨੇ ਕੁਐਸਚਨ ਆਪਣੀਆਂ ਕਲਾਸਾਂ 'ਚੋਂ ਕਵਰ ਹੋ ਰਹੇ ਨੇ, ਉਹਦੇ ਅਕੋਰਡਿੰਗ ਹੀ ਤੁਸੀਂ ਚੱਲਣਾ ਵਾ, ਠੀਕ ਆ। ਅਲੱਗ ਤੋਂ ਆਪਣਾ ਦਿਮਾਗ ਨਹੀਂ ਲਗਾਉਣਾਗਾ, ਅਲੱਗ ਤੋਂ ਕੋਈ ਇਹੋ ਜਿਹਾ ਡਾਟਾ ਨਹੀਂ ਪੜ੍ਹਨ ਬੈਠ ਜਾਣਾ, ਕਿਉਂਕਿ ਤੁਸੀਂ ਹੋਰ ਵੀ ਬਹੁਤ ਸਬਜੈਕਟ ਕਰਨੇ ਨੇ। ਪੰਜਾਬ 'ਚ ਸਮਾਜਿਕ ਤੇ ਧਾਰਮਿਕ ਲਹਿਰਾਂ, ਭਗਤੀ ਮੂਵਮੈਂਟ ਜਿਹੜੀਆਂ ਹੋ ਗਈਆਂ, ਠੀਕ ਆ। ਸੋ ਇਹਦੇ ਵਿੱਚੋਂ ਵੀ ਆਏਗਾ, ਇਹਦੇ ਵਿੱਚੋਂ ਕੁਐਸਚਨ ਬਹੁਤ ਪੁੱਛੇ ਜਾਂਦੇ ਨੇ ਸਮਾਜਿਕ ਤੇ ਧਾਰਮਿਕ ਲਹਿਰਾਂ 'ਚੋਂ, ਆਪਾਂ ਕਰਵਾਇਆ ਹੋਇਆ ਵਾ। ਕਲਾਸ ਹੁਣ ਪੰਜਾਬ ਦਾ ਸਾਹਿਤ ਤੇ ਮਹੱਤਵਪੂਰਨ ਅਵਾਰਡ, ਲਿਟਰੇਚਰ ਪੰਜਾਬ ਦਾ ਇਹਦੇ ਵਿੱਚ ਕਵਰ ਹੋ ਜਾਏਗਾ ਤੁਹਾਡਾ। ਪੰਜਾਬ 1947 ਤੋਂ ਲਿਆ ਕੇ 66 ਤੱਕ, ਪੰਜਾਬ ਦੀ ਵੰਡ, ਪੈਪਸੂ 1966 'ਚ ਪੰਜਾਬ ਕ੍ਰੀਏਟ ਹੋਇਆ ਸੀ, ਪੰਜਾਬੀ ਸੂਬਾ, ਇਹ ਵੀ ਤੁਹਾਡਾ ਸਾਰਾ ਪੰਜਾਬ 'ਚ ਕਵਰ ਹੋ ਗਿਆ ਜੀ।
ਪੰਜਾਬ ਦੇ ਸ਼ਹੀਦ ਜੀ 'ਚ ਫਰੀਡਮ ਮੂਵਮੈਂਟ ਪੰਜਾਬ ਦੇ ਵਿੱਚ ਜਿਹੜੀਆਂ ਚੱਲੀਆਂ ਸੀ ਉਹ ਵੀ ਸਾਰਾ ਤੁਹਾਡਾ ਇਹਦੇ 'ਚ ਕਵਰ ਹੋ ਜਾਏਗਾ। ਪੰਜਾਬ ਦੇ ਮੇਲੇ ਤੇ ਤਿਉਹਾਰ, ਸੋਸ਼ਲ ਐਂਡ ਰਿਲੀਜੀਅਸ ਲਾਈਫ ਆਫ ਪੰਜਾਬ ਲਿਖਿਆ ਹੋਇਆ ਨਾ ਇੱਕ ਟੌਪਿਕ ਦੇ ਵਿੱਚ, ਬੱਚਿਆਂ ਨੂੰ ਇਹੀ ਕਨਫਿਊਜ਼ਨ ਹੋ ਰਹੀ ਸੀ ਇਹ 'ਚ ਕੀ ਆ। ਸੋਸ਼ਲ ਹੁੰਦੀ ਆ ਜੀ, ਜਿਵੇਂ ਤੁਸੀਂ ਲਗਾ ਲਓ ਕਿ ਆਪਣੀ ਸਮਾਜਿਕ ਜੀਵਨ, ਸਮਾਜਿਕ ਤੌਰ ਦੇ ਉੱਤੇ ਆਪਾਂ ਕੀ ਕਰਦੇ ਹਾਂ, ਆਪਾਂ ਮੇਲਿਆਂ ਦੇ ਉੱਤੇ ਜਾਂਦੇ ਹਾਂ, ਕੋਈ ਆਪਾਂ ਤਿਉਹਾਰ ਮਨਾਉਂਦੇ ਹਾਂ, ਉਹੀ ਸੋਸ਼ਲ ਲਾਈਫ ਹੁੰਦੀ ਆ, ਠੀਕ ਆ। ਸੋ ਰਿਲੀਜੀਅਸ ਲਾਈਫ ਕਿਹੜੀ ਹੁੰਦੀ ਆ, ਧਾਰਮਿਕ ਲਾਈਫ ਕਿੱਦਾਂ ਦੀ ਹੁੰਦੀ ਆ ਆਪਣੀ, ਜਿੱਦਾਂ ਕਿ ਆਪਾਂ ਮੰਦਿਰਾਂ ਦੇ ਵਿੱਚ ਜਾਂਦੇ ਹਾਂ, ਗੁਰਦੁਆਰਿਆਂ ਦੇ ਵਿੱਚ ਜਾਂਦੇ ਹਾਂ, ਠੀਕ ਆ। ਸੋ ਮਸਜਿਦਾਂ ਦੇ ਵਿੱਚ ਜਾਂਦੇ ਹਾਂ, ਸੋ ਇਹ ਆਪਣੀ ਰਿਲੀਜੀਅਸ ਲਾਈਫ ਹੋਗੀ ਕਿ ਹਾਂ ਆਪਣੇ ਕਿਹੜੇ ਆਪਾਂ ਫੋਲੋ ਕਰਦੇ ਹਾਂ, ਠੀਕ ਹੈ ਜੀ। ਸੋ ਨੈਕਸਟ ਆ ਗਿਆ ਜੀ ਪੰਜਾਬ ਦੇ ਲੋਕ ਗੀਤ ਤੇ ਲੋਕ ਨਾਚ ਤੇ ਪ੍ਰੇਮ ਪ੍ਰਸੰਗ, ਜਿੱਦਾਂ ਕਿ ਹੀਰ ਰਾਂਝਾ ਹੋ ਗਿਆ, ਠੀਕ ਆ, ਸੱਸੀ ਪੁੰਨੂ ਹੋ ਗਿਆ, ਮਿਰਜ਼ਾ ਸਾਹਿਬਾ, ਇਹ ਸਾਰਾ ਮੈਂ ਤੁਹਾਨੂੰ ਡਿਟੇਲ 'ਚ ਹੋਇਆ ਵਾ, ਜਿਹੜਾ ਮੈਂ ਬਲੂ ਕੀਤਾ ਹੋਇਆ, ਯੈਲੋ ਆਪਣਾ ਕੀਤਾ ਹੋਇਆ, ਠੀਕ ਆ, ਇਹ ਸਾਰਾ ਮੇਰਾ ਕਰਵਾਇਆ ਹੋਇਆ ਵਾ ਤੁਹਾਨੂੰ। ਸੋਸ਼ਲ ਲਾਈਫ ਪੰਜਾਬ ਦੀ, ਸੂਫੀਜ਼ਮ ਮੇਰਾ ਕਰਵਾਇਆ ਹੋਇਆ। ਸੂਫੀਜ਼ਮ ਇਹ ਥੋੜਾ ਜਿਹਾ ਮਤਲਬ ਕਿ ਇਹੋ ਜਿਹਾ ਟੌਪਿਕ ਸੀ ਜਿਹੜਾ ਕਿ ਲੱਭਣਾ ਥੋੜਾ ਜਿਹਾ ਮੁਸ਼ਕਿਲ ਸੀ, ਉਹ ਮੈਂ ਕੋਸ਼ਿਸ਼ ਕੀਤੀ ਆ ਕਿ ਇਹ ਕਰਵਾ ਲਾਂ। ਬਾਕੀ ਜੇਕਰ ਤੁਹਾਨੂੰ ਸੂਫੀਜ਼ਮ ਕਿਤੋਂ ਹੋਰ ਵੀ ਮਿਲਦਾ ਵਾ, ਠੀਕ ਆ, ਪੜ੍ਹਨ ਨੂੰ, ਉੱਥੋਂ ਵੀ ਜ਼ਰੂਰ ਕਰ ਲਓ, ਠੀਕ ਆ। ਇਹ ਮੈਂ ਕੋਸ਼ਿਸ਼ ਕੀਤੀ ਆ, ਮਤਲਬ ਮੈਂ ਇਹਨੂੰ ਇਹ ਨਹੀਂ ਕਹਾਂਗਾ ਕਿ ਮੈਂ ਤੁਹਾਨੂੰ ਕੰਪਲੀਟ ਸੂਫੀਜ਼ਮ ਕਰਵਾਤਾ ਹੋਇਆ, ਇਹ ਚੀਜ਼ ਯਾਦ ਰੱਖਣੀ ਆ। ਜੇ ਤੁਹਾਨੂੰ ਕਿਤੋਂ ਹੋਰ ਵੀ ਮਿਲ ਰਿਹਾ, ਇੱਕ ਨਾ ਆਪਣੇ ਪੋਜ਼ਿਟਿਵ ਵਾਈਬਸ ਪੰਜਾਬ ਚੈਨਲ ਦੇ ਉੱਤੇ ਵੀ ਸਰ ਨੇ ਕਰਵਾਇਆ ਹੋਇਆ ਵਾ ਸੂਫੀਜ਼ਮ, ਉਹ ਵੀ ਤੁਸੀਂ ਨਾਲ ਲੈਕਚਰ ਜ਼ਰੂਰ ਦੇਖ ਲਿਓ ਇੱਕ ਵਾਰ ਜਾ ਕੇ, ਠੀਕ ਆ। ਸੋ ਉਹਨਾਂ ਨੇ ਸੂਫੀਜ਼ਮ ਦੇ ਉੱਤੇ 1-2 ਵੀਡੀਓ ਹੁਣੇ ਰੀਸੈਂਟਲੀ ਪਾਈਆਂ ਸੀ, ਤੁਸੀਂ ਦੇਖ ਸਕਦੇ ਹੋ, ਕਿਉਂਕਿ ਇਹਦੇ ਵਿੱਚ ਲਗਭਗ ਤੁਸੀਂ ਦੇਖੋਗੇ ਕਿ ਜੋ ਕਲਰਕ ਦਾ ਐਗਜ਼ਾਮ ਹੋਇਆ ਸੀ ਉਹਦੇ ਵਿੱਚ 2 ਤੋਂ 4 ਕੁਐਸਚਨ ਪੁੱਛੇ ਗਏ ਸੀ ਇਕੱਲੇ ਸੂਫੀਜ਼ਮ ਦੇ ਉੱਤੇ ਹੀ। ਸੋ ਮੈਂ ਕੋਸ਼ਿਸ਼ ਕੀਤੀ ਆ ਜਿੰਨਾ ਮੇਰੇ ਤੋਂ ਕਵਰ ਹੋ ਸਕਿਆ, ਮੈਨੂੰ ਡਾਟਾ ਮਿਲਿਆ ਉਹ ਮੈਂ ਕਰਵਾ ਦਿੱਤਾ ਵਾ ਤੁਹਾਨੂੰ। ਬਾਕੀ ਤੁਹਾਨੂੰ ਥੋੜੀ ਜਿਹੀ ਮਿਹਨਤ, ਕੋਈ ਹੋਰ YouTube ਚੈਨਲ ਦੇ ਉੱਤੇ ਸੂਫੀਜ਼ਮ ਕਰਵਾ ਰਿਹਾ, ਉਹ ਕੋਸ਼ਿਸ਼ ਕਰੋਗੇ ਉਹ ਵੀ ਕਵਰ ਕਰ ਲਓ, ਠੀਕ ਹੈ ਜੀ। ਸੋ ਬਾਕੀ 2-3 ਕੁਐਸਚਨ ਇਦਾਂ ਦੇ ਹੋਣਗੇ ਜਿਹੜੇ ਕਿ ਇਹੋ ਜਿਹੇ ਆਉਂਦੇ ਵੀ ਹੁੰਦੇ ਨੇ, ਜਿਹੜੇ ਕਿ ਅਗਰ ਆਪਾਂ ਨਹੀਂ ਪੜ੍ਹੇ ਹੋਏ ਉਹ ਆਪਾਂ ਨੂੰ ਛੱਡਣੇ ਹੀ ਪੈਂਦੇ ਨੇ, ਪਰ ਤੁਸੀਂ ਕੋਸ਼ਿਸ਼ ਕਰੋ, ਜੇਕਰ ਤੁਹਾਨੂੰ ਇਹਦਾ ਡਾਟਾ ਮਿਲਦਾ ਵਾ ਤਾਂ ਜ਼ਰੂਰ ਕਰ ਲਓ। ਪੰਜਾਬ ਦੇ ਮਿਊਜ਼ੀਅਮ ਤੇ ਆਰਕੀਓਲੋਜੀਕਲ ਸਾਈਟਸ ਸਾਰਾ ਆਪਾਂ ਡਿਟੇਲ 'ਚ ਕਵਰ ਕੀਤਾ ਹੋਇਆ, ਠੀਕ ਆ। ਆਉਣਗੇ ਇਹ ਨਾ ਸਮਝਿਓ ਕਿ ਉਹਦੇ ਵਿੱਚ ਨਹੀਂ ਲਿਖੇ ਹੋਏਗੇ। ਸੋ ਅੱਗੇ ਵੀ ਤੁਸੀਂ ਪਿਛਲੇ ਪੇਪਰਾਂ ਦੇ ਵਿੱਚ ਦੇਖ ਲਓ, ਉਹਦੇ ਵਿੱਚ ਪੂਰੀ ਤਰ੍ਹਾਂ ਡਿਟੇਲ ਦੇ ਵਿੱਚ ਸਿਲੇਬਸ ਨਹੀਂ ਦਿੱਤਾ ਹੁੰਦਾ, ਪਰ ਇਹ ਕੁਐਸਚਨ ਆਉਂਦੇ ਨੇ ਮਿਊਜ਼ੀਅਮ ਦੇ ਉੱਤੇ, ਆਰਕੀਓਲੋਜੀਕਲ ਸਾਈਟਸ ਦੇ ਉੱਤੇ, ਠੀਕ ਆ, ਪੰਜਾਬ ਦੇ। ਸੋ ਪੰਜਾਬ ਦੇ ਕਿਲੇ, ਪੈਲਸ, ਇਹ ਵੀ ਮੈਂ ਤੁਹਾਨੂੰ ਕਰਵਾਏ ਹੋਏ, ਇਹ ਵੀ ਕੁਐਸਚਨ ਬਣਦੇ ਨੇ। ਇਹ ਚੀਜ਼ ਨਹੀਂ ਸੋਚਣੀ ਕਿ ਜਿਹੜੀ ਚੀਜ਼ ਉਹਦੇ ਉੱਤੇ ਲਿਖੀ ਹੋਈ ਆ, ਕਿ ਆਹ ਲਿਖੀ ਹੋਈ ਆ ਫਰੀडम ਮੂਵਮੈਂਟ ਔਰ ਇਨ ਪੰਜਾਬ ਸੋਸ਼ਲ ਰਿਲੀਜੀਅਸ ਲਾਈਫ, ਤਾਂ ਹੀ ਆਉਣਗੇ, ਜ਼ਰੂਰੀ ਨਹੀਂਗਾ, ਠੀਕ ਆ ਜੀ। ਸੋ ਇਹ ਪਹਿਲਾਂ ਵੀ ਬਣਦੇ ਰਹੇ ਨੇ, ਬਿਨਾਂ ਲਿਖੇ ਹੋਏ ਬਣਦੇ ਨੇ, ਅੱਗੇ ਵੀ ਉਹਨਾਂ ਦੇ ਸਿਲੇਬਸ ਦੇ ਵਿੱਚ ਕਿਤੇ ਵੀ ਇਹ ਚੀਜ਼ ਮੈਂਸ਼ਨ ਨਹੀਂ ਹੁੰਦੀ ਕਿ ਪੰਜਾਬ ਦੇ ਕਿਲਿਆਂ ਬਾਰੇ ਲਿਖਿਆ ਹੋਊਗਾ ਜਾਂ ਫੋਰਟਸ ਬਾਰੇ, ਪੈਲਸ ਬਾਰੇ ਲਿਖਿਆ ਹੋਊਗਾ, ਪਰ ਫਿਰ ਵੀ ਉਹ ਕੁਐਸਚਨ ਆਉਂਦੇ ਨੇ, ਠੀਕ ਆ। ਸੋ ਇਹ ਚੀਜ਼ ਦੇ ਉੱਤੇ ਕਦੇ ਵੀ ਤੁਸੀਂ ਕਨਫਿਊਜ਼ ਨਹੀਂ ਹੋਣਾ। ਬੱਚਾ ਕਈ ਵਾਰ ਇਦਾਂ ਕਰਦਾ ਕਿ ਜੋ ਕਿ ਨਵਾਂ ਤਿਆਰੀ ਕਰਨ ਲੱਗਦਾ ਕਿ ਜਿਹੜੀ ਚੀਜ਼ ਲਿਖੀ ਆ ਉਹੀ ਮੈਂ ਪੜ੍ਹਨੀ ਆ, ਠੀਕ ਆ। ਸੋ ਜਸਟ ਇੱਕ ਟੈਂਟੇਟਿਵ ਉਹਨਾਂ ਨੇ ਦਿੱਤਾ ਹੁੰਦਾ ਵੀ ਹਾਂ ਇਹ ਵਾਲੇ ਤੁਸੀਂ ਇਹਨਾਂ ਦੇ ਵਿੱਚੋਂ ਆ ਸਕਦਾ, ਬਾਕੀ ਹੋਰ ਵੀ ਜਿਹੜੇ ਇੰਪੋਰਟੈਂਟ ਬਣਦਾ ਪੰਜਾਬ ਹਿਸਟਰੀ ਕਲਚਰ ਚੋਂ, ਉਹ ਕੁਐਸਚਨ ਬਣਦੇ ਹੁੰਦੇ ਨੇ। ਹੁਣ ਪੰਜਾਬ ਦੇ ਮਹੱਤਵਪੂਰਨ ਫੈਕਟ ਮੈਂ ਤੁਹਾਨੂੰ ਕਰਵਾਇਆ ਹੋਇਆ 2011 ਦਾ ਸੈਂਸਸ ਡਾਟਾ। ਸੋ 19 ਕਲਾਸਾਂ ਆਪਾਂ ਟੋਟਲ ਕਰ ਚੁੱਕੇ ਹਾਂ, ਠੀਕ ਆ ਜੀ। ਸੋ ਆਹ ਥੋੜੀ ਜਿਹੀ ਨੰਬਰਿੰਗ ਗਲਤ ਹੋ ਗਈ, ਠੀਕ ਆ ਜੀ। ਸੋ ਆਹ ਆਪਣਾ 20ਵੀਂ ਕਲਾਸ ਹੋਊਗੀ, ਜਿਹੜੇ ਆਪਣੇ ਔਰਨਾਮੈਂਟ ਤੇ ਇੰਸਟਰੂਮੈਂਟ, ਠੀਕ ਆ, ਇਹਦੇ ਵਿੱਚੋਂ ਵੀ ਇੱਕ ਅੱਧਾ ਕੁਐਸਚਨ ਬਣ ਜਾਂਦਾ ਵਾ। ਇਹ ਮੈਂ ਤੁਹਾਨੂੰ ਅਗਲੀ ਕਲਾਸ 'ਚ ਕਵਰ ਕਰਾਂਗਾ। ਪੰਜਾਬ ਦੇ ਵਿੱਚ ਪ੍ਰਸਿੱਧ ਧਾਰਮਿਕ ਸਥਾਨ, ਗੁਰਦੁਆਰਾ ਸਾਹਿਬ ਹੋ ਗਏ, ਮੰਦਿਰ ਹੋ ਗਏ, ਮਸਜਿਦ ਹੋ ਗਏ, ਠੀਕ ਆ। ਸੋ ਇਹ ਵੀ ਮੈਂ ਤੁਹਾਨੂੰ ਇੱਕ ਕਲਾਸ 'ਚ ਕਵਰ ਕਰਵਾਊਂਗਾ। ਤੇ ਪੰਜਾਬ ਦੀਆਂ ਮਹੱਤਵਪੂਰਨ ਸ਼ਖਸੀਅਤਾਂ, ਠੀਕ ਆ, ਮੰਨ ਲਓ ਕੋਈ ਸ਼ਖਸੀਅਤ ਇੱਦਾਂ ਜਿਹੜੀ ਕਿ ਆਰਟ ਦੇ ਨਾਲ ਰਿਲੇਟਡ ਹੈ, ਜਿਹੜੀ ਕਿ ਆਪਣੀ ਸ਼ਾਇਦ ਕਵਰ ਨਾ ਹੋਈ ਹੋਵੇ, ਕੋਈ ਵੀ ਇੱਦਾਂ ਦੀ ਸ਼ਖਸੀਅਤ ਜਿਹੜੀ ਕਿ ਇੰਪੋਰਟੈਂਟ ਮਹੱਤਵਪੂਰਨ ਬਣਦੀ ਆ, ਉਹ ਆਪਾਂ ਇੱਕ ਕਲਾਸ ਦੇ ਵਿੱਚ ਕੰਪਲੀਟ ਕਰ ਲਾਂਗੇ, ਜਿਹਦੇ ਵਿੱਚੋਂ ਕਿ ਪਿਛਲੇ ਰੀਸੈਂਟਲੀ ਪੇਪਰ ਬਣੇ ਨੇ ਉਹੋ ਜਿਹੇ ਕੁਐਸਚਨ, ਠੀਕ ਆ ਜੀ। ਸੋ ਇਹ ਆਪਣੇ ਹੋ ਜਾਏਗੀ। ਸੋ ਇਸ ਤੋਂ ਬਾਅਦ ਆਪਣੀਆਂ ਇਹ 21 ਕਲਾਸਾਂ ਤੋਂ ਬਾਅਦ, ਠੀਕ ਆ, 22 ਕਲਾਸਾਂ ਨੇ ਟੋਟਲ, ਸੌਰੀ ਇਹਦੇ ਵਿੱਚ ਥੋੜੀ ਜਿਹੀ ਨੰਬਰਿੰਗ ਗਲਤ ਹੋਈ ਆ। ਸੋ ਟੋਟਲ 22 ਕਲਾਸਾਂ ਦੇ ਵਿੱਚ ਆਪਣੀ ਪੰਜਾਬ ਜੀਕੇ, ਪੰਜਾਬ ਹਿਸਟਰੀ ਐਂਡ ਕਲਚਰ 22 ਤੋਂ 23 ਨੰਬਰ ਦਾ ਤੁਹਾਡਾ ਪੂਰਾ ਕੰਪਲੀਟ ਹੋ ਜਾਏਗਾ, ਠੀਕ ਆ। ਸੋ ਤੁਹਾਨੂੰ ਹੋਰ ਕੁਝ ਵੀ ਪੜ੍ਹਨ ਦੀ ਜ਼ਰੂਰਤ ਨਹੀਂ। ਜੇਕਰ ਤੁਸੀਂ ਸਾਡਾ ਪੰਜਾਬ ਕਰ ਰਹੇ ਹੋ ਤਾਂ ਤੁਹਾਨੂੰ ਆਪਣੀਆਂ ਕਲਾਸਾਂ ਦੇਖਣ ਦੀ ਜ਼ਰੂਰਤ ਨਹੀਂ। ਸੋ ਮੈਂ ਬਾਰ-ਬਾਰ ਇਹ ਗੱਲ ਕਰਾਂ, ਇੱਕ ਸੋਰਸ ਫੋਲੋ ਕਰ ਲਓ, ਚਾਹੇ ਤਾਂ ਮੇਰੀਆਂ ਕਲਾਸਾਂ ਦੇਖ ਲਓ, ਠੀਕ ਆ, ਸਾਰੀਆਂ ਪੰਜਾਬ ਜੀਕੇ ਦੀਆਂ। ਤੁਹਾਨੂੰ ਫਿਰ ਸਾਡਾ ਪੰਜਾਬ ਨਾ ਪੜ੍ਹਿਓ, ਸਰ ਜੂਗਾ, ਕੋਈ ਦਿੱਕਤ ਵਾਲੀ ਗੱਲ ਨਹੀਂ। ਜੇ ਕੋਈ ਟੌਪਿਕ ਤੁਹਾਨੂੰ ਲੱਗਦਾ ਕਿ ਹਾਂ ਮੈਂ ਨਹੀਂ ਕਰਵਾਇਆ, ਤੇ ਤੁਹਾਨੂੰ ਲੱਗਦਾ ਕਿ ਤੁਹਾਡੇ ਕੋਲ ਟਾਈਮ ਬਚਦਾ ਪਿਆ ਤੇ ਤੁਸੀਂ ਕਰਨਾ ਚਾਹੀਦਾ ਤੁਹਾਨੂੰ, ਤਾਂ ਤੁਸੀਂ ਕਰ ਸਕਦੇ ਹੋ। ਮੈਂ ਆਪਣੇ ਵੱਲੋਂ ਪੂਰੀ ਪੰਜਾਬ ਜੀਕੇ ਇਹ 22 ਕਲਾਸਾਂ ਦੇ ਵਿੱਚ ਕੰਪਲੀਟ ਕਰਵਾ ਦੂੰਗਾ। ਸੋ ਤੁਸੀਂ ਅਲੱਗ ਤੋਂ ਨਹੀਂ ਕਰਨਾ ਹੈਗਾ, ਠੀਕ ਆ। ਸੋ ਸਾਡਾ ਇੱਦਾਂ ਨਾ ਹੋਵੇ ਕਿ ਤੁਸੀਂ ਇਹ ਵੀ ਪੜ੍ਹ ਰਹੇ ਹੋ ਤੇ ਉੱਥੋਂ ਵੀ ਪੜ੍ਹ ਰਹੇ ਹੋ, ਉਹਦੇ ਨਾਲ ਫਿਰ ਇਸ ਤਰ੍ਹਾਂ ਹੋ ਜਾਂਦਾ। ਵੈਸੇ ਇਦਾਂ ਨਹੀਂ ਹੁੰਦਾ ਕਿ ਕੋਈ ਦਿੱਕਤ ਹੋਏਗੀ, ਸੋ ਰਿਵੀਜ਼ਨ ਹੀ ਹੋਏਗੀ, ਪਰ ਉਹਦੇ ਨਾਲ ਤੁਹਾਡਾ ਸਮਾਂ ਬਹੁਤ ਵਿਅਰਥ ਹੋਏਗਾ, ਠੀਕ ਹੈ। ਸਮਾਂ ਨਹੀਂ ਆਪਾਂ ਵੇਸਟ ਕਰਨਾ। ਉਹਦੇ ਨਾਲ ਚੰਗਾ ਜੇਕਰ ਤੁਸੀਂ ਮੰਨ ਲਓ ਥਿਊਰੀ ਮੇਰੇ ਤੋਂ ਕਰ ਲਈ ਹੋਈ ਆ, ਤੁਸੀਂ MCQ ਲਗਾ ਲਓ ਕਿਤੋਂ ਹੋਰ, ਕੋਈ ਵੀ ਬੁੱਕ ਦੇਖ ਲਓ, ਜਾਂ ਪੰਜਾਬ ਦੇ ਪ੍ਰੀਵੀਅਸ ਈਅਰ MCQ ਮੇਰੇ ਕਰਵਾਏ ਹੋਏ ਨੇ ਸਾਰੇ, ਜਿੰਨੇ ਵੀ ਪੰਜਾਬ ਜੀਕੇ ਦੇ ਬਣੇ ਨੇ ਅਜੇ ਤੱਕ, ਠੀਕ ਹੈ, 2021 ਦੇ ਪੇਪਰਾਂ 'ਚ, ਉਹ ਸਾਰੇ ਲਾ ਲਓ। ਉਹਦੇ ਨਾਲ ਤੁਹਾਨੂੰ ਇੱਕ ਆਈਡੀਆ ਹੋ ਜਾਊਗਾ ਕਿ ਹਾਂ ਤੁਹਾਨੂੰ ਇਸ ਤਰ੍ਹਾਂ ਲੱਗੂਗਾ ਹਾਂ ਅਸੀਂ ਸੇਫ ਹਾਂ। ਜੇਕਰ ਤੁਹਾਨੂੰ ਉਹਦੇ ਵਿੱਚ ਦਿਖੇ ਕਿ ਹਾਂ ਮੇਰਾ ਇਹ ਚੀਜ਼ ਨਹੀਂ ਪੜ੍ਹੀ ਹੋਈ, ਤਾਂ ਉਹ ਜ਼ਰੂਰ ਕਰ ਦਿਓ। ਸੋ ਪ੍ਰੀਵੀਅਸ ਈਅਰ ਪੇਪਰ ਦੇ ਉੱਤੇ ਮੇਨ ਫੋਕਸ ਕਰਨਾ ਵਾ, ਇਹ ਤੁਸੀਂ ਬਿਲਕੁਲ ਨਹੀਂ ਛੱਡਣੇ। 2021 ਦੇ ਖਾਸ ਕਰ, ਜਿਹੜੇ 2021 'ਚ PSSB ਦੇ ਹੋਏ ਆ, ਚਾਹੇ ਜਿਹਨੇ ਪੰਜਾਬ ਪੁਲਿਸ ਦੀ ਤਿਆਰੀ ਕੀਤੀ ਉਹਨੇ ਪੰਜਾਬ ਪੁਲਿਸ ਦੇ ਨਹੀਂ ਛੱਡਣੇ, ਜਿਹਨੇ PPSC ਦੀ ਤਿਆਰੀ ਕਰਨੀ ਉਹਨੇ PPSC ਦੇ 2016 ਤੋਂ ਲੈ ਕੇ 2022 ਤੱਕ ਸਾਰੇ ਕੁਐਸਚਨ ਕਰਨੇ ਆ ਜੀਕੇ ਦੇ, ਠੀਕ ਹੈ ਜੀ। ਸੋ ਇਹ ਚੀਜ਼ ਹੁੰਦੀ ਆ।
ਨੈਕਸਟ ਆ ਗਿਆ ਜੀ ਮਾਡਰਨ ਹਿਸਟਰੀ, ਮੋਸਟ ਇੰਪੋਰਟੈਂਟ ਟੌਪਿਕ ਆ। ਟੋਟਲ 17 ਕਲਾਸਾਂ ਹੋਣਗੀਆਂ, ਇਹਦੀਆਂ 15 ਆਪਾਂ ਕਰ ਚੁੱਕੇ ਹਾਂ, ਮਤਲਬ ਆਲਮੋਸਟ ਆਪਾਂ 90% ਇਹ ਮਾਡਰਨ ਹਿਸਟਰੀ ਕਰ ਚੁੱਕੇ ਹਾਂ। ਇਹਦੇ ਵਿੱਚੋਂ ਤੁਹਾਨੂੰ ਹੋਰ ਕੋਈ ਸਪੈਕਟਰਮ ਪੜ੍ਹਨ ਦੀ ਲੋੜ ਨਹੀਂ, ਕੋਈ ਇਲੂਸ਼ਨ ਪੜ੍ਹਨ ਦੀ ਲੋੜ ਨਹੀਂ, ਮੈਂ ਸਾਰੀ ਡਿਟੇਲ ਦੇ ਵਿੱਚ ਕਵਰ ਕਰਵਾਈ ਹੋਈ ਹੈ, ਠੀਕ ਆ। ਕੁਝ ਪੜ੍ਹਨ ਦੀ ਜ਼ਰੂਰਤ ਨਹੀਂ ਤੁਹਾਨੂੰ ਇਸ ਤੋਂ ਬਿਨਾਂ, ਠੀਕ ਆ ਜੀ। ਸੋ ਇਹ 3 ਸਬਜੈਕਟ ਹੁਣ ਦੇਖ ਲਓ ਜੀ। ਆਪਣਾ ਪੋਲਿਟੀ ਵੀ ਮੈਂ ਤੁਹਾਡੀ ਕਵਰ ਕਰਵਾਤੀ ਹੋਈ ਆ, ਮਤਲਬ ਅਗਸਤ ਦੇ ਵਿੱਚ ਸਾਰਾ ਕਵਰ ਹੋ ਜਾਏਗਾ ਤੁਹਾਡਾ। ਪੋਲਿਟੀ ਲਈ ਤੁਹਾਨੂੰ ਕੁਝ ਹੋਰ ਫੋਲੋ ਕਰਨ ਦੀ ਜ਼ਰੂਰਤ ਨਹੀਂ, ਪੰਜਾਬ ਜੀ ਕੇ ਲਈ ਕੁਝ ਹੋਰ ਫੋਲੋ ਕਰਨ ਦੀ ਜ਼ਰੂਰਤ ਨਹੀਂ, ਸਿੱਧੇ MCQ ਲਾ ਸਕਦੇ ਹੋ, ਚਾਹੇ ਕਿਤੋਂ ਮਰਜ਼ੀ ਲੈ ਕੇ ਤੁਸੀਂ ਲਗਾ ਲਓ। ਸੋ ਮੇਰਾ ਸਮਾਂ ਲੱਗਾ ਤਾਂ ਮੈਂ ਵੀ ਬਹੁਤ ਜਲਦੀ ਤੁਹਾਡੇ ਲਈ MCQ ਜੋ ਕਿ ਬੈਸਟ 200-300 MCQ ਹੋਣਗੇ ਇੱਕ ਸਬਜੈਕਟ ਦੇ, ਉਹ ਬਣਾਉਣ ਦੀ ਕੋਸ਼ਿਸ਼ ਕਰਾਂਗਾ। ਪਰ ਮੈਨੂੰ ਪਹਿਲਾਂ ਇਹ ਆ ਕਿ ਇੱਕ ਵਾਰ ਤੁਹਾਡਾ ਸਿਲੇਬਸ ਕੰਪਲੀਟ ਹੋਇਆ ਜਾਵੇ, ਜਿੰਨਾ ਵੱਧ ਤੋਂ ਵੱਧ ਥਿਊਰੀ ਦੇ ਨਾਲ MCQ ਜਿੰਨੇ ਆਪਾਂ ਕਰਦੇ ਹਾਂ ਉਨਾ ਹੋ ਜਾਵੇ, ਠੀਕ ਹੈ ਜੀ। ਹੁਣ ਜੀ ਮਾਡਰਨ ਹਿਸਟਰੀ ਦੀਆਂ 15 ਕਲਾਸਾਂ ਆਪਾਂ ਕਰ ਚੁੱਕੇ ਹਾਂ, ਜਿਹਦੇ 'ਚ ਆਪਾਂ ਈਸਟ ਇੰਡੀਆ ਕੰਪਨੀ ਕਲਾਸ ਵਾਈਜ਼ ਦਿੱਤਾ ਹੋਇਆ, ਠੀਕ ਹੈ। ਮੈਂ ਤੁਹਾਨੂੰ PDF ਵੀ ਸ਼ੇਅਰ ਕਰ ਦਾਂਗਾ ਇਹਦੀ। ਤਾਂ ਇੰਪੋਰਟੈਂਟ ਬੈਟਲ ਹੋ ਗਈਆਂ, 1857 ਦਾ ਵਿਦਰੋਹ ਹੋ ਗਿਆ, ਇੰਡੀਅਨ ਨੈਸ਼ਨਲ ਕਾਂਗਰਸ ਤੇ ਲਾਰਡ ਕਰਜ਼ਨ ਨੇ ਬੰਗਾਲ ਦੀ ਵੰਡ ਕੀਤੀ ਸੀ 18। ਸੋ ਇਹ ਈਅਰ ਵਾਈਜ਼ ਕੀਤਾ ਹੋਇਆ, ਸਾਰੇ ਕੁਐਸਚਨ ਤੁਹਾਡੇ ਕਵਰ ਹੋ ਜਾਣਗੇ। 1905 ਤੋਂ 8 ਤੱਕ, ਠੀਕ ਹੈ ਜੀ, ਬੰਗਾਲ ਦੀ ਵੰਡ ਹੋਈ ਸੀ, ਮੁਸਲਿਮ ਲੀਗ ਸੂਰਤ ਦੀ ਸਪਲਿਟ ਹੋ ਗਈ ਸੀ ਜਿਹੜੀ। 1909 ਤੋਂ 13 ਤੱਕ ਇੰਡੀਅਨ ਫਰੀਡਮ ਸਟਰਗਲ ਜਿਹੜਾ ਕੁਝ ਵੀ ਹੋਇਆ ਸੀ ਸਾਰਾ ਆਪਾਂ ਡਿਟੇਲ 'ਚ ਕੀਤਾ ਹੋਇਆ ਵਾ। 14 ਤੋਂ 16 ਤੱਕ, ਠੀਕ ਆ ਜੀ। ਉਸ ਤੋਂ ਬਾਅਦ ਮਹਾਤਮਾ ਗਾਂਧੀ 1915 'ਚ ਆ ਗਏ ਸੀ। ਤਾਂ ਉਸ ਤੋਂ ਬਾਅਦ ਆਹ ਦੇਖੋ ਜੀ, ਆਹ ਮਹਾਤਮਾ ਗਾਂਧੀ ਦਾ ਪੀਰੀਅਡ ਆਹ ਬਹੁਤ ਚੰਗੀ ਤਰ੍ਹਾਂ ਕਰਨਾ। ਸਭ ਤੋਂ ਵੱਧ ਕੁਐਸਚਨ ਇਹਦੇ ਵਿੱਚੋਂ ਪੁੱਛੇ ਜਾਂਦੇ ਨੇ, ਖਾਸ ਕਰ ਇਹਦੇ ਵਿੱਚੋਂ 1917 ਤੋਂ ਲੈ ਕੇ 1923 ਤੱਕ ਬਹੁਤ ਕੁਐਸਚਨ ਪੁੱਛੇ ਜਾਂਦੇ ਨੇ, ਠੀਕ ਹੈ ਜੀ। ਸੋ ਇੱਥੇ ਜਲਿਆਂਵਾਲੇ ਬਾਗ ਬਾਰੇ ਬਹੁਤ ਕੁਐਸਚਨ ਬਣਦੇ ਨੇ। ਤਾਂ ਨੈਕਸਟ ਤੁਹਾਡਾ 1924 ਤੋਂ ਲੈ ਕੇ 31 ਤੱਕ ਆ ਜਾਊਗਾ, ਠੀਕ ਆ। ਸੋ ਇਹਦੇ ਵਿੱਚ ਤੁਹਾਡੇ ਜਿਹੜੇ ਆਪਣੇ ਕ੍ਰਾਂਤੀਕਾਰੀ ਪੀਰੀਅਡ ਇਹਦੇ 'ਚ ਸਾਰਾ ਕਵਰ ਹੋ ਜਾਊਗਾ, ਜਿੱਦਾਂ ਕਿ ਭਗਤ ਸਿੰਘ ਹੋ ਗਿਆ, ਚੰਦਰ ਸ਼ੇਖਰ ਆਜ਼ਾਦ ਹੋ ਗਿਆ, ਰਾਜਗੁਰੂ ਹੋ ਗਿਆ, ਸੁਖਦੇਵ ਹੋ ਗਿਆ, ਠੀਕ ਆ। ਇਹ ਸਾਰੇ ਕ੍ਰਾਂਤੀਕਾਰੀਆਂ ਦਾ ਜਿਹੜਾ ਸਾਰਾ ਵੀ ਡਾਟਾ ਤੁਹਾਨੂੰ ਇਹਦੇ ਵਿੱਚ ਮਿਲ ਜਾਏਗਾ, ਠੀਕ ਆ। ਸੋ ਇਹ ਚੰਗੀ ਤਰ੍ਹਾਂ ਕਰਨਾ। ਜ਼ਿਆਦਾ ਵੱਡੀਆਂ ਕਲਾਸਾਂ ਵੀ ਨਹੀਂ, ਪੰਜਾਬੀ ਤੇ ਇੰਗਲਿਸ਼ ਕੀਤੀਆਂ ਹੋਈਆਂ ਨੇ। ਪਹਿਲੀਆਂ 5 ਕਲਾਸਾਂ ਸਿਰਫ ਤੁਹਾਨੂੰ ਪੰਜਾਬੀ 'ਚ ਮਿਲਣਗੀਆਂ, ਬਾਕੀ ਸਾਰੀਆਂ ਤੁਹਾਨੂੰ ਨੀਚੇ ਵਾਲੀਆਂ ਪੰਜਾਬੀ ਇੰਗਲਿਸ਼ ਦੋਨਾਂ 'ਚ ਮਿਲਣਗੀਆਂ, ਠੀਕ ਹੈ ਜੀ। PDF ਤੁਹਾਨੂੰ ਸ਼ੇਅਰ ਕੀਤੀ ਹੋਈ ਆ। ਹੁਣ 28 ਤੋਂ 32 ਤੱਕ ਜ਼ਰੂਰ ਕਰਨਾ, ਜਿਸ 'ਚ ਕਿ ਰਾਊਂਡ ਟੇਬਲ ਕਾਨਫਰੰਸਾਂ ਦੇ ਉੱਤੇ ਬਹੁਤ ਕੁਐਸਚਨ ਪੁੱਛੇ ਜਾਂਦੇ ਨੇ, ਠੀਕ ਆ। ਇੱਕ ਰਾਊਂਡ ਟੇਬਲ ਕਾਨਫਰੰਸ ਹੋ ਗਈ, ਇੱਕ ਜਿਹੜਾ ਦਾਂਡੀ ਮਾਰਚ ਹੋਇਆ ਸੀਗਾ ਜੋ ਨੂਣ ਦਾ ਕਾਨੂੰਨ ਤੋੜਿਆ ਸੀ, ਠੀਕ ਆ, ਸਿਵਲ ਡਿਸਓਬੀਡੈਂਟ ਮੂਵਮੈਂਟ ਜਿਹਨੂੰ ਆਪਾਂ ਕਹਿ ਦਿੰਦੇ ਆ। ਇਹ ਵੀ ਆਪਾਂ ਬਹੁਤ ਚੰਗੀ ਤਰ੍ਹਾਂ ਕੀਤਾ ਹੋਇਆ ਵਾ। ਇਹਦੇ ਵਿੱਚੋਂ ਵੀ ਕੁਐਸਚਨ ਪੁੱਛਦੇ ਨੇ, ਕਿਉਂਕਿ ਮਹਾਤਮਾ ਗਾਂਧੀ ਦੇ 1 ਤੋਂ 2 ਕੁਐਸਚਨ ਪੱਕੇ ਬਣਦੇ ਨੇ। 1935 ਤੋਂ 42 ਤੱਕ ਵੀ ਮੈਂ ਸਾਰਾ ਕੀਤਾ ਹੋਇਆ ਤੁਹਾਨੂੰ, ਠੀਕ ਹੈ। ਜਿਹੜੀਆਂ ਵੀ ਮੂਵਮੈਂਟਸ ਹੋਈਆਂ ਸੀ, ਜਿਹੜੇ ਵੀ ਮਤਲਬ ਜਿਹੜੇ ਵੀ ਇੰਡੀਅਨ ਫਰੀਡਮ ਸਟਰਗਲ ਨੂੰ ਲੈ ਕੇ ਇੰਪੋਰਟੈਂਟ ਈਅਰ ਵਾਈਜ਼ ਹੋਇਆ ਸੀ, ਸਾਰਾ ਆਪਾਂ ਈਅਰ ਵਾਈਜ਼ ਕੀਤਾ ਹੋਇਆ। ਇੰਡੀਅਨ ਨੈਸ਼ਨਲ ਆਰਮੀ ਤਾਂ ਸੁਭਾਸ਼ ਚੰਦਰ ਬੋਸ ਦੀ ਜਿਹੜਾ ਆਜ਼ਾਦ ਹਿੰਦ ਫੌਜ ਦੀ ਸਥਾਪਨਾ ਹੋਈ ਸੀ, ਉਹ ਸਾਰਾ ਵੀ ਆਪਾਂ ਡਿਟੇਲ ਦੇ ਵਿੱਚ ਇੱਕ ਕਲਾਸ 'ਚ ਕਵਰ ਕੀਤਾ ਹੋਇਆ। ਹੁਣ 1944 ਤੋਂ ਲੈ ਕੇ 47 ਤੱਕ, ਠੀਕ ਆ, ਜਦੋਂ ਤੱਕ ਆਪਣਾ ਭਾਰਤ ਆਜ਼ਾਦ ਨਹੀਂ ਹੋਇਆ, 1944 ਤੋਂ 47 ਦਾ ਪੀਰੀਅਡ ਵੀ ਬਹੁਤ ਇੰਪੋਰਟੈਂਟ ਬਣਦਾ ਵਾ। ਇਹ ਆਪਾਂ ਕਰ ਚੁੱਕੇ ਹਾਂ, ਇਹ ਕਲਾਸਾਂ ਹੋ ਚੁੱਕੀਆਂ, ਠੀਕ ਆ ਜੀ, ਹੋ ਚੁੱਕੀਆਂ ਨੇ ਇਹ ਕਲਾਸਾਂ। ਹੁਣ ਨੈਕਸਟ ਚੱਲਦੇ ਹਾਂ ਜੀ ਆਪਾਂ। ਹੁਣ 2 ਕਲਾਸਾਂ ਪੈਂਡਿੰਗ ਨੇ ਜੀ ਆਪਣੀਆਂ ਮਾਡਰਨ ਹਿਸਟਰੀ ਦੀਆਂ, ਇੰਪੋਰਟੈਂਟ ਬ੍ਰਿਟਿਸ਼ ਗਵਰਨਰ ਜਨਰਲ ਤੇ ਵਾਇਸਰੋਏ ਤੇ ਭਗਤੀ ਮੂਵਮੈਂਟ ਦੇ ਵਿੱਚ ਮੈਂ ਚੰਗੀ ਤਰ੍ਹਾਂ ਕਰਦਾ। ਹੁਣ ਜਿਹੜੀ ਆਹ ਕਲਾਸ ਹੋਏਗੀ ਨਾ, ਇਹਦੇ ਵਿੱਚ ਮੈਂ ਤੁਹਾਨੂੰ ਸਾਰਾ ਕਰਾ ਦਾਂਗਾ, ਕਿਉਂਕਿ ਥੋੜਾ ਜਿਹਾ ਪੋਰਸ਼ਨ ਮਿਸਿੰਗ ਸੀਗਾ ਉਹਦੇ ਵਿੱਚ ਮਾਡਰਨ ਹਿਸਟਰੀ ਦੇ ਵਿੱਚੋਂ। ਸੋ ਕਿਉਂਕਿ ਮੈਂ ਈਅਰ ਵਾਈਜ਼ ਚੱਲ ਰਿਹਾ ਸੀ, ਸੋ ਮੈਂ ਸੋਚਿਆ ਸੀ ਕਿ ਅਲੱਗ ਤੋਂ ਉਹਦੀ ਕਲਾਸ ਬਣਾ ਦਾਂਗੇ, ਤੁਹਾਨੂੰ ਵਿੱਚ ਕਨਫਿਊਜ਼ਨ ਨਾ ਹੋਵੇ। ਸੋ ਇਹਦੇ ਵਿੱਚ ਆਪਾਂ ਬ੍ਰਿਟਿਸ਼ ਗਵਰਨਰ ਜਨਰਲ ਨੇ ਜੋ ਵੀ ਚੀਜ਼ਾਂ ਹੋਈਆਂ ਸੀ, ਠੀਕ ਆ, ਆਪਣੇ ਜਾਂ ਭਗਤੀ ਮੂਵਮੈਂਟ ਆਪਾਂ ਸਾਰੀਆਂ ਆਪਾਂ ਕਰ ਲਾਂਗੇ, ਠੀਕ ਆ, ਜਿਹੜੀਆਂ ਵੀ ਇੰਪੋਰਟੈਂਟ ਪੜ੍ਹਨਗੀਆਂ। ਸੋ ਇਹ 2 ਕਲਾਸਾਂ 'ਚ ਕਵਰ ਹੋ ਜਾਊਗਾ। ਇਹ ਵੀ ਜ਼ਿੰਮੇਵਾਰੀ ਮੇਰੀ ਆ, ਇਹ ਮੈਂ ਤੁਹਾਨੂੰ ਪੇਪਰ ਤੋਂ ਪਹਿਲਾਂ ਇਹ ਵੀ ਕਰਵਾ ਦੇਣੀ ਆ, ਠੀਕ ਆ ਜੀ। ਹੁਣ ਤੁਹਾਨੂੰ ਪੋਲਿਟੀ ਮੈਂ ਕਰਵਾ ਰਿਹਾ, ਮਾਡਰਨ ਹਿਸਟਰੀ ਮੈਂ ਕਰਵਾ ਰਿਹਾ, ਪੰਜਾਬ GK ਮੈਂ ਕਰਵਾ ਰਿਹਾ। ਇਹਦੀ ਥਿਊਰੀ ਲਈ ਤੁਸੀਂ ਹੋਰ ਕਿਸੇ ਵੀ ਸੋਰਸ ਨੂੰ ਫੋਲੋ ਨਹੀਂ ਕਰੋਗੇ, ਕੋਈ ਦਿੱਕਤ ਵਾਲੀ ਗੱਲ ਨਹੀਂ, ਠੀਕ ਆ। ਸੋ ਇਹਦੇ ਵਿੱਚੋਂ ਕਵਰ ਹੋ ਜਾਣਗੇ ਤੁਹਾਡੇ ਕੁਐਸਚਨ। ਹੁਣ ਐਂਸ਼ੀਅੰਟ ਹਿਸਟਰੀ ਦਾ ਬਾਰ-ਬਾਰ ਮੈਨੂੰ ਬੱਚਿਆਂ ਦੇ ਮੈਸੇਜ ਆ ਰਹੇ ਨੇ ਕਿ ਐਂਸ਼ੀਅੰਟ ਹਿਸਟਰੀ ਦਾ ਕੀ ਕੀਤਾ ਜਾਵੇ। ਦੇਖੋ ਜੀ, ਐਂਸ਼ੀਅੰਟ ਹਿਸਟਰੀ 'ਚ ਸਿਰਫ ਆਪਾਂ ਹੜੱਪਾ ਤੇ ਸਿੱਧੂ ਘਾਟੀ ਦੀ ਸੱਭਿਅਤਾ ਜਿਹੜੀ ਆਪਣੀ ਇੰਡਸ ਵੈਲੀ ਸਿਵਲਾਈਜੇਸ਼ਨ ਆ, ਇਹ ਕਰਨਾ। ਇੱਕ ਆਪਾਂ ਕਰਨਾ ਜੀ ਆਪਣਾ ਬੁੱਧ ਧਰਮ ਤੇ ਜੈਨ ਧਰਮ, ਬਸ ਹੋਰ ਕੁਝ ਨਹੀਂ ਕਰਨਾ। ਐਂਸ਼ੀਅੰਟ ਹਿਸਟਰੀ ਦੇ ਵਿੱਚੋਂ ਹੋਰ ਆਪਾਂ ਕੋਈ ਜ਼ਿਆਦਾ ਨਹੀਂ ਪੜ੍ਹਨਾ, ਕਿਉਂਕਿ ਜੇਕਰ ਇੱਕ ਦਾ ਕੁਐਸਚਨ ਆਇਆ ਵੀ ਇਹ ਬਹੁਤ ਵੱਡੀ ਆ, ਮਤਲਬ ਕਿ ਬਹੁਤ ਜ਼ਿਆਦਾ ਤੁਸੀਂ ਇਹਦੇ 'ਚ ਪਰੇਸ਼ਾਨ ਹੋਵੋਗੇ, ਨਾ ਤੁਹਾਨੂੰ ਇੰਨੀਆਂ ਚੀਜ਼ਾਂ ਯਾਦ ਰਹਿਣੀਆਂ ਨੇ, ਠੀਕ ਆ ਜੀ। ਸੋ ਸਿਰਫ ਆਹ 2 ਚੀਜ਼ਾਂ ਕਰਨੀਆਂ ਨੇ, ਇਹ ਵੀ ਮੈਂ ਤੁਹਾਨੂੰ ਕਰਵਾ ਰਿਹਾ ਹਾਂ, ਠੀਕ ਆ। 2 ਕਲਾਸਾਂ ਜਿੱਥੇ ਮੈਂ ਅਪਕਮਿੰਗ ਲਿਖਤਾ ਹੋਇਆ ਨਾ, 2 ਕਲਾਸਾਂ ਮੈਂ ਤੁਹਾਡੇ ਲਈ ਲੈ ਕੇ ਆਵਾਂਗਾ ਅਗਸਤ ਮਹੀਨੇ ਦੇ ਵਿੱਚ ਹੀ, ਤੁਹਾਡਾ ਇਹ ਵੀ ਕਵਰ ਹੋ ਜਾਏਗਾ, ਠੀਕ ਆ ਜੀ। ਸੋ ਹੁਣ ਇਹਦੇ ਲਈ ਵੀ ਤੁਹਾਨੂੰ ਪਰੇਸ਼ਾਨ ਹੋਣ ਦੀ ਮੈਡੀਵਲ ਹਿਸਟਰੀ 'ਚ ਦਿੱਲੀ ਸਲਤਨਤ ਹੋ ਗਿਆ ਤੇ ਮੁਗਲ ਪੀਰੀਅਡ, ਇਹ ਮੈਂ ਪੰਜਾਬ GK 'ਚ ਥੋੜਾ ਜਿਹਾ ਕਰਵਾਇਆ ਹੋਇਆ ਵਾ, ਤੁਹਾਨੂੰ ਸਾਰਾ ਨਹੀਂ ਕਰਵਾਇਆ ਸੀ। ਪੰਜਾਬ GK ਦੇ ਵਿੱਚ ਮੈਂ ਥੋੜਾ ਜਿਹਾ ਕਵਰ ਕਰਵਾਇਆ ਹੋਇਆ। ਕਲਾਸ ਨੰਬਰ 3 ਪੰਜਾਬ ਦਾ ਮੱਧਕਾਲੀਨ ਇਤਿਹਾਸ ਦੇਖ ਲਓ, ਉਹਦੇ 'ਚ ਥੋੜਾ ਜਿਹਾ ਮੇਰਾ ਕਰਾਇਆ ਹੋਇਆ ਵਾ। ਪਰ ਫਿਰ ਵੀ ਮੈਂ ਤੁਹਾਨੂੰ ਦਿੱਲੀ ਸਲਤਨਤ ਤੇ ਮੁਗਲ ਪੀਰੀਅਡ ਦੇ ਉੱਤੇ ਇੱਕ ਵੀਡੀਓ ਅਲੱਗ ਤੋਂ ਮੈਡੀਵਲ ਹਿਸਟਰੀ ਦੇ ਵਿੱਚ ਕਰਵਾ ਦਾਂਗਾ, ਤਾਂ ਕਿ ਤੁਹਾਨੂੰ ਸਾਰਾ ਪੂਰਾ ਡਿਟੇਲ ਦੇ ਵਿੱਚ ਕਵਰ ਹੋ ਜਾਏ ਤੇ ਅਲੱਗ ਤੋਂ ਤੁਹਾਨੂੰ ਕੋਈ ਹੋਰ ਬੁੱਕ ਨਾ ਫੋਲੋ ਕਰਨੀ ਪਵੇ, ਠੀਕ ਆ। ਸੋ ਹਿਸਟਰੀ ਤੁਹਾਡੀ ਚਾਹੇ ਐਂਸ਼ੀਅੰਟ ਆ, ਚਾਹੇ ਮੈਡੀਵਲ ਆ, ਚਾਹੇ ਤੁਹਾਡੀ ਮਾਡਰਨ ਹਿਸਟਰੀ ਆ, ਸਾਰੀ ਤੁਹਾਡੀ ਮੈਂ ਕਵਰ ਕਰਵਾ ਰਿਹਾ, ਠੀਕ ਆ। ਕੋਈ ਹੋਰ ਬੁੱਕ ਫੋਲੋ ਕਰਨ ਦੀ ਜ਼ਰੂਰਤ ਨਹੀਂ ਗੀ ਤੁਹਾਨੂੰ। ਨੈਕਸਟ ਆ ਗਿਆ, ਠੀਕ ਆ ਜੀ। ਹੁਣ ਤੁਹਾਡੇ ਹੋ ਗਏ ਹੋਏ ਆ ਜੀ ਆਪਣੇ 4 ਸਬਜੈਕਟ ਹੋ ਗਿਆ ਜਿਹੜੇ ਮੈਂ ਤੁਹਾਨੂੰ ਕਵਰ ਕਰਵਾ ਰਿਹਾ, ਠੀਕ ਆ। ਸੋ ਨੈਕਸਟ ਆਪਾਂ ਕਰਦੇ ਹਾਂ ਜੀ। ਹੁਣ ਜੀ ਸਟੈਟਿਕ GK, ਜਿਹੜਾ ਕਿ ਜ਼ਿਆਦਾਤਰ ਬੱਚਿਆਂ ਦੇ ਪੁੱਛਿਆ ਜਾਂਦਾ ਕਿ ਸਟੈਟਿਕ GK। ਦੇਖੋ ਜੀ, ਇਸ ਤੋਂ ਪਹਿਲਾਂ ਜਿਹੜੇ ਕਲਰਕ ਦੇ ਐਗਜ਼ਾਮ ਹੋਏ ਸੀਗੇ, ਜਿਹੜੇ 2021 ਦੇ ਵਿੱਚ ਜਿਹੜੇ 3-4 ਐਗਜ਼ਾਮ ਹੋਏ ਸੀ ਕਲਰਕ ਦੇ, ਚਾਹੇ IT ਕਲਰਕ ਹੋ ਗਿਆ, ਚਾਹੇ ਅਕਾਊਂਟ ਕਲਰਕ ਹੋ ਗਿਆ, ਚਾਹੇ ਕਲਰਕ ਦੀਆਂ 2 ਸ਼ਿਫਟਾਂ ਹੋਈਆਂ ਸੀ।
ਇਹਦੇ ਵਿੱਚ ਨਾ ਜ਼ਿਆਦਾਤਰ ਉਹਨਾਂ ਨੇ ਸਟੈਟਿਕ ਜੀਕੇ ਤੇ ਥੋੜਾ ਜਿਹਾ ਫੋਕਸ ਵੱਧ ਕੀਤਾ ਸੀ, ਮਤਲਬ ਕਿ ਹਿਸਟਰੀ ਪਾਏ ਸੀ ਕੁਐਸਚਨ ਬਟ ਇੰਨੇ ਨਹੀਂ ਸੀ ਪਾਏ, ਸਟੈਟਿਕ ਜੀਕੇ ਜ਼ਿਆਦਾ ਆ ਰਹੀ ਸੀ। ਪਰ ਇਸ ਵਾਰ ਨਾ ਥੋੜਾ ਜਿਹਾ ਸਮੀਕਰਨ ਬਦਲੇ ਹੋਏ ਨੇ, ਇਹ ਚੀਜ਼ ਤੁਸੀਂ ਆਪਦੇ ਮਾਈਂਡ 'ਚ ਰੱਖਣੀ ਆ। ਇਹਦਾ ਮਤਲਬ ਇਹ ਨਹੀਂ ਕਿ ਸਟੈਟਿਕ ਜੀਕੇ ਨਹੀਂ ਪੁੱਛੀ ਜਾਏਗੀ, ਬਟ ਉਨੀ ਨਹੀਂ ਪੁੱਛੀ ਜਾਏਗੀ ਜਿੰਨੇ ਕਿ ਪਿਛਲੇ ਪੇਪਰਾਂ 'ਚ, ਕਿਉਂਕਿ ਪਿਛਲੀ ਵਾਰ ਪੇਪਰ ਹੀ 20 ਨੰਬਰ ਦਾ ਜੀਕੇ ਆ ਰਹੀ ਸੀ, 20 ਦੇ ਵਿੱਚ ਉਹ 10-12 ਨੰਬਰ ਦੀ ਸਟੈਟਿਕ ਜੀਕੇ ਪਾ ਰਹੇ ਸੀ। ਪਰ ਹੁਣ ਇਸ ਟਾਈਮ ਦੇ ਉੱਤੇ ਤੁਸੀਂ ਦੇਖੋਗੇ ਕਿ 30 ਨੰਬਰ ਦਾ ਆ ਰਿਹਾ। ਸੋ 30 ਨੰਬਰ ਦੇ ਵਿੱਚੋਂ ਆਪਾਂ ਐਕਸਪੈਕਟ ਕਰ ਸਕਦੇ ਹਾਂ ਕਿ ਉਹਨਾਂ ਨੇ ਕਰੰਟ ਅਫੇਅਰ ਵੀ ਪਾਉਣੇ ਆ, ਮਾਡਰਨ ਹਿਸਟਰੀ ਵੀ ਪਾਉਣੀ ਆ, ਉਹਨਾਂ ਨੇ ਵਿੱਚ ਦੀ ਇੱਕ ਦੋ ਕੁਐਸਚਨ ਸਾਇੰਸ ਐਂਡ ਟੈਕ ਚੋਂ ਵੀ ਪਾਉਣਗੇ, ਸੋ ਇਕਨੋਮਿਕ ਇਸ਼ੂ ਦੇ ਵਿੱਚੋਂ ਵੀ ਪਾਉਣਗੇ, ਠੀਕ ਆ। ਸੋ ਉਹਦੇ ਵਿੱਚੋਂ ਵੀ ਕੁਐਸਚਨ ਥੋੜੇ ਉਹ ਪੁੱਟ ਕਰ ਦੇਣਗੇ, ਕਿਉਂਕਿ ਬਾਕੀ ਉਹ ਪੇਪਰ ਦੇ ਹਿਸਾਬ ਨਾਲ ਲੈਵਲ ਰੱਖਣਗੇ ਕਿ ਪੇਪਰ ਦੇ ਵਿੱਚ ਜਿੱਦਾਂ ਕਿ ਐਗਜ਼ਾਈਜ਼ ਇੰਸਪੈਕਟਰ ਦਾ ਪੇਪਰ ਹੋ ਜਾਊਗਾ, ਐਗਜ਼ਾਈਜ਼ ਦੇ ਵਿੱਚ ਉਹ ਥੋੜਾ ਜਿਹਾ ਲੈਵਲ ਅਪ ਕਰ ਦੇਣਗੇ, ਮਤਲਬ ਕਿ ਇਕਨੋਮਿਕਸ ਚੋਂ ਕੁਐਸਚਨ ਵਧਾ ਦੇਣਗੇ, ਪੋਲਿਟੀ ਚੋਂ ਕੁਐਸਚਨ ਜ਼ਿਆਦਾ ਪੁੱਛਣ ਲੱਗ ਜਾਣਗੇ। ਸੋ ਜਿਹੜੇ ਦੂਸਰੇ ਜਿਹੜੇ ਕਿ ਕਲੈਰੀਕਲ ਐਗਜ਼ਾਮ ਹੋ ਜਾਣਗੇ ਉਹਦੇ ਵਿੱਚ ਉਹ ਮਾਡਰਨ ਹਿਸਟਰੀ ਜ਼ਿਆਦਾ ਪੁੱਛ ਲੈਣਗੇ, ਪੰਜਾਬ ਜੀਕੇ ਦੇ ਵਿੱਚੋਂ, ਪੰਜਾਬ ਹਿਸਟਰੀ ਦੇ ਵਿੱਚੋਂ ਥੋੜੇ ਜਿਹੇ ਕੁਐਸਚਨ ਜੀਕੇ ਦੇ ਵਿੱਚ ਐਡ ਕਰ ਦੇਣਗੇ, ਕਰੰਟ ਅਫੇਅਰ ਦੇ ਉਹ ਤੁਹਾਨੂੰ 7-8 ਕੁਐਸਚਨ ਪਾ ਸਕਦੇ ਆ। ਸੋ ਆਪਾਂ ਇਸ ਵਾਰ ਐਕਸਪੈਕਟ ਕਰ ਸਕਦੇ ਹਾਂ ਕਿ ਕਰੰਟ ਅਫੇਅਰ ਉਹ ਪਾ ਸਕਦੇ ਨੇ। ਅੱਗੇ ਮੈਂ ਤੁਹਾਨੂੰ ਕਰੰਟ ਅਫੇਅਰ ਦਾ ਵੀ ਸਾਰਾ ਡਿਟੇਲ ਲੈ ਕੇ ਆਇਆ, ਉਹ ਵੀ ਮੈਂ ਤੁਹਾਨੂੰ ਸਮਝਾ ਦਿੰਦਾ। ਹੁਣ ਆਹ ਟੌਪਿਕ ਆਪਾਂ ਕਰ ਚੁੱਕੇ ਨੇ, ਫਸਟ ਮੇਲ ਫੀਮੇਲ ਵਰਲਡ, ਸੁਪਰਲੇਟਿਵ ਇੰਡੀਆ ਤੇ ਵਰਲਡ ਦੇ ਜਿਹੜੇ ਕਿ ਹੁੰਦਾ ਕਿ ਲੌਂਗੈਸਟ, ਮਤਲਬ ਲੌਂਗੈਸਟ, ਲਾਰਜੈਸਟ ਹੋ ਗਿਆ, ਬਿਗੈਸਟ ਹੋ ਗਿਆ, ਇਹ ਸਾਰੇ ਆਪਾਂ ਕੀਤੇ ਹੋਏ ਨੇ। ਇੰਪੋਰਟੈਂਟ ਡੇ, ਇਹਦੇ ਚੋਂ 1-2 ਕੁਐਸਚਨ ਪੱਕੇ ਬਣਦੇ ਨੇ, ਠੀਕ ਆ। ਸਿਨੇਮਾ ਇਹ ਵੀ ਆਪਾਂ ਕੀਤੇ ਹੋਏ ਨੇ 2 ਚ, ਠੀਕ ਆ। ਜਨਵਰੀ ਤੋਂ ਲੈ ਕੇ ਆਪਣੇ ਪੂਰਾ ਅਗਸਤ ਲਿਖਿਆ ਗਿਆ ਇੱਥੇ ਦਸੰਬਰ ਤੱਕ, ਠੀਕ ਆ। ਜਨਵਰੀ ਤੋਂ ਲੈ ਕੇ ਦਸੰਬਰ ਤੱਕ ਆਪਾਂ ਡਿਟੇਲ ਦੇ ਵਿੱਚ ਕੀਤੇ ਹੋਏ ਨੇ, ਠੀਕ ਆ। ਸਿਨੇਮਾ ਟੌਪਿਕ ਮੈਂ ਪੂਰਾ ਇੱਕ ਕਲਾਸ ਦੇ ਵਿੱਚ ਕੰਪਲੀਟ ਕਰਵਾਇਆ ਹੋਇਆ। ਇਸ ਤੋਂ ਬਾਅਦ ਤੁਹਾਨੂੰ ਕੁਝ ਵੀ ਕਰਨ ਦੀ ਜ਼ਰੂਰਤ ਨਹੀਂ। ਇਸ ਤੋਂ ਬਾਅਦ ਸਿਰਫ ਸਿਨੇਮਾ ਦੇ ਵਿੱਚੋਂ ਤੁਸੀਂ ਕੀ ਯਾਦ ਕਰਨਾ, ਮੈਂ ਸਿਨੇਮਾ ਦੇ ਵਿੱਚੋਂ ਜਿਹੜਾ ਕੋਈ ਕਰੰਟ ਇਵੈਂਟ ਹੋਊਗਾ, ਜਿੱਦਾਂ ਕਿ ਹੁਣ ਮੈਂ ਕੱਲ੍ਹ ਟੈਲੀਗ੍ਰਾਮ ਦੇ ਉੱਤੇ ਤੁਹਾਨੂੰ ਪਾਇਆ ਸੀ ਕਿ ਨੈਸ਼ਨਲ ਫਿਲਮ ਅਵਾਰਡ ਹੋਇਆ ਸੀ, ਠੀਕ ਆ, 68ਵਾਂ। ਤਾਂ ਉਹਦੇ ਵਿੱਚ ਆਪਾਂ ਦੇਖਣਾ ਕਿ ਕਿਹਨੂੰ ਬੈਸਟ ਫਿਲਮ ਮਿਲੀ ਸੀ, ਕਿਹੜੀ ਮਤਲਬ ਕਿ ਸਟੇਟ ਇਹਦੇ ਵਿੱਚ ਮੇਨ ਫੋਕਸ ਸੀਗੀ, ਠੀਕ ਆ, ਫਿਲਮ ਫਰੈਂਡਲੀ ਸਟੇਟ ਸੀਗੀ। ਮੈਂ ਤੁਹਾਨੂੰ ਕਰਵਾਇਆ ਹੋਇਆ ਵਾ ਕੱਲ੍ਹ ਮੈਂ ਕਿ ਕਿਹਨੂੰ ਬੈਸਟ ਐਕਟਰ ਦਾ ਮਿਲਿਆ, ਕਿਹਨੂੰ ਬੈਸਟ ਐਕਟਰਸ ਦਾ ਅਵਾਰਡ ਮਿਲਿਆ। ਸਪੋਰਟਸ ਟੌਪਿਕ ਦੇ ਵਿੱਚ ਮੈਂ ਤੁਹਾਨੂੰ 1 ਨੰਬਰ ਟੌਪਿਕ ਕਰਵਾ ਚੁੱਕੇ ਹਾਂ, ਇਹ 4 ਦੇ ਵਿੱਚ ਕਵਰ ਹੋ ਜਾਏਗਾ, ਠੀਕ ਆ। 4 ਕਲਾਸਾਂ 'ਚ ਸਪੋਰਟਸ, ਕਿਉਂਕਿ ਥੋੜਾ ਜਿਹਾ ਵੱਡਾ ਟੌਪਿਕ ਆ। ਸੋ ਇਹਦੇ ਵਿੱਚੋਂ ਸਪੋਰਟਸ ਦੇ ਉੱਤੇ ਬਹੁਤ ਫੋਕਸ ਕਰਦੀ ਆ, ਠੀਕ ਆ, PSSB। ਸਪੋਰਟਸ ਟੌਪਿਕ 2 ਹੋ ਗਿਆ ਕ੍ਰਿਕਟ, ਠੀਕ ਆ ਜੀ। PPSC ਜਾਂ ਪੰਜਾਬ ਪੁਲਿਸ ਲਈ ਵੀ ਇਹ ਇੰਪੋਰਟੈਂਟ ਆ, ਜ਼ਰੂਰੀ ਨਹੀਂ ਕਿ ਇਹ ਕੁਐਸਚਨ ਨਹੀਂ ਆਉਣਗੇ, ਮਤਲਬ ਥੋੜੇ ਜਿਹੇ ਘੱਟ ਦੇਖਣ ਨੂੰ ਮਿਲਣਗੇ, ਕਰੰਟ ਅਫੇਅਰਸ ਜ਼ਿਆਦਾ ਦੇਖਣ ਨੂੰ ਮਿਲਣਗੇ ਇਹਦੇ ਵਿੱਚੋਂ, ਜਿਹੜੇ ਆਪਾਂ ਸਟੈਟਿਕ ਜੀਕੇ ਦੇ ਵਿੱਚ ਗੱਲ ਕਰ ਰਹੇ ਹਾਂ। ਤਾਂ ਥੋੜੇ ਜਿਹੇ ਕੁਐਸਚਨ ਉਹ ਪਾ ਦਿੰਦੇ ਨੇ PPSC ਵੀ ਤੇ PSSB ਵੀ। ਸੋ ਇਹ ਹੋ ਗਿਆ ਜੀ ਹੁਣ ਆਪਣਾ, ਠੀਕ ਆ। ਸਪੋਰਟਸ ਦੇ ਵਿੱਚ ਆਪਾਂ 올림픽 ਤੇ ਕ੍ਰਿਕਟ ਕਰ ਚੁੱਕੇ ਹਾਂ। ਹੁਣ ਜੀ ਇੱਕ ਕਲਾਸ ਤੀਜੀ ਦੇ ਵਿੱਚ ਆਪਾਂ ਹਾਕੀ ਕਰਾਂਗੇ, ਕਬੱਡੀ ਕਰਾਂਗੇ, ਫੁੱਟਬਾਲ ਤੇ ਟੈਨਿਸ, ਠੀਕ ਆ। ਸਪੋਰਟਸ 4 ਦੇ ਵਿੱਚ ਜਿੰਨੀਆਂ ਵੀ ਵਰਲਡ ਸਪੋਰਟਸ ਗੇਮਸ ਹੋ ਗਈਆਂ, ਠੀਕ ਆ, ਉਹਦੇ ਵਿੱਚ ਬਾਰੇ ਆਪਾਂ ਥੋੜਾ ਜਿਹਾ ਡਿਟੇਲ ਦੇ ਵਿੱਚ ਕਰਾਂਗੇ, ਜਿਵੇਂ ਆਸਟ੍ਰੇਲੀਅਨ ਓਪਨ ਹੋ ਗਿਆ, ਫ੍ਰੈਂਚ ਓਪਨ ਹੋ ਗਿਆ, ਇਹ US ਓਪਨ ਹੋ ਗਿਆ, ਇਹਦੇ ਨਾਲ ਆਪਾਂ ਰਿਲੇਟਡ ਥੋੜਾ ਜਿਹਾ ਡਾਟਾ ਆਪਾਂ ਸ਼ੇਅਰ ਕਰਾਂਗੇ। ਸੋ 2 ਕਲਾਸਾਂ ਦੇ ਵਿੱਚ ਤੁਹਾਡੀਆਂ ਅਗਲੀਆਂ ਦੇ ਵਿੱਚ ਆਪਣਾ ਕੰਪਲੀਟ ਹੋ ਜਾਏਗਾ ਸਪੋਰਟਸ ਟੌਪਿਕ। ਉਸ ਤੋਂ ਬਾਅਦ ਤੁਹਾਨੂੰ ਅਲੱਗ ਤੋਂ ਕਿਤੋਂ ਵੀ ਪੜ੍ਹਨ ਦੀ ਜ਼ਰੂਰਤ ਨਹੀਂ ਪਏਗੀ। ਨੋਬਲ ਪ੍ਰਾਈਜ਼ ਮੋਸਟ ਇੰਪੋਰਟੈਂਟ ਵਾ, ਇਹ ਚੋਂ ਇੱਕ ਕੁਐਸਚਨ ਪੱਕਾ ਲਿਖ ਲਓ, ਚਾਹੇ ਕਿਸੇ ਵੀ ਪੇਪਰ 'ਚ ਤੁਸੀਂ ਜਾਣਾ, ਚਾਹੇ ਪੰਜਾਬ ਪੁਲਿਸ, ਚਾਹੇ PPSC ਦੇ ਲਈ ਜਾਣਾ। ਸੋ ਕਰੰਟ ਅਫੇਅਰ ਦੇ ਵਿੱਚੋਂ ਲਾ ਲਓ, ਚਾਹੇ ਸਟੈਟਿਕ ਦੇ ਵਿੱਚੋਂ, ਇਹ ਜ਼ਰੂਰ ਪੁੱਛਿਆ ਜਾਊਗਾ। ਇਹ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਕਰਵਾ ਦਾਂਗਾ 12 ਨੰਬਰ ਕਲਾਸ 'ਚ। ਅਵਾਰਡ ਐਂਡ ਆਨਰ, ਬੁੱਕਸ ਐਂਡ ਆਥਰ, ਯੂਨਾਈਟਿਡ ਨੇਸ਼ਨ, ਇੰਡੀਅਨ ਰੈਵੋਲੂਸ਼ਨ ਹੋ ਗਈਆਂ, ਠੀਕ ਆ। ਸੋ UNESCO ਵਰਲਡ ਹੈਰੀਟੇਜ ਸਾਈਟਸ ਹੋ ਗਈਆਂ, ਠੀਕ ਆ। ਟੌਮਸ, ਠੀਕ ਆ ਜੀ, ਮਤਲਬ ਟੌਮਸ ਤੇ ਸਿਟੀਜ਼ ਹੋ ਗਈਆਂ। ਪ੍ਰਿੰਸੀਪਲ ਲੈਂਗੁਏਜ ਇੰਡੀਆ ਦੀਆਂ, ਰਿਸਰਚ ਸੈਂਟਰ ਹੋ ਗਏ, ਚਾਹੇ ਇੰਡੀਅਨ ਐਟੋਮਿਕ ਰਿਸਰਚ ਸੈਂਟਰ ਹੋ ਗਏ, ਸਪੇਸ ਪ੍ਰੋਗਰਾਮ ਹੋ ਗਏ ਇੰਡੀਆ ਦੇ, ਜਾਂ ਵੈਸੇ ਕੋਈ ਇੰਪੋਰਟੈਂਟ ਫੈਕਟ, ਠੀਕ ਆ। ਇਹ ਫਿਲਹਾਲ ਟੌਪਿਕ ਥੋੜੇ ਜਿਹੇ ਲੰਬੇ ਜਾਣਗੇ, ਸੋ ਇਹ ਥੋੜਾ ਜਿਹਾ ਤੁਸੀਂ ਖੁਦ ਮਿਹਨਤ ਕਰਿਓ। ਮੈਂ ਤੁਹਾਨੂੰ ਟੌਪਿਕ ਦਿੱਤੇ ਹੋਏ ਨੇ, ਠੀਕ ਹੈ ਜੀ। ਵੈਸੇ ਇਦਾਂ ਨਹੀਂ ਕਿ ਮੈਂ ਪੂਰੇ ਨਹੀਂ ਕਰਵਾਵਾਂਗਾ, ਮੈਂ ਸਟੈਟਿਕ ਜੀਕੇ ਤੁਹਾਨੂੰ ਨਾਲ ਦੀ ਨਾਲ ਕਵਰ ਕਰਾਉਂਗਾ, ਪਰ ਮੈਂ ਪਹਿਲਾਂ ਜਿਹੜੇ ਉੱਪਰ ਵਾਲੇ ਜਿਹੜੇ ਮੈਂ ਟੌਪਿਕ ਤੁਹਾਨੂੰ 5 ਦਿੱਤੇ ਨੇ ਨਾ, ਕਿ ਇਹ ਤੁਹਾਡਾ ਜਿੱਦਾਂ ਕਿ ਆਹ ਹੋ ਗਿਆ, ਮੈਡੀਵਲ ਹੋ ਗਿਆ, ਐਂਸ਼ੀਅੰਟ ਹੋ ਗਿਆ, ਪੋਲਿਟੀ ਹੋ ਗਿਆ, ਪੰਜਾਬ ਜੀਕੇ, ਇਹ ਮੈਂ ਤੁਹਾਨੂੰ ਪੂਰੀ ਚੰਗੀ ਤਰ੍ਹਾਂ ਕਰਵਾਉਣਾ ਚਾਹੁੰਦਾ ਮੈਂ, ਕਿਉਂਕਿ ਆਹ ਤੁਸੀਂ ਖੁਦ ਵੀ ਕਰ ਸਕਦੇ ਹੋ। ਇਹ ਕੋਈ ਖਾਸ ਇਦਾਂ ਦਾ ਨਹੀਂਗਾ ਕਿ ਇਹਦੇ ਵਿੱਚ ਕੋਈ ਖਾਸ ਸਮਝਾਉਣ ਵਾਲੀ ਚੀਜ਼ ਨਹੀਂ ਹੁੰਦੀਗੀ, ਬਸ ਇਦਾਂ ਵਾ ਕਿ ਡਾਟਾ ਨੂੰ ਥੋੜਾ ਜਿਹਾ ਵਧੀਆ ਤਰੀਕੇ ਨਾਲ ਕਰਨਾ ਹੁੰਦਾ। ਇਹਦੇ ਲਈ ਮੈਂ ਇਹ ਤੁਹਾਨੂੰ ਕਰਵਾ ਰਿਹਾ, ਨਹੀਂ ਮੈਂ ਤੁਹਾਨੂੰ ਇਹਦੇ ਲਈ ਲੂਸ਼ੈਂਟ ਤਾਂ ਅਰੀਹੰਟ ਦੱਸੀ ਹੋਈ ਆ। ਇਹ ਸਾਰੇ ਟੌਪਿਕ ਜਿੰਨੇ ਮੈਂ ਤੁਹਾਨੂੰ ਇੱਥੇ ਮੈਂਸ਼ਨ ਕੀਤੇ ਨਾ, ਲੂਸ਼ੈਂਟ ਚੱਕ ਲਓ ਤੇ ਅਰੀਹੰਟ ਚੱਕ ਲਓ, ਚਾਹੇ ਜਿਹੜੀ 170 ਰੁਪਏ ਦੀ ਜਿਹੜੀ ਮੈਂ ਤੁਹਾਨੂੰ ਬੁੱਕ ਦੱਸੀ ਆ, ਜਾਂ 200 ਰੁਪਏ ਦੀ ਥਿਊਰੀ ਬੁੱਕ, ਉਹਦੇ ਲਾਸਟ ਦੇ ਉੱਤੇ ਤੁਹਾਨੂੰ ਸਟੈਟਿਕ ਜੀਕੇ 'ਚ ਇੰਪੋਰਟੈਂਟ ਫੈਕਟ 'ਚ ਇਹ ਸਾਰੀਆਂ ਚੀਜ਼ਾਂ ਮਿਲ ਜਾਣਗੀਆਂ, ਤੁਸੀਂ ਖੁਦ ਵੀ ਕਰ ਸਕਦੇ ਹੋ। ਮੇਰੀ ਕਲਾਸ ਦਾ ਤੁਹਾਨੂੰ ਇਹੀ ਫਾਇਦਾ ਹੋਊਗਾ ਕਿ ਨਾਲ ਤੁਸੀਂ ਸਟੈਟਿਕ ਕਰਦਾ ਤੇ ਉਹ ਬੁੱਕ ਦੇ ਉੱਤੇ ਸਿਰਫ ਤੁਹਾਨੂੰ ਸਟੈਟਿਕ ਇਨਫੋਰਮੇਸ਼ਨ ਹੋਊਗੀ। ਜਿਹੜੇ ਮੈਂ ਤੁਹਾਨੂੰ ਕਲਾਸ ਕਰਾਊਂਗਾ ਉਹਦੇ ਵਿੱਚ ਮੈਂ ਤੁਹਾਨੂੰ ਜਿਹੜਾ ਰੀਸੈਂਟਲੀ ਰੀਸੈਂਟਲੀ ਮਤਲਬ ਨੋਬਲ ਪ੍ਰਾਈਜ਼ ਹੋਊਗਾ, ਕਿ ਨੋਬਲ ਪ੍ਰਾਈਜ਼ ਦੇ ਨਾਲ ਮੈਂ ਤੁਹਾਨੂੰ ਕਰੰਟ ਵੀ ਦੇ ਦਾਂਗਾ, ਠੀਕ ਆ। ਸੋ ਇਹ ਫਾਇਦਾ ਹੋਏਗਾ, ਬਾਕੀ ਤੁਸੀਂ ਸਟੈਟਿਕ ਤੁਸੀਂ ਕਰ ਸਕਦੇ ਹੋ, ਠੀਕ ਆ। ਸੋ ਆਪਣੀ ਕਲਾਸ ਦਾ ਇਹੀ ਫਾਇਦਾ, ਨਹੀਂ ਮੈਂ ਇਹ ਤੁਹਾਨੂੰ ਕਰਵਾਉਣੀ ਨਹੀਂ ਸੀ, ਇਹ ਮੈਂ ਤੁਹਾਨੂੰ ਸਟੈਟਿਕ ਜੀਕੇ ਲਈ ਮੈਂ ਤੁਹਾਨੂੰ ਪਹਿਲਾਂ ਬਾਰ-ਬਾਰ ਦੱਸਤਾ ਸੀ, ਤਾਂ ਹੀ ਮੈਂ ਇਹ ਲੇਟ ਸ਼ੁਰੂ ਕੀਤੀ ਸੀ ਕਿ ਤੁਸੀਂ ਆਪ ਵੀ ਕਰ ਸਕਦੇ ਹੋ। ਸੋ ਬਟ ਨਾਲ ਇੱਦਾਂ ਵਾ ਕਿ ਕਰੰਟ ਅਫੇਅਰ ਵੀ ਤੁਹਾਡੇ ਨਾਲ ਕਵਰ ਹੋ ਜਾਣਗੇ, ਜਿਹਦੇ ਕਰਕੇ ਮੈਂ ਇਹ ਨਾਲ ਸ਼ੁਰੂ ਕੀਤੀ ਹੋਈ ਆ, ਠੀਕ ਆ। ਸੋ ਤੁਹਾਨੂੰ ਡਬਲ ਮਿਹਨਤ ਨਹੀਂ ਕਰਨੀ ਪਏਗੀ, ਠੀਕ ਆ। ਹੁਣ ਮੰਨ ਲਓ ਤੁਸੀਂ ਇੱਕ ਚੀਜ਼ ਪੜ੍ਹ ਰਹੇ ਹੋ, ਕੋਈ ਸਪੋਰਟਸ ਟੌਪਿਕ ਪੜ੍ਹ ਰਹੇ ਹੋ, ਹੁਣ ਤੁਸੀਂ ਮੇਰੇ ਨਾਲ ਇੱਕ ਸਪੋਰਟਸ ਟੌਪਿਕ ਪੜ੍ਹਿਆ ਸੀ, ਕ੍ਰਿਕਟ ਦਾ ਟੌਪਿਕ, ਠੀਕ ਆ ਜੀ। ਹੁਣ ਕ੍ਰਿਕਟ ਦੇ ਵਿੱਚ ਨਾਲ ਦੀ ਨਾਲ ਤੁਹਾਡਾ ਤੁਸੀਂ ਕੋਈ ਬੁੱਕ ਚੱਕ ਲਓ, ਉਹਦੇ ਉੱਤੇ ਨਿੱਕਾ ਜਿਹਾ ਟੌਪਿਕ ਦਿੱਤਾ ਹੋਇਆ ਕ੍ਰਿਕਟ ਦਾ, ਪਰ ਤੁਸੀਂ ਪੇਪਰ ਦੇ ਵਿੱਚ ਕੁਐਸਚਨ ਦੇਖ ਲਓ ਕਿ ਕ੍ਰਿਕਟ 'ਚ ਉਹ ਸਟੈਟਿਕ ਵੀ ਪੁੱਛ ਲੈਂਦੇ ਆ, ਕਰੰਟ ਵੀ ਪੁੱਛ ਲੈਂਦੇ ਆ। ਸੋ ਨਾਲ ਮੈਂ ਤੁਹਾਨੂੰ ਕਰੰਟ ਵੀ ਕਵਰ ਕਰਾਤਾ, ਜਿਹੜੇ ਵੀ ਇਵੈਂਟ ਅਜੇ ਤੱਕ ਹੋਏ ਨੇ ਜਾਂ ਅੱਗੇ ਵੀ ਹੋਣ ਵਾਲੇ, ਜਿਵੇਂ ਵਰਲਡ ਕੱਪ ਕਿੱਥੇ ਹੋਊਗਾ, 2023 ਵਾਲਾ
22 ਵਾਲਾ ਕਿੱਥੇ ਹੋਊਗਾ, ਸੋ 2020 ਵਰਲਡ ਕੱਪ ਕਿੱਥੇ ਹੋਊਗਾ, ਚੈਂਪੀਅਨਸ ਟਰਾਫੀ ਕਦੋਂ ਹੋਊਗੀ, IPL ਅਗਲਾ ਕਿੱਦੋਂ ਹੋਊਗਾ, ਕਿੱਥੇ ਹੋਊਗਾ, ਇਹ ਚੀਜ਼ਾਂ ਕੁਐਸਚਨ ਦੇ ਵਿੱਚ ਬਣਦੀਆਂ ਨੇ। ਇਹ ਤੁਹਾਨੂੰ ਬੁੱਕਸ ਦੇ ਵਿੱਚ ਕਿਤੇ ਵੀ ਨਹੀਂ ਮਿਲਣਗੀ, ਠੀਕ ਆ। ਸੋ ਨਾਲ ਸਟੈਟਿਕ ਨਾਲ ਕਰੰਟ, ਇਹੀ ਫਾਇਦਾ ਵਾ ਤੁਹਾਨੂੰ, ਜੋ ਕਿ ਆਪਣੀ ਇੱਥੋਂ ਆਪਣੇ ਚੈਨਲ ਤੋਂ ਤੁਸੀਂ ਸਟੈਟਿਕ ਜੀਕੇ ਕਰੋਗੇ, ਠੀਕ ਆ ਜੀ। ਸੋ ਇਹ ਬੈਨੀਫਿਟ ਆ। ਸੋ ਸਟੈਟਿਕ ਜੀਕੇ ਜ਼ਿਆਦਾਤਰ PSSB ਲਈ ਇੰਪੋਰਟੈਂਟ ਆ। ਨੈਕਸਟ ਆ ਗਿਆ ਜੀ, ਠੀਕ ਆ ਜੀ। ਸੋ ਆਹ ਸਾਰੀਆਂ ਚੀਜ਼ਾਂ ਤੁਸੀਂ ਖੁਦ ਵੀ ਕਰ ਸਕਦੇ, ਮੈਂ ਤੁਹਾਡੇ ਨਾਲ ਸ਼ੇਅਰ ਕਰ ਦਾਂਗਾ PDF, ਠੀਕ ਆ। ਹੁਣ ਜੀ ਆ ਹੋਰ ਕੀ ਕੀਤਾ ਹੋਇਆ ਆਪਣਾ, ਇਹ ਚੀਜ਼ ਤਾਂ ਤੁਸੀਂ ਬਿਲਕੁਲ ਵੀ ਨਹੀਂ ਛੱਡਣੀ, ਚਾਹੇ ਕੁਛ ਹੋ ਜਾਵੇ, ਚਾਹੇ ਤੁਸੀਂ ਖੁਦ ਕਰ ਲਓ। ਮੈਂ ਤੁਹਾਡੇ ਨਾਲ PSSB ਦੇ ਪਿਛਲੇ ਪੇਪਰ ਵੀ ਸ਼ੇਅਰ ਕੀਤੇ ਹੋਏ ਨੇ, ਠੀਕ ਆ, ਟੈਲੀਗ੍ਰਾਮ ਦੇ ਉੱਤੇ, ਚਾਹੇ ਤੁਸੀਂ ਖੁਦ ਕਰ ਲਓ। ਵੈਸੇ ਮੈਂ ਹੁਣ ਤੁਸੀਂ ਕਹੋਗੇ ਕਿ ਫਿਰ ਆਪਾਂ ਕਾਹਤੇ ਕੀਤੇ ਨੇ, ਜਿਹੜੇ ਮੈਂ ਤੁਹਾਨੂੰ ਕਰਵਾਏ ਨੇ ਇਹਦੇ ਵਿੱਚ ਨਾਲ ਤੁਹਾਨੂੰ ਮੈਂ ਐਕਸਪਲੇਨ ਕਰਕੇ ਕਰਵਾਏ ਨੇ ਕਿ ਹਾਂ ਇਹਦੇ ਵਿੱਚ ਇਹ ਚੀਜ਼ ਹੁੰਦੀ ਆ। ਮਤਲਬ ਕੋਈ ਇੱਕ ਮੈਂ ਤੁਹਾਨੂੰ ਟੌਪਿਕ ਚੱਕ ਲਿਆ ਕੋਈ ਵੀ, ਠੀਕ ਆ, ਕੋਈ ਵੀ ਇੱਕ ਕੁਐਸਚਨ ਆਇਆ ਹੋਇਆ ਵਾ, ਠੀਕ ਆ। ਸੋ ਇਹ 'ਚ 600 ਕੁਐਸਚਨ ਮੈਂ ਕਵਰ ਕਰਵਾਏ ਹੋਏ ਨੇ, ਤਾਂ ਉਹਦੇ ਵਿੱਚ ਨਾਲ ਮੈਂ ਉਹਨੂੰ ਐਕਸਪਲੇਨ ਵੀ ਕੀਤਾ ਕਿ ਜ਼ਰੂਰੀ ਨਹੀਂ ਵੀ ਆਹੀ ਚੀਜ਼ ਰਿਪੀਟ ਹੋਊਗੀ, ਠੀਕ ਆ, ਕੋਈ ਵੀ ਕੁਐਸਚਨ ਦੀ, ਤਾਂ ਨਾਲ ਆਪਾਂ ਉਹਦੀ ਐਕਸਪਲੇਨ ਦੇ ਵਿੱਚ ਡਿਟੇਲ ਕੀਤਾ ਹੋਇਆ। ਅਗਲੀ ਵਾਰ ਉਹ ਟੌਪਿਕ 'ਚੋਂ ਕੋਈ ਹੋਰ ਕੁਐਸਚਨ ਵੀ ਆ ਜਾਊਗਾ ਤੁਹਾਡਾ, ਉਹਦੇ ਵਿੱਚ ਮੇਰੀ ਉਹ ਵੀਡੀਓ ਦੇ ਵਿੱਚ ਹੀ ਕਵਰ ਹੋ ਜਾਏਗਾ, ਠੀਕ ਆ। ਸੋ ਜ਼ਿਆਦਾ ਵੱਡੀਆਂ ਵੀਡੀਓ ਨਹੀਂ, ਛੋਟੀਆਂ ਵੀਡੀਓਜ਼ ਆ, ਤੁਸੀਂ ਕਰ ਸਕਦੇ ਹੋ, ਠੀਕ ਆ ਜੀ। ਹੁਣ ਆਹ ਵਾਲੇ ਪੇਪਰ ਦੀ ਮੈਂ ਜੀਕੇ ਤੁਹਾਨੂੰ ਪੂਰੀ ਐਕਸਪਲੇਨੇਸ਼ਨ ਦੇ ਨਾਲ ਕਰਵਾਈ ਹੋਈ ਆ। 600 MCQ ਬਣਦੇ ਆ ਟੋਟਲ। 15 ਪੇਪਰ ਮੈਂ ਤੁਹਾਨੂੰ ਆਲਰੇਡੀ ਸੋਲਵ ਕਰਾ ਚੁੱਕਿਆ ਇਹਦੇ 'ਚ ਜੀਕੇ ਦੇ। ਜੇਲ੍ਹ ਸੁਪਰੀਡੈਂਟ ਦਾ ਹੋਇਆ ਸੀ ਜਿਹੜਾ, ਕਲਰਕ ਦਾ ਮਾਰਨਿੰਗ ਈਵਨਿੰਗ ਸ਼ਿਫਟ, ਅਕਾਊਂਟ ਕਲਰਕ 'ਚ 30 ਨੰਬਰ ਦੀ ਜੀਕੇ ਆਈ ਸੀ, ਇਹ 'ਚ 40, ਕਲਰਕ IT 'ਚ 30 ਦੀ ਆਈ ਸੀ। ਐਗਜ਼ਾਈਜ਼ ਇੰਸਪੈਕਟਰ 2021 ਦਾ ਮੈਂ ਤੁਹਾਨੂੰ ਸੋਲਵ ਕਰਾਇਆ ਹੋਇਆ। ਪਟਵਾਰੀ ਮੇਨ PSSB ਦੇ ਜੇਲ੍ਹ ਵਾਰਡਨ ਦੀਆਂ 6 ਸ਼ਿਫਟਾਂ ਹੋਈਆਂ ਸੀ, 40 ਕੁਐਸਚਨ ਆਏ ਹੋਏ ਨੇ। ਇਹ 'ਚ ਪੋਲਿਟੀ ਅਲੱਗ ਤੋਂ 20 ਨੰਬਰ ਦੀ ਆਈ ਸੀ, ਤਾਂ ਪੋਲਿਟੀ ਦੇ ਕੁਐਸਚਨ ਤੁਹਾਡੇ ਬਹੁਤ ਵਧੀਆ ਤਰੀਕੇ ਨਾਲ ਕਵਰ ਹੋ ਜਾਣਗੇ। ਲਗਭਗ 120 ਕੁਐਸਚਨ ਤੁਹਾਡੇ ਪੋਲਿਟੀ ਦੇ ਸਿਰਫ ਇਹਦੇ ਵਿੱਚੋਂ ਹੀ ਕਵਰ ਹੋ ਜਾਣਗੇ। ਸੋ ਇਸ ਲਈ ਮੈਂ ਕਹਿੰਦਾ ਹੁੰਦਾ ਕਿ ਹਰੇਕ ਕਲਾਸ ਦੇਖਿਆ ਕਰੋ, ਤੁਸੀਂ, ਮਤਲਬ ਚਾਹੇ ਉਹ MCQ ਦੀ ਆ, ਚਾਹੇ ਪੁਰਾਣਿਆਂ ਦੀ, ਚਾਹੇ ਤੁਹਾਡੇ ਕੀਤੇ ਵੀ ਹੋਇਆ, ਚਾਹੇ ਮੰਨ ਲਓ ਤੁਹਾਡੇ ਇੱਕ ਵਾਰੀ ਕੀਤੇ ਹੋਏ ਆ, ਤਾਂ ਮੰਨ ਲਓ ਕਿ ਮੈਂ ਆਹ 40 ਕੁਐਸਚਨ ਕਰਵਾ ਰਿਹਾ, ਤਾਂ ਮੈਂ 30-35 ਮਿੰਟ ਦੇ ਵਿੱਚ ਇਹ 40 ਕੁਐਸਚਨ ਕਰਵਾ ਕੇ ਤੇ ਨਾਲ ਹੀ ਤੁਹਾਨੂੰ 40 ਕੁਐਸਚਨ ਦਾ ਕਵਰ ਹੋਣਗੇ, ਨਾਲ ਤੁਹਾਡੇ 50-60 ਹੋਰ ਕੁਐਸਚਨ ਕਵਰ ਹੋ ਜਾਣਗੇ, ਜਿਹੜੇ ਮੈਂ ਤੁਹਾਨੂੰ ਐਕਸਪਲੇਨ ਕਰਕੇ ਟੌਪਿਕ ਵਾਈਜ਼ ਦੱਸੂਗਾ। ਸੋ ਲਗਭਗ ਤੁਹਾਡੇ 30 ਮਿੰਟ ਦੇ ਵਿੱਚ 100 ਕੁਐਸਚਨ ਕਵਰ ਹੋ ਜਾਣਗੇ। ਸੋ ਇਹਦਾ ਤੁਹਾਨੂੰ ਬੈਨੀਫਿਟ ਹੀ ਆ। ਸੋ ਇਹ ਕਲਾਸ ਜ਼ਰੂਰ ਦੇਖ ਲਿਆ ਕਰੋ, ਠੀਕ ਹੈ ਜੀ, ਜਿਹੜੀ ਕਿ ਇੰਪੋਰਟੈਂਟ ਹੁੰਦੀ ਆ, ਠੀਕ ਹੈ ਜੀ, ਪੇਪਰ ਦੇ ਪੁਆਇੰਟ ਆਫ ਵਿਊ ਨਾਲ। ਸੋ ਆ ਸਾਰੇ ਆਪਾਂ ਇਲੈਕਸ਼ਨ ਕਾਨੂੰਗੋ ਤੱਕ ਮੈਂ 15 ਪੇਪਰ ਕਰਵਾ ਚੁੱਕਿਆ ਇੰਪੋਰਟੈਂਟ। ਸੋ ਟੋਟਲ 600 ਦੇ ਲਗਭਗ MCQ ਬਣਦਾ। ਜੇ ਉਹਨੂੰ ਐਕਸਪਲੂਨ ਕਰਕੇ ਆਪਾਂ ਲਾਈਏ ਤਾਂ 1000-1200 ਕੁਐਸਚਨ ਮੈਂ ਤੁਹਾਨੂੰ ਇਹਦੇ ਵਿੱਚ ਕਰਵਾ ਚੁੱਕਿਆ MCQ। ਸੋ ਤੁਸੀਂ ਬਾਰ-ਬਾਰ ਕਹਿੰਦੇ ਰਹਿੰਦੇ ਹੋ ਕਿ MCQ ਨਹੀਂ ਕਰ ਰਹੇ, ਆਪਾਂ ਸਿਰਫ ਥਿਊਰੀ ਕਰ ਰਹੇ ਹਾਂ, MCQ ਘੱਟ ਕਰ ਰਹੇ ਹਾਂ। ਸੋ MCQ ਜੇਕਰ ਤੁਸੀਂ ਧਿਆਨ ਨਾਲ ਦੇਖੋ ਨਾ, 1000-1200 MCQ ਮੈਂ ਤੁਹਾਨੂੰ ਇਹਦੇ ਵਿੱਚ ਕਰਵਾ ਚੁੱਕਿਆ ਮੈਂ ਆਲਰੇਡੀ। ਤੇ ਜਿਹੜੇ ਮੈਂ ਤੁਹਾਨੂੰ ਆਪਣੇ ਟੈਲੀਗ੍ਰਾਮ ਚੈਨਲ ਤੇ MCQ ਪਾਉਂਦਾ ਹੁੰਦਾ ਵਾ, ਉਹਦੇ ਵਿੱਚ ਵੀ ਬਹੁਤ MCQ ਆਪਾਂ ਕੀਤੇ ਹੋਏ ਨੇ, ਠੀਕ ਹੈ। ਨਾਲ ਦੀ ਨਾਲ ਆਪਾਂ ਕਵਰ ਕਰਦੇ ਹਾਂ। ਬਾਕੀ ਤੁਸੀਂ ਅਲੱਗ ਤੋਂ ਜਦੋਂ ਆਪਣਾ ਜਿੱਦਾਂ ਕਿ ਟੌਪਿਕ ਖਤਮ ਹੋ ਜਾਏਗਾ, ਮੈਂ ਨਾਲ ਤੁਹਾਨੂੰ 200 ਜਾਂ 300 MCQ ਇੰਪੋਰਟੈਂਟ ਸਬਜੈਕਟ ਵਾਈਜ਼ ਤਿਆਰ ਕਰੀ ਜਾਊਂਗਾ। ਹਾਂਜੀ, PPSC ਦੇ ਕੀ ਆਪਾਂ ਕਵਰ ਕੀਤਾ ਹੋਇਆ, ਇਹਦੇ ਲਈ ਮੈਂ ਤੁਹਾਨੂੰ ਸਾਰੇ ਪ੍ਰੀਵੀਅਸ ਈਅਰ ਪੇਪਰ ਦੀ ਜੀਕੇ ਕਵਰ ਕੀਤੀ ਹੋਈ ਆ, 250 MCQ, ਠੀਕ ਹੈ ਜੀ। ਸੋ ਇਹਦੇ 'ਚ ਮੈਂ ਟੋਟਲ ਤੁਹਾਨੂੰ ਇੱਕ ਤਾਂ ਪਹਿਲਾਂ 1 ਤੋਂ 4 ਕਲਾਸਾਂ ਦੇਖੋ, ਵੀਡੀਓ ਦੇ ਵਿੱਚ 1 ਤੋਂ ਲੈ ਕੇ 200 ਤੱਕ ਮੈਂ MCQ ਕਵਰ ਕਰਾਇਆ। ਬਹੁਤ ਹੀ ਇੰਪੋਰਟੈਂਟ ਕੁਐਸਚਨ ਬਣਦੇ ਨੇ, ਚਾਹੇ ਤੁਸੀਂ PSSB ਦੀ ਤਿਆਰੀ ਕਰਨੀ ਆ, ਚਾਹੇ ਪੰਜਾਬ ਪੁਲਿਸ ਦੀ ਕਰਨੀ ਆ, ਚਾਹੇ ਤੁਸੀਂ PPSC ਦੀ ਕਰਨੀ ਆ, ਕਿਉਂਕਿ ਇਹਦੇ ਵਿੱਚੋਂ ਇਹੋ ਜਿਹੇ ਕੁਐਸਚਨਾਂ ਤੋਂ ਤੁਹਾਨੂੰ ਅੰਦਾਜ਼ਾ ਹੋਊਗਾ ਕਿ ਹਿਸਟਰੀ 'ਚੋਂ ਕਿਹੜੇ ਬਣਦੇ ਨੇ, ਪੋਲਿਟੀ 'ਚੋਂ ਕਿਹੜੇ ਬਣਦੇ ਨੇ, ਪੰਜਾਬ ਜੀਕੇ 'ਚੋਂ ਕਿਹੜੇ ਬਣਦੇ ਨੇ, ਇਕਨੋਮਿਕਸ 'ਚੋਂ ਕਿਹੜੇ ਬਣਦੇ ਨੇ, ਸਾਇੰਸ ਟੈਕ 'ਚੋਂ ਕਿਹੜੇ ਬਣਦੇ ਨੇ, ਠੀਕ ਆ। ਕਰੰਟ ਅਫੇਅਰ ਤਾਂ ਚਲੋ ਨਹੀਂ ਕਰਵਾਏ ਗਏ ਮੈਂ, ਠੀਕ ਆ। ਸੋ ਇਹ ਤੁਸੀਂ ਜ਼ਰੂਰ ਕਰਨਾ। 200 ਕੁਐਸਚਨ ਹੈ। ਜਿਹਨੇ ਸੀਨੀਅਰ ਅਸਿਸਟੈਂਟ ਦੀ ਤਿਆਰੀ ਕਰਨੀ ਆ, ਉਹ 40 ਨੰਬਰ ਦੇ ਆ। ਜੋ ਇਹਦੇ ਵਿੱਚ ਸੀਨੀਅਰ ਅਸਿਸਟੈਂਟ ਦੇ ਵਿੱਚ ਜੀਕੇ ਆਈ ਸੀ, ਉਹ ਜ਼ਰੂਰ ਕਰ ਸਕਦਾ। 2018 ਦੀ ਵਿਦ ਐਕਸਪਲੇਨੇਸ਼ਨ ਕਰਵਾਏ ਨੇ, ਠੀਕ ਆ। ਸੋ ਇਸ ਤਰ੍ਹਾਂ ਨਹੀਂ ਕਿ ਆਪਾਂ, ਉਹ ਤਾਂ ਤੁਸੀਂ ਆਪ ਵੀ ਕਰ ਸਕਦੇ ਹੋ। ਇੱਕ ਕੁਐਸਚਨ ਪੜ੍ਹਿਆ, ਉਹਦੀਆਂ 4 ਆਪਸ਼ਨਸ ਬੋਲੀਆਂ ਤੇ ਇੱਕ ਆਨਸਰ ਲਾਇਆ, ਤੇ ਚਲੋ ਅੱਗੇ ਵੱਧ ਗਏ। ਇਹ ਤੁਸੀਂ ਆਪ ਵੀ ਕਰ ਸਕਦੇ ਹੋ। ਪਰ ਉਹ ਆਪਸ਼ਨ ਨੂੰ ਐਕਸਪਲੇਨ ਕੀਤਾ ਵਾ, ਉਹ ਟੌਪਿਕ ਦੇ ਵਿੱਚੋਂ ਜਿਹੜਾ ਉਹਨਾਂ ਨੇ ਟੌਪਿਕ ਪੁੱਛ ਲਿਆ, ਉਹਦੇ ਵਿੱਚੋਂ ਕਿਹੜਾ ਕੁਐਸਚਨ ਹੋਰ ਬਣ ਸਕਦਾ ਅੱਗੇ ਜਾ ਕੇ, ਇਹ ਚੀਜ਼ ਕਰਾਈ ਹੈ, ਠੀਕ ਹੈ। ਸੋ ਤੁਹਾਨੂੰ ਬੈਨੀਫਿਟ ਹੀ ਹੋਏਗਾ। ਸੋ ਕੋਈ ਵੀ ਕਲਾਸ ਤੁਸੀਂ ਮਿਸ ਨਹੀਂ ਕਰਨੀ ਹੈ। ਹੁਣ ਪੈਂਡਿੰਗ ਸਬਜੈਕਟ, ਇੱਥੇ ਸਿਰਫ ਮੈਂ ਪੈਂਡਿੰਗ ਸਬਜੈਕਟ ਲੈ ਕੇ ਆਇਆ, ਜਿਹਦੇ ਵਿੱਚ ਤੁਹਾਨੂੰ ਥੋੜ੍ਹੀ ਜਿਹੀ ਮਿਹਨਤ ਕਰਨ ਦੀ ਜ਼ਰੂਰਤ ਪਏਗੀ, ਠੀਕ ਆ। ਸੋ ਵੈਸੇ ਮੈਂ ਇਹ ਪੈਂਡਿੰਗ ਤਾਂ ਲਿਖੇ ਨੇ ਕਿਉਂਕਿ ਅਜੇ ਫਿਲਹਾਲ ਅਗਸਤ ਦੇ ਵਿੱਚ ਇਹਨਾਂ ਦੇ ਵਿੱਚੋਂ ਕੋਈ ਵੀ ਸਬਜੈਕਟ ਆਪਣਾ ਸ਼ੁਰੂ ਨਹੀਂ ਹੋਏਗਾ, ਕਿਉਂਕਿ ਅਗਸਤ ਦੇ ਵਿੱਚ ਆ ਜਿਹੜੇ ਉੱਪਰ ਆਪਣੇ ਟੌਪਿਕ ਬਹੁਤ ਪਏ ਨੇ। ਸੋ ਮੈਂ ਪਹਿਲਾਂ, ਮੇਰਾ ਟਾਰਗੇਟ ਇਹੀ ਆ ਕਿ ਜਿਹੜੇ ਸਬਜੈਕਟ ਮੈਂ ਸ਼ੁਰੂ ਕੀਤੇ ਹੋਏ ਨੇ, ਘੱਟੋ ਘੱਟ ਉਹ ਸਬਜੈਕਟ ਤੁਹਾਡੇ ਕਿਸੇ ਵੀ ਪੇਪਰ ਤੋਂ ਪਹਿਲਾਂ ਜ਼ਰੂਰ ਕੰਪਲੀਟ ਕਰਾ ਦਾਂ, ਕਿਉਂਕਿ ਤੁਹਾਨੂੰ ਇਹ ਨਾ ਹੋਵੇ ਕਿ ਅੱਜ ਅਸੀਂ ਪੋਲਿਟੀ ਸ਼ੁਰੂ ਕੀਤੀ ਸੀ ਜੀਕੇ ਅਕੈਡਮੀ ਪੰਜਾਬ ਤੋਂ, ਤੇ ਉੱਥੇ ਸਿਰਫ 23 ਲੈਕਚਰ ਹੀ ਹੋਏ ਨੇ, ਤੇ ਐਂਡ ਵਾਲੇ 7 ਲਈ ਸਾਨੂੰ ਕੋਈ ਬੁੱਕ ਲੱਭਣੀ ਪਈ ਜਾਂ ਕਿਸੇ ਹੋਰ ਸੋਰਸ 'ਤੇ ਜਾਣਾ ਪਿਆ, ਠੀਕ ਆ। ਸੋ ਉਹ ਸਾਰਾ ਡਿਟੇਲ ਦੇ ਵਿੱਚ ਮੈਂ ਤੁਹਾਨੂੰ ਇਸੇ ਲਈ ਕਹਿੰਦਾ ਮੈਂ ਕਿ ਜਿਹੜਾ ਸਬਜੈਕਟ ਮੈਂ ਸ਼ੁਰੂ ਕਰਾ ਰਿਹਾ, ਪਹਿਲਾਂ ਮੇਰਾ ਫੋਕਸ ਉਹਦੇ ਵਿੱਚ ਤੇ ਹੀ ਹੁੰਦਾ। ਤੁਸੀਂ ਬਾਰ-ਬਾਰ ਕਹਿੰਦੇ ਹੋ ਕਿ ਇਕਨੋਮਿਕਸ ਸ਼ੁਰੂ ਕਰ ਦਿਓ, ਸਾਇੰਸ ਸ਼ੁਰੂ ਕਰ ਦਿਓ, ਜਾਂ ਕੋਈ ਹੋਰ ਸਬਜੈਕਟ ਸ਼ੁਰੂ ਕਰ ਦਿਓ, ਮੈਂ ਇਸੇ ਲਈ ਸ਼ੁਰੂ ਨਹੀਂ ਕਰਦਾ, ਕਿਉਂਕਿ ਉਸ ਤੋਂ ਬਾਅਦ ਬਹੁਤ ਜ਼ਿਆਦਾ ਦਬਾਅ ਬਣਦਾ ਵਾ। ਹੁਣ ਤੁਸੀਂ ਖੁਦ ਦੇਖੋਗੇ
ਕਿ ਇੱਕ ਕਲਾਸ ਨੂੰ ਜੇਕਰ ਤੁਹਾਨੂੰ ਪੰਜਾਬੀ ਤੇ ਇੰਗਲਿਸ਼ ਦੇ ਵਿੱਚ 6 ਘੰਟੇ 6-7 ਘੰਟੇ ਲੱਗ ਜਾਂਦੇ ਨੇ ਇੱਕ ਕਲਾਸ ਤਿਆਰ ਕਰਨ ਨੂੰ, ਪੰਜਾਬੀ ਤੇ ਇੰਗਲਿਸ਼ ਦੇ ਵਿੱਚ ਜਦੋਂ ਉਹਨੂੰ ਰਿਕਾਰਡ ਕਰਨਾ ਪੈਂਦਾ ਬਾਅਦ ਵਿੱਚ, ਠੀਕ ਆ, ਫਿਰ ਉਹਨੂੰ ਵੈਰੀਫਾਈ ਕਰਨਾ ਪੈਂਦਾ ਵਾ ਡਾਟੇ ਨੂੰ ਐਨ ਚੰਗੀ ਤਰ੍ਹਾਂ, ਕਿ ਕਈ ਵਾਰ ਕੋਈ ਟਾਈਪਿੰਗ ਮਿਸਟੇਕ ਹੋ ਜਾਂਦੀ ਹੈ, ਐਰਰ ਹੋ ਜਾਂਦਾ ਵਾ, ਠੀਕ ਆ। ਸੋ ਇਹ ਚੀਜ਼ਾਂ ਨੂੰ ਬਹੁਤ ਇੰਪੋਰਟੈਂਟ ਹੁੰਦਾ ਵਾ, 6 ਤੋਂ 7 ਘੰਟੇ ਲੱਗਦੇ ਨੇ। ਸੋ ਇਸੇ ਲਈ ਮੈਂ ਜਿਹੜੀਆਂ ਚੀਜ਼ਾਂ ਸ਼ੁਰੂ ਕਰਾਈਆਂ ਨੇ, ਜਿਹੜੀਆਂ ਮੈਂ ਉੱਪਰ ਵਾਲੇ ਤੁਹਾਨੂੰ ਆਹ ਸਬਜੈਕਟ ਕਹੇ ਨੇ, ਠੀਕ ਆ, ਇਹ ਸਾਰੇ ਤਾਂ ਮੈਂ ਹੀ ਤੁਹਾਨੂੰ ਕਰਵਾਉਂਗਾ, ਠੀਕ ਆ। ਇਹਦੇ ਲਈ ਤੁਹਾਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਪਏਗੀ। ਆਹ ਦੇਖ ਲਓ ਹੁਣ ਸਾਰੇ ਸਬਜੈਕਟ ਮੈਂ ਤੁਹਾਨੂੰ ਦੱਸੇ ਹੋਏ ਨੇ, ਕਿ ਜਿਹੜੀਆਂ ਪੈਂਡਿੰਗ ਲਿਖੀਆਂ ਵੀ ਹੋਈਆਂ ਉੱਪਰ ਮੈਂ ਉਹ ਵੀ ਮੈਂ ਕਰਵਾਉਂਗਾ, ਠੀਕ ਹੈ। ਅਗਸਤ ਮਹੀਨੇ ਦੇ ਵਿੱਚ ਮੈਂ ਤੁਹਾਨੂੰ ਕਵਰ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰੂੰਗਾ। ਅਗਸਤ ਮਹੀਨੇ 'ਚ ਉੱਪਰ ਵਾਲੇ ਦਾ ਕਵਰ ਜ਼ਰੂਰ ਹੋਣਾ, ਠੀਕ ਹੈ ਜੀ। ਹੁਣ ਆ ਗਿਆ ਪੈਂਡਿੰਗ ਸਬਜੈਕਟ। ਹਾਂਜੀ, ਪੈਂਡਿੰਗ ਸਬਜੈਕਟ ਦੇ ਵਿੱਚ ਤੁਸੀਂ ਕੀ ਕਰਨਾ ਵਾ ਜੀ, ਕਰੰਟ ਅਫੇਅਰ। ਕਰੰਟ ਅਫੇਅਰ ਸਭ ਤੋਂ ਪਹਿਲਾਂ ਸਾਰਿਆਂ ਦੇ ਸਾਰੇ ਬੱਚਿਆਂ ਨੇ ਜਨਵਰੀ 2022 ਤੋਂ ਸ਼ੁਰੂ ਕਰ ਲਓ। ਚਾਹੇ ਤੁਸੀਂ ਕਿਸੇ ਵੀ ਐਗਜ਼ਾਮ ਲਈ ਜਾਣਾ, ਜੇਕਰ ਤੁਸੀਂ ਪੀਪੀਐਸਸੀ ਦਾ ਐਗਜ਼ਾਮ ਦੇਣਾ, ਪੀਪੀਐਸਸੀ ਲਈ ਤੁਹਾਨੂੰ ਵਧੀਆ ਲੈਵਲ ਦੇ ਕਰਨੇ ਪੈਣੇ ਆ। ਕੋਈ ਮੈਗਜ਼ੀਨ ਫੋਲੋ ਕਰ ਲਓ, ਚਾਹੇ ਤੁਸੀਂ ਇੱਕ ਨਾ ਅਫੇਅਰਸ ਕਲਾਊਡ ਨਾਮ ਦੀ ਸਾਈਟ ਆਊਗੀ, ਅਫੇਅਰਸ ਕਲਾਊਡ ਦੇ ਉੱਤੇ ਪੂਰੇ ਮਤਲਬ ਸਾਇੰਸ ਟੈਕ ਇਸ਼ੂ ਹੋ ਗਿਆ, ਐਨਵਾਇਰਨਮੈਂਟ ਇਸ਼ੂ ਹੋ ਗਿਆ, ਠੀਕ ਆ। ਨਾਲ ਇਹੋ ਜਿਹੇ ਐਮਸੀਕਿਊ ਤੁਹਾਨੂੰ ਸਪੋਰਟਸ ਦੇ ਉੱਤੇ ਐਮਸੀਕਿਊ ਮਿਲਣਗੇ, ਨਾਲ ਤੁਹਾਨੂੰ ਬੁੱਕਸ ਐਂਡ ਆਊਟਰ ਦੇ ਉੱਤੇ ਐਮਸੀਕਿਊ ਮਿਲਣਗੇ। ਇਹ ਸਾਰੇ ਤੁਸੀਂ ਡਿਟੇਲ ਦੇ ਵਿੱਚ ਕਰਨੇ ਆ, ਠੀਕ ਆ। ਉਹਦੇ ਤੋਂ ਉਹ ਵੀ ਪੀਪੀਐਸਸੀ ਲਈ, ਖਾਸ ਕਰ ਜਿਹੜੀ ਪੀਪੀਐਸਸੀ ਲਈ ਇਹ ਚੀਜ਼ ਤੁਸੀਂ ਫੋਲੋ ਕਰਨੀ ਆ। ਬਾਕੀ ਜੇਕਰ PSSB ਦੀ ਤੁਸੀਂ ਤਿਆਰੀ ਕਰਨੀ ਆ, ਉਹ ਤੁਸੀਂ ਵਨ ਲਾਈਨਰ ਵੀ ਮੰਥਲੀ ਮਤਲਬ ਵੀਕਲੀ ਕਰ ਸਕਦੇ ਹੋ, ਠੀਕ ਆ। ਹੁਣ ਆਪਾਂ ਆਪਣੇ ਚੈਨਲ ਦੇ ਉੱਤੇ ਕਿਹੜੀ ਚੀਜ਼ ਕਰਾਂਗੇ ਜੀ, ਇਹ ਤੁਸੀਂ ਆਪ ਮਿਹਨਤ ਕਰਨੀ ਆ। ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਕਿ ਜਨਵਰੀ ਤੋਂ ਲੈ ਕੇ ਮਈ ਤੱਕ ਮੈਂ ਤੁਹਾਨੂੰ ਨਹੀਂ ਕਰਵਾਏ ਹੋਏਗੇ, ਠੀਕ ਆ, ਕਿਉਂਕਿ ਆਪਣੇ ਦੂਜੇ ਸਬਜੈਕਟ ਬਹੁਤ ਪਏ ਨੇ। ਸੋ ਇਹ ਤੁਸੀਂ ਕਿਤੋਂ ਹੋਰ ਕਰ ਸਕਦੇ ਹੋ। ਮੈਂ ਤੁਹਾਨੂੰ ਸੋਰਸ ਵੀ ਦਿੱਤੇ ਹੋਏ ਨੇ, ਸਟੱਡੀ IQ ਗੌਰਵ ਗਰਗ ਤੁਸੀਂ ਸਰਚ ਮਾਰ ਲਓਗੇ। ਚਾਹੇ ਤੁਸੀਂ ਟੈਲੀਗ੍ਰਾਮ ਤੇ ਸਰਚ ਮਾਰ ਲਓ, ਚਾਹੇ ਤੁਸੀਂ ਸਰਚ ਮਾਰ ਲਓ YouTube ਦੇ ਉੱਤੇ, ਤੁਹਾਡਾ ਕਾਫੀ ਹੱਦ ਤੱਕ ਇਹ ਆਪਣਾ ਕਰੰਟ ਅਫੇਅਰ ਆਪਣਾ ਕਵਰ ਹੋ ਜਾਊਗਾ। ਜਨਵਰੀ ਤੋਂ ਸ਼ੁਰੂ ਕਰਿਓ, ਤੁਹਾਨੂੰ ਇਹਦੀ PDF ਵੀ ਮਿਲ ਜਾਏਗੀ, ਠੀਕ ਆ। PDF ਇੰਗਲਿਸ਼ 'ਚ ਮਿਲੇਗੀ, ਬਸ PDF ਵੀ ਤੁਹਾਨੂੰ ਮਿਲ ਜਾਏਗੀ। ਸੋ ਤੁਸੀਂ ਟੈਲੀਗ੍ਰਾਮ ਦੇ ਉੱਤੇ ਸਟੱਡੀ IQ ਗੌਰਵ ਗਰਗ ਕਰੰਟ ਅਫੇਅਰ ਸਰਚ ਮਾਰੋਗੇ, ਚਾਹੇ ਤੁਸੀਂ YouTube ਦੇ ਉੱਤੇ ਸਰਚ ਮਾਰ ਲਓ, ਤਾਂ ਇਹ ਸਾਰਾ ਤੁਸੀਂ ਜਨਵਰੀ ਤੋਂ ਲੈ ਕੇ ਮਈ ਤੱਕ ਕਰ ਸਕਦੇ ਹੋ, ਠੀਕ ਆ। ਸੋ ਹੁਣ ਆਪਾਂ ਕੀ ਕਰਦੇ ਹਾਂ ਸੀਗਾ, ਇਹ ਮੰਥਲੀ ਵੀਕਲੀ ਵੀ ਮਿਲਣਗੇ ਤੁਹਾਨੂੰ, ਤੇ ਮੰਥਲੀ ਵੀ ਮਿਲਦੇ ਨੇ, ਤੇ ਡੇਲੀ ਵੀ ਸ਼ਾਇਦ ਅਪਲੋਡ ਹੁੰਦੇ ਨੇ, ਤੁਸੀਂ ਦੇਖ ਸਕਦੇ ਹੋ ਜਾ ਕੇ। ਹਾਂਜੀ, ਕਰੰਟ ਅਫੇਅਰ ਆਪਾਂ ਕੀ ਕਰ ਰਹੇ ਹਾਂ ਜੀ, ਮੈਂ ਜੂਨ ਤੋਂ ਸ਼ੁਰੂ ਕੀਤੇ ਸੀ, ਹੁਣ ਕੰਪਲੀਟ ਕਰਵਾ ਚੁੱਕਿਆ ਮੈਂ ਤੁਹਾਨੂੰ ਜੂਨ ਦੇ ਮੈਂ ਟੌਪ 111 MCQ ਕਰਵਾ ਚੁੱਕਿਆ। ਇਹ MCQ ਜ਼ਿਆਦਾਤਰ ਤੁਹਾਨੂੰ ਬੈਨੀਫੀਸ਼ੀਅਲ ਰਹਿਣਗੇ PSSB ਲਈ, ਠੀਕ ਆ। PPSC ਲਈ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਕਿ ਕਰੰਟ ਦਾ ਵੇਟੇਜ ਬਹੁਤ ਹੁੰਦਾ ਵਾ, ਤਾਂ ਕਰੰਟ ਅਫੇਅਰ ਤੁਸੀਂ ਖਾਸ ਧਿਆਨ ਰੱਖਣਾ ਵਾ, ਠੀਕ ਆ, ਇਹਨਾਂ ਦਾ PPSC ਲਈ। ਸੋ PPSC ਲਈ ਤੁਸੀਂ ਕੋਈ ਮੈਗਜ਼ੀਨ ਫੋਲੋ ਕਰੋ, ਜਾਂ ਅਫੇਅਰਸ ਕਲਾਊਡ ਜ਼ਰੂਰ ਕਰਿਓ। ਮੇਰੇ ਅਕੋਰਡਿੰਗ ਅਫੇਅਰਸ ਕਲਾਊਡ ਦੇ ਉੱਤੇ ਤੁਹਾਨੂੰ PPSC ਦਾ ਡਾਟਾ ਪੂਰਾ ਹੋਏਗਾ, ਕਿਉਂਕਿ ਸਿੰਗਲ ਵਨ ਲਾਈਨਰ ਆਪਾਂ ਦੇਖੇ ਸੀਗੇ, ਜ਼ਿਆਦਾ ਨਹੀਂ ਪੁੱਛੇ ਗਏ ਸੀ, ਥੋੜੇ ਜਿਹੇ ਡੀਪ ਕੁਐਸਚਨ ਪੁੱਛ ਰਿਹਾ ਵਾ, ਠੀਕ ਆ ਜੀ, ਆਪਣਾ PPSC। ਸੋ ਇਹ ਹੋ ਗਿਆ, ਠੀਕ ਆ ਜੀ। ਪੈਂਡਿੰਗ ਕਰੰਟ ਅਫੇਅਰ ਜਿਹੜੇ ਹੋਣੇ ਜਨਵਰੀ ਤੋਂ ਮਈ, ਤੁਸੀਂ ਅਫੇਅਰਸ ਕਲਾਊਡ ਨੂੰ ਲਈ ਫੋਲੋ ਕਰਨਾ ਵਾ, ਜਾਂ ਤੁਸੀਂ ਸਟੱਡੀ IQ ਗੌਰਵ ਗਰਗ, ਠੀਕ ਹੈ ਜੀ, ਇਹਨੂੰ ਤੁਸੀਂ ਫੋਲੋ, ਜਾਂ ਕੋਈ ਵੀ ਮੈਗਜ਼ੀਨ, ਇੱਕ ਗਿਆਨਮ ਦੀ ਮੈਗਜ਼ੀਨ ਆਉਂਦੀ ਆ, ਗਿਆਨਮ ਦੀ ਮੈਗਜ਼ੀਨ ਵੀ ਤੁਸੀਂ ਫੋਲੋ ਕਰ ਰਹੇ ਇਹਦੇ ਵਿੱਚ ਵੀ ਤੁਹਾਡਾ ਕਵਰ ਹੋ ਜਾਏਗਾ, ਠੀਕ ਹੈ ਜੀ। ਸੋ ਸ਼ਾਇਦ 60-70 ਰੁਪਏ ਦੀ ਹੁੰਦੀ ਆ, ਠੀਕ ਹੈ ਜੀ। ਇਹ ਮੈਗਜ਼ੀਨ ਮੰਥਲੀ ਆਉਂਦੀ ਆ, ਇਹ ਵੀ ਤੁਸੀਂ ਫੋਲੋ ਕਰ ਲਓਗੇ ਤਾਂ ਵੀ ਤੁਹਾਡਾ ਕੰਮ ਬਣ ਜਾਏਗਾ, ਠੀਕ ਹੈ ਜੀ। ਸੋ ਇਹ ਹੋ ਗਏ ਹੋਏ ਆ ਜੀ, ਠੀਕ ਆ। ਸੋ ਅਪਕਮਿੰਗ ਕਲਾਸ ਹੁਣ ਮੈਂ ਤੁਹਾਨੂੰ ਕੀ ਕਰਨ ਜਾ ਰਿਹਾ ਕਿ ਜੁਲਾਈ ਦੇ ਤੁਹਾਡੇ ਹੋਏਗੀ, ਠੀਕ ਹੈ। ਇੱਕ ਕਲਾਸ ਮੈਂ ਲੈ ਕੇ ਆ ਰਿਹਾ ਵਾਂ ਕਿ ਟੌਪ 100 ਕੁਐਸਚਨ ਜਿਹੜੇ 1 ਜੁਲਾਈ ਤੋਂ 31 ਜੁਲਾਈ ਤੱਕ, ਤੁਹਾਨੂੰ 31 ਜੁਲਾਈ ਨੂੰ ਮਤਲਬ ਕਿ ਤੁਹਾਨੂੰ ਸੰਡੇ ਨੂੰ ਇਹ ਕਲਾਸ ਦੇਖਣ ਨੂੰ ਮਿਲ ਜਾਏਗੀ। ਸੋ ਮੈਂ ਤਿਆਰ ਕਰ ਰਿਹਾ ਕੰਟੈਂਟ, ਠੀਕ ਹੈ। 1 ਜੁਲਾਈ ਤੋਂ 31 ਜੁਲਾਈ ਤੱਕ 100 ਕਰੰਟ ਅਫੇਅਰ ਆਪਾਂ ਕਰਨ ਜਾ ਰਹੇ ਹਾਂ ਇੰਪੋਰਟੈਂਟ। ਚਾਹੇ ਤੁਸੀਂ ਕਿਤੋਂ ਵੀ ਤਿਆਰੀ ਕਰ ਰਹੇ ਹੋ, ਪੜ੍ਹ ਰਹੇ ਹੋ, ਇਹ MCQ ਜ਼ਰੂਰ ਕਰਿਓ, ਠੀਕ ਆ। ਸੋ ਇਹਦੇ ਨਾਲ ਤੁਹਾਡਾ ਬਹੁਤ ਮਤਲਬ ਕਿ ਨਾਲ ਦੀ ਨਾਲ ਰਿਵੀਜ਼ਨ ਤੁਹਾਡੀ ਹੋਈ ਜਾਏਗੀ, ਠੀਕ ਆ। ਮੈਂ ਸਿਰਫ ਟੌਪ ਹੀ ਕਰਾਉਣੇ ਨੇ ਤੁਹਾਨੂੰ। ਅੱਗੇ 1 ਅਗਸਤ ਤੋਂ ਮੈਂ ਤੁਹਾਨੂੰ ਵੀਕਲੀ ਸ਼ੁਰੂ ਕਰ ਦਾਂਗਾ ਕਿ 6 ਦਿਨ ਕਰਵਾਇਆ ਤਾਂ 7 ਦਿਨ ਜਾਂ 10 ਦਿਨ ਦੇ ਆਪਾਂ MCQ ਇਕੱਠੇ ਕਰ ਲਿਆ ਕਰਾਂਗੇ, ਠੀਕ ਆ। ਮਤਲਬ ਇੰਪੋਰਟੈਂਟ ਕਰਿਆ ਕਰਨੇ ਆ, ਚਾਹੇ 100 ਹੋ ਜਾਣ ਮੰਥਲੀ, ਚਾਹੇ ਮੰਥਲੀ ਉਹ ਕਰਾਉਣੇ ਆ, ਠੀਕ ਆ ਮੈਂ, ਠੀਕ ਆ, ਮੰਥਲੀ। ਸੋ ਵੈਸੇ ਤੁਸੀਂ ਆਪਦੇ ਪੇਪਰ ਵਾਈਜ਼ ਤੁਸੀਂ ਤਿਆਰੀ ਕਰ ਸਕਦੇ ਹੋ, ਕਿਉਂਕਿ ਇਸ ਵਾਰ ਆਪਾਂ ਉਮੀਦ ਕਰ ਸਕਦੇ ਹਾਂ ਕਿ 5 ਤੋਂ 8 ਕੁਐਸਚਨ ਕਰੰਟ ਅਫੇਅਰ ਦੇ ਆਪਾਂ ਨੂੰ ਦੇਖਣ ਨੂੰ ਮਿਲ ਸਕਦੇ ਨੇ ਪੇਪਰ ਵਾਈਜ਼, ਕਿਉਂਕਿ ਵੈਸੇ ਤਾਂ ਪਹਿਲਾਂ PSSB ਨੇ ਅੱਜ ਤੱਕ ਕਿਤੇ ਜ਼ਿਆਦਾ ਕਰੰਟ ਅਫੇਅਰ ਨਹੀਂ ਪੁੱਛੇ ਸੀ, ਪਰ ਇਸ ਵਾਰ ਉਹਨਾਂ ਨੇ ਅੱਜ ਤੱਕ ਇੰਨਾ ਜ਼ਿਆਦਾ ਸਿਲੇਬਸ ਵੀ ਨਹੀਂ ਸੀ ਦਿੱਤਾ। ਸੋ ਇਸ ਵਾਰ ਉਹਨਾਂ ਨੇ ਸਿਲੇਬਸ ਵਧਾਇਆ ਵਾ, ਤਾਂ ਆਪਾਂ ਐਕਸਪੈਕਟ ਕਰ ਸਕਦੇ ਹਾਂ 5-7 ਕੁਐਸਚਨ ਕਰੰਟ ਅਫੇਅਰ ਦੇ ਆ ਸਕਦੇ ਨੇ। ਸੋ ਜਨਵਰੀ 2022 ਤੋਂ ਸ਼ੁਰੂ ਕਰ ਲਿਓ, ਠੀਕ ਆ। ਸੋ ਮੰਥਲੀ ਮੈਂ ਤੁਹਾਨੂੰ ਕਰਵਾ ਰਿਹਾ 100 ਤੋਂ 120 ਕੁਐਸਚਨ ਹੋਣਗੇ, ਚਾਹੇ 100 ਜੇ ਜ਼ਿਆਦਾ ਇੰਪੋਰਟੈਂਟ ਵੀ ਹੋਣਾ 150 ਵੀ ਹੋ ਜਾਣਗੇ, ਮੈਂ ਤੁਹਾਨੂੰ 150 ਵੀ ਕਰਵਾ ਦੂੰਗਾ, ਠੀਕ ਆ। ਜਿੰਨੇ ਵੀ 100 ਤਾਂ ਕਰਾਂਗੇ ਘੱਟੋ ਘੱਟ, ਠੀਕ ਆ, ਮੰਥਲੀ। ਉਸ ਤੋਂ ਬਾਅਦ ਜਿੰਨੇ ਵੀ ਜੇਕਰ ਇੰਪੋਰਟੈਂਟ ਬਣ ਗਏ ਤਾਂ ਆਪਾਂ ਛੱਡਾਂਗੇ ਨਹੀਂ ਵੀ ਆਪਾਂ 100 ਹੀ ਕਰਨੇ ਨੇ, ਠੀਕ ਆ। ਚਾਹੇ 120 ਹੋ ਜਾਣ, 110 ਹੋ ਜਾਣ, 120 ਹੋ ਜਾਣ। ਹੁਣ ਆਹ ਟੌਪਿਕ ਆ ਜਿਹੜੇ ਕਿ ਪੈਂਡਿੰਗ ਪਏ ਨੇ, ਠੀਕ ਆ। ਸੋ ਇਹਦੇ ਤੇ ਤੁਹਾਨੂੰ ਖੁਦ ਮਿਹਨਤ ਕਰਨੀ ਪੈਣੀ ਆ। ਇਹਦੇ ਉੱਤੇ ਜ਼ਿਆਦਾ ਜੇਕਰ ਤੁਸੀਂ PPSC ਦੀ ਤਿਆਰੀ ਕਰ ਰਹੇ ਹੋ, ਠੀਕ ਆ, ਜਾਂ ਤੁਸੀਂ ਪੰਜਾਬ ਪੁਲਿਸ ਦੀ, ਉਹਦੇ ਲਈ ਥੋੜਾ ਜਿਹਾ ਜ਼ਿਆਦਾ ਇੰਪੋਰਟੈਂਟ ਆ। PSSB ਲਈ ਥੋੜਾ ਜਿਹਾ ਘੱਟ, ਮਤਲਬ ਬਿਲਕੁਲ ਆਪਾਂ ਐਗਜ਼ਾਈਜ਼ ਇੰਸਪੈਕਟਰ ਲਈ ਜ਼ਿਆਦਾ ਇੰਪੋਰਟੈਂਟ ਆ ਇਹ। ਬਾਕੀ ਪੋਸਟਾਂ ਲਈ ਤੁਸੀਂ ਥੋੜਾ ਜਿਹਾ ਘੱਟ ਫੋਲੋ ਕਰ ਸਕਦੇ ਹੋ। ਇਕਨੋਮਿਕ ਇਸ਼ੂ ਕੀ ਕਰਨਾ ਉਹਦੇ ਵਿੱਚ, ਜੇਕਰ ਤੁਸੀਂ ਮੰਨ ਲਓ ਐਗਜ਼ਾਈਜ਼ ਤੋਂ ਬਿਨਾਂ, ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦਾ, ਜੇਕਰ ਤੁਸੀਂ ਕਲੈਰੀਕਲ ਲੈਵਲ ਜਾਂ ਫੋਰੈਸਟ ਗਾਰਡ ਦੀ ਤਿਆਰੀ ਕਰ ਰਹੇ ਹੋ, ਤਾਂ ਤੁਸੀਂ ਸਿਰਫ ਇੰਡੀਅਨ ਕਰ ਲਓ ਟੌਪਿਕ,
ठीक है। इंडियन नैशनल इनकम होगी, GDP होगी, GNP होगी, तो 5 ईयर प्लान में आ दो कर लो। चलो तुसीं 5 ईयर प्लान कर लो, तो नाल इकनॉमिक प्लान जिहड़े फाइनैंस कमीशन हो गया अपना, ठीक है, नाल नीति आयोग, ये दो चीज़ां चंगी तरह कर लिओ, क्योंकि ये तुहाडा कवर हो जाएगा। बाकी तुसीं आह वालियां चीज़ां ने आ जिद्दां कि मतलब इंट्रोडक्शन हो गई इंडियन इकनॉमी की, अपनी मैक्रो इकनॉमिक्स हो गया, मैक्रो हो गया, इंडियन नैशनल इनकम, GDP, GNP, तुसीं एक्साइज इंस्पैक्टर हो गया, चाहे कोऑपरेटिव इंस्पैक्टर हो गया, पंजाब पुलिस हो गया, सीनियर असिस्टेंट हो गया, ये ਤੁਹਾਨੂੰ ਆ ਸਾਰੇ ਟੌਪਿਕ ਕਰਨੇ ਪੈਣੇ ਨੇ, ਠੀਕ ਹੈ ਜੀ। ਬਜਟ ਆਫ ਪੰਜਾਬ ਦਾ ਵੀ ਹੋ ਗਿਆ, ਸੈਂਟਰ ਦਾ ਵੀ ਹੋ ਗਿਆ, ਇੰਪੋਰਟੈਂਟ ਇਕਨੋਮਿਕਸ ਕਰੰਟ ਅਫੇਅਰ ਜਿਹੜੇ ਹੋਣਗੇ, ਠੀਕ ਆ। ਕੋਈ ਇਕਨੋਮਿਕਸ ਪਾਲਿਸੀ ਬਣਦੀ ਆ ਨਵੀਂ, ਉਹ ਕਰਨਾ ਪੈਣਾ। ਟੈਕਸ ਸਿਸਟਮ ਤੁਹਾਨੂੰ ਥੋੜਾ ਬਹੁਤ ਕਰਨਾ ਪੈਣਾ। ਇਹਦਾ ਮਤਲਬ ਇਹ ਨਹੀਂ ਕਿ ਟੈਕਸ ਨਹੀਂ ਆਏਗਾ, ਠੀਕ ਆ। ਜੇਕਰ ਐਗਜ਼ਾਈਜ਼ ਦੇ ਵਿੱਚ ਉਹ ਟੈਕਸ ਸਿਸਟਮ ਤੋਂ GST ਦੇ ਬੇਸ ਦੇ ਉੱਤੇ ਕੋਈ ਨਾ ਕੋਈ ਕੁਐਸਚਨ ਪੁੱਛ ਸਕਦੇ ਨੇ, ਕਿਉਂਕਿ ਇਹ ਵੀ ਆਪਣੇ ਇਕਨੋਮੀ ਦਾ ਹੀ ਪਾਰਟ ਬਣਦਾ ਵਾ। ਬੈਂਕਿੰਗ ਇੰਡੀਆ RBI ਤੋਂ ਕੋਈ ਕੁਐਸਚਨ ਪੁੱਛ ਸਕਦੇ ਨੇ ਉਹ, ਠੀਕ ਆ। ਹੁਣੇ ਰੀਸੈਂਟਲੀ ਬੈਂਕਿੰਗ ਦੇ ਨਾਲ ਰਿਲੇਟਡ ਕੋਈ ਕਰੰਟ ਅਫੇਅਰ ਹੋਇਆ ਵਾ, ਉਹਦੇ 'ਚੋਂ ਕੁਐਸਚਨ ਆ ਸਕਦਾ ਵਾ। ਟ੍ਰੇਡ ਕਮਰਸ ਹੋ ਗਿਆ, ਅਨਐਮਪਲੋਇਮੈਂਟ, ਐਗਰੀਕਲਚਰ ਜ਼ਰੂਰ ਕਰ ਲਿਓ, ਠੀਕ ਹੈ। ਐਗਰੀਕਲਚਰ ਵੈਸੇ ਇਹ ਸਾਰੇ ਟੌਪਿਕ ਵੀ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ, ਆਹ ਤਾਂ ਮੈਂ ਤੁਹਾਨੂੰ ਕੋਸ਼ਿਸ਼ ਕਰੂੰਗਾ ਕਿ ਆਹ ਦੋ ਤਾਂ ਮੈਂ ਤੁਹਾਨੂੰ ਕਰਵਾ ਹੀ ਦੇਵਾਂ। ਸੋ ਕਲਰਕ ਤੇ ਫੋਰੈਸਟ ਗਾਰਡ ਤੇ ਆਪਣਾ ਵੀਡੀਓ ਲਈ ਤੁਹਾਡਾ ਕਵਰ ਹੋ ਜਾਏਗਾ, ਠੀਕ ਆ। ਸੋ ਆਹ 5 ਈਅਰ ਪਲਾਨ ਤੇ ਨੀਤੀ ਆਯੋਗ ਦੀ ਮੈਂ ਕੋਸ਼ਿਸ਼ ਕਰੂੰਗਾ ਕਿ ਬਹੁਤ ਜਲਦ ਹੋ ਸਕੇ ਤਾਂ ਮੈਂ ਅਗਸਤ ਦੇ ਵਿੱਚ ਹੀ ਇਹ ਦੋ ਤਾਂ ਤੁਹਾਨੂੰ ਕਰਵਾ ਹੀ ਦੇਵਾਂਗੇ ਫਿਲਹਾਲ, ਠੀਕ ਆ। ਕਿਉਂਕਿ ਬਾਕੀ ਵੀ ਆਪਾਂ ਇੱਦਾਂ ਨਹੀਂ ਕਿ ਮੈਂ ਤੁਹਾਨੂੰ ਹੁਣ ਕਹਿ ਰਿਹਾ ਕਿ ਤੁਸੀਂ ਕਿਤੋਂ ਹੋਰ ਕਰ ਸਕਦੇ ਹੋ ਕਿ ਮੈਂ ਨਹੀਂ ਕਰਾਊਂਗਾ, ਮੈਂ ਕਰਵਾਊਂਗਾ। ਪਰ ਹੋ ਸਕਦਾ ਕਿਉਂਕਿ ਆਪਣੀਆਂ ਉੱਪਰ ਕਲਾਸਾਂ ਬਹੁਤ ਪੈਂਡਿੰਗ ਪਈਆਂ ਨੇ ਤੇ ਉਹਨੂੰ ਵੀ ਟਾਈਮ ਲੱਗਣਾ, ਤੇ ਜੇਕਰ ਲੇਟ ਹੋਇਆ ਤਾਂ ਤੁਹਾਡਾ ਇਸ ਟਾਈਮ ਦੇ ਉੱਤੇ ਕੋਈ ਲਾਸ ਨਾ ਹੋਵੇ। ਸੋ ਤੁਸੀਂ ਇਹ ਸਾਰੇ ਟੌਪਿਕ ਨਾ ਤੁਹਾਨੂੰ ਲੂਸ਼ੈਂਟ ਤੇ ਅਰੀਹੰਟ ਤੋਂ ਵੀ ਮਿਲ ਜਾਣਗੇ, ਜਾਂ ਤੁਸੀਂ YouTube ਦੇ ਉੱਤੇ ਕੋਈ ਵੀ ਸਰਚ ਮਾਰੋਗੇ ਤੁਹਾਨੂੰ ਇਹ ਸਾਰੇ ਟੌਪਿਕ ਵਾਈਜ਼ ਸਰਚ ਮਾਰ ਕੇ ਕਰ ਲਿਓ, ਠੀਕ ਆ। ਸੋ ਤੁਹਾਨੂੰ ਸਾਰਾ ਕਵਰ ਹੋ ਜਾਊਗਾ, ਠੀਕ ਆ। ਸੋ ਕਰਾਂਗੇ ਜ਼ਰੂਰ, ਇਹ ਛੱਡਣ ਵਾਲਾ ਇੱਦਾਂ ਨਹੀਂ ਕਿ ਆਪਾਂ ਛੱਡਾਂਗੇ ਇਹਨੂੰ, ਬਟ ਇੱਦਾਂ ਵਾ ਕਿ ਹੁਣ ਫਿਲਹਾਲ ਟਾਈਮ ਦੀ ਕਮੀ ਕਰਕੇ ਆਪਾਂ ਪਹਿਲਾਂ ਜਿਹੜਾ ਇੰਪੋਰਟੈਂਟ ਜਿਹਦੇ ਵਿੱਚੋਂ ਆਪਾਂ ਨੂੰ ਪਤਾ ਵਾ ਕਿ 70% ਪੇਪਰ ਆਉਣਾ, ਪਹਿਲਾਂ ਆਪਾਂ ਉਹ ਟਾਰਗੇਟ ਕਰਨਾ। ਇਹ ਤਾਂ 30% ਵਾਲਾ ਵਾ। ਆਹ ਪੋਰਸ਼ਨ ਜਿਹੜਾ ਮੇਰਾ ਛੱਡਿਆ ਹੋਇਆ ਵਾ ਨਾ, ਤੁਹਾਨੂੰ ਆਹ ਦੇਖੋ, ਆਹ ਪੋਰਸ਼ਨ ਆ ਨਾ ਜਿਹੜਾ ਮੇਰਾ, ਆਹ ਕਰੰਟ ਅਫੇਅਰ ਤਾਂ ਚਲੋ ਆਉਣੀ ਆ, ਠੀਕ ਆ। ਕਰੰਟ ਅਫੇਅਰ ਤੋਂ ਬਾਅਦ ਇਕਨੋਮਿਕਸ ਹੋ ਗਿਆ, ਸਾਇੰਸ ਟੈਕ ਹੋ ਗਿਆ, ਠੀਕ ਆ। ਸੋ ਇਨਵਾਇਰਮੈਂਟ ਇਸ਼ੂ ਹੋ ਜਾਊਗਾ, ਠੀਕ ਆ ਜੀ, ਇਨਵਾਇਰਮੈਂਟ ਇਸ਼ੂ ਹੋ ਜਾਊਗਾ, ਜੋਗ੍ਰਾਫੀ ਹੋ ਜਾਊਗਾ, ਠੀਕ ਆ। ਸੋ ਇਹ ਸਾਰਾ ਜਿਹੜੇ 4-5 ਟੌਪਿਕ ਨੇ, ਇਹ ਤੁਹਾਡਾ 25 ਤੋਂ 30% ਹੀ ਇਹਦੇ ਵਿੱਚੋਂ ਆਉਣ ਦੀ ਸੰਭਾਵਨਾ। ਬਾਕੀ ਆਪਾਂ ਪਹਿਲਾਂ 70%, ਤਾਂ ਹੀ ਮੈਂ ਜ਼ਿਆਦਾ ਟੌਪਿਕ ਉਹਦੇ ਦੇ ਉੱਤੇ ਜ਼ਿਆਦਾ ਆਪਣਾ ਸਟ੍ਰੈਸ ਦੇ ਰਿਹਾ ਹਾਂ। ਹੁਣ ਦੇਖੋ ਜੀ, ਠੀਕ ਹੈ ਜੀ, ਇਕਨੋਮਿਕਸ ਇਸ਼ੂ ਲਈ ਤੁਸੀਂ ਆਹ ਸਾਰਾ ਕਰ ਲਿਓ, ਠੀਕ ਹੈ ਜੀ। ਸੋ ਮੈਂ ਤੁਹਾਨੂੰ ਦੱਸਦਾ ਹੋਇਆ ਕਿ ਆਹ ਦੋ ਟੌਪਿਕ ਮੈਂ ਤੁਹਾਨੂੰ ਪਹਿਲਾਂ ਕਰਵਾ ਦਾਂ, ਕਿਉਂਕਿ ਦੂਜੇ ਪੇਪਰਾਂ ਦੇ ਵਿੱਚ ਆਹ 5 ਈਅਰ ਪਲਾਨ ਚੋਂ ਕੁਐਸਚਨ ਬਹੁਤ ਬਣਦੇ ਨੇ ਤੇ ਨੀਤੀ ਆਯੋਗ ਚੋਂ ਕੁਐਸਚਨ ਪੁੱਛੇ ਜਾਣਗੇ। ਬਾਕੀ ਇਹ ਵੀ ਮੈਂ ਕਰਵਾਵਾਂਗਾ, ਬਟ ਇਹਨੂੰ ਅਜੇ ਮੈਂ ਫਿਲਹਾਲ ਇਹਦਾ ਤੁਹਾਨੂੰ ਕੋਈ ਪ੍ਰੋਮਿਸ ਵੀ ਨਹੀਂ ਕਰੂੰਗਾ ਕਿ ਹਾਂ ਮੈਂ ਤੁਹਾਨੂੰ ਕਰਵਾਊਂਗਾ, ਮਤਲਬ ਕੋਈ ਇਦਾਂ ਦੀ ਮੈਂ ਤੁਹਾਨੂੰ ਅਜੇ ਫਿਲਹਾਲ ਕੋਈ ਵੀ ਸਟੇਟਮੈਂਟ ਨਹੀਂ ਦੇਵਾਂਗਾ, ਠੀਕ ਆ। ਸੋ ਤੁਹਾਡਾ ਲਾਸ ਨਹੀਂ ਹੋਣਾ ਚਾਹੀਦਾ ਇਸ ਟਾਈਮ ਤੇ ਤੁਸੀਂ ਤਿਆਰੀ ਕਰ ਰਹੇ ਹੋ ਤਾਂ, ਪਰ ਪਹਿਲਾਂ ਜੇਕਰ ਤੁਸੀਂ ਪਹਿਲਾਂ ਇਹਨੂੰ ਕਰ ਰਹੇ ਹੋ ਤਾਂ ਬਹੁਤ ਵੱਡੀ ਗਲਤੀ ਕਰ ਰਹੇ ਹੋ। ਸਭ ਤੋਂ ਪਹਿਲਾਂ ਜਿਹੜਾ ਮੈਂ ਤੁਹਾਨੂੰ 70% ਸਿਲੇਬਸ ਉੱਪਰ ਕਰੰਟ ਅਫੇਅਰ ਤੱਕ ਦੱਸਿਆ ਹੋਇਆ ਵਾ, ਇਹ ਕਰਨਾ ਵਾ, ਠੀਕ ਆ। ਇਹ 30% ਨੂੰ ਤੁਸੀਂ ਬਾਅਦ ਵਿੱਚ ਕਰਨਾ ਵਾ, ਠੀਕ ਆ, ਬਾਅਦ ਵਿੱਚ ਕਰਨਾ ਇਹ 30%, ਠੀਕ ਹੈ ਜੀ। ਹੁਣ ਆ ਗਿਆ ਸਾਇੰਸ ਐਂਡ ਟੈਕਨੋਲੋਜੀ। ਇਹਦੇ ਚੋਂ ਬਹੁਤ ਮੈਸੇਜ ਆ ਰਹੇ ਨੇ ਮੈਨੂੰ, ਕਿਉਂਕਿ PPSC ਇਹਦੇ ਚੋਂ ਕੁਐਸਚਨ ਕਾਫੀ ਪੁੱਛਦਾ ਵਾ, ਬਟ PSSS ਵੀ ਇਸ ਤੋਂ ਪਹਿਲਾਂ ਘੱਟ ਕੁਐਸਚਨ ਪੁੱਛਦਾ ਸੀ। ਹੁਣ ਤੁਸੀਂ ਕੀ ਕਰਨੇ ਆ ਜੀ, ਸਾਇੰਸ ਐਂਡ ਟੈਕਨੋਲੋਜੀ ਦੇ ਵਿੱਚੋਂ ਨਾ ਤੁਸੀਂ ਜੇਕਰ PSSB ਦੀ ਤਿਆਰੀ ਕਰਦੇ ਹੋ ਤਾਂ ਤੁਸੀਂ ਕੀ ਕਰਨਾ, ਹਿਊਮਨ ਬੋਡੀ ਕਰ ਲਓ, ਬਲੱਡ ਸੈੱਲ ਕਰ ਲਿਓ, ਤੇ ਆਪਣਾ ਲਗਾ ਲਓ, ਤੇ ਹਿਊਮਨ ਡਿਜ਼ੀਜ਼ਸ ਹੋ ਗਈਆਂ, ਨਿਊਟ੍ਰੀਐਂਟਸ ਵੈਲਿਊਸ ਹੋ ਗਈਆਂ, ਠੀਕ ਆ, ਨਾਲ ਵਿਟਾਮਿਨਸ ਹੋ ਗਏ, ਇਹ ਕਰ ਲਿਓ, ਠੀਕ ਆ। ਬਾਇਓਲੋਜੀ ਦੇ ਫਿਜ਼ਿਕਸ ਦੇ ਵਿੱਚ ਤੁਸੀਂ SI ਯੂਨਿਟਸ ਹੁੰਦੀਆਂ ਨੇ, ਠੀਕ ਆ। ਸੋ ਇਹ ਕਰ ਲਿਓ। ਕੰਜ਼ਰਵੇਸ਼ਨ ਆਫ એનર્ਜੀ ਹੋ ਗਿਆ, ਠੀਕ ਆ। ਪਾਵਰ ਐਂਡ ਸਾਊਂਡ ਵੇਵ, ਲਾਈਟ, ਇਲੈਕਟ੍ਰੋਨਿਕਸ, ਮਿਰਰਸ ਹੋ ਗਏ, ਜਾਂ ਆਪਣੇ ਹੋ ਗਏ ਇੰਪੋਰਟੈਂਟ ਡਿਸਕਵਰੀ ਐਂਡ ਇਨਵੈਂਸ਼ਨਸ, ਠੀਕ ਆ। ਇਹਦੇ ਤੁਸੀਂ ਕਰ ਦਿਓ। ਸੋ ਇਹ ਤੁਹਾਡਾ ਸਾਰਾ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਕਿ ਇਹ ਜ਼ਿਆਦਾਤਰ PPSC ਲਈ ਇੰਪੋਰਟੈਂਟ ਆ, ਕਿਉਂਕਿ PPSC ਥੋੜਾ ਜਿਹਾ ਜ਼ਿਆਦਾ ਸਾਇੰਸ ਦੇ ਉੱਤੇ ਕਈ ਵਾਰ ਫੋਕਸ ਕਰ ਜਾਂਦਾ ਵਾ। ਸੋ ਕੋਆਪਰੇਟਿਵ ਇੰਸਪੈਕਟਰ ਤੇ ਸੀਨੀਅਰ ਅਸਿਸਟੈਂਟ ਵਾਲਿਆਂ ਨੂੰ ਤਾਂ ਇਹ ਚੰਗੀ ਤਰ੍ਹਾਂ ਕਰਨੇ ਹੀ ਪੈਣੇ ਨੇ। ਹੁਣ ਆ ਗਿਆ ਜੀ ਕੈਮਿਸਟਰੀ ਦੇ ਉੱਤੇ ਤੁਸੀਂ ਮੇਜਰ ਗੈਸਸ ਕਰ ਲਿਓ ਤੇ ਇੱਕ ਮੈਟਲ ਇਨਫੋਰਮੇਸ਼ਨ ਥੋੜੀ ਜਿਹੀ ਕਰ ਲਿਓ, ਬਸ। ਇਹਦੇ ਵਿੱਚ ਜ਼ਿਆਦਾ ਇੰਪੋਰਟੈਂਟ ਨਹੀਂ ਬਣਦਾ ਕੈਮਿਸਟਰੀ ਦੇ ਵਿੱਚ। ਹੁਣ ਕਰੰਟ ਅਫੇਅਰ ਜ਼ਰੂਰ ਕਰ ਲਿਓ ਸਾਇੰਸ ਐਂਡ ਟੈਕਨੋਲੋਜੀ ਦੇ, ਕਿਉਂਕਿ ਟੈਕਨੋਲੋਜੀ ਦੇ ਉੱਤੇ ਕਰੰਟ ਅਫੇਅਰ ਜ਼ਰੂਰ ਪੁੱਛੇ ਜਾਂਦੇ ਨੇ, ਠੀਕ ਆ। ਮੰਨ ਲਓ ਕੋਈ ਨਵੀਂ ਇਨਵੈਂਸ਼ਨ ਹੋਈ ਆ, ਮੰਨ ਲਓ ਕਿਹਨੇ ਕਿਹੜੀ ਇਨਵੈਂਸ਼ਨ ਕੀਤੀ ਆ, ਇਹ ਜ਼ਰੂਰ ਕਰ ਲਿਓ। ਸਪੇਸ ਪ੍ਰੋਗਰਾਮ ਕਰ ਲਿਓ, ਠੀਕ ਹੈ ਜੀ। ਹੁਣ ਟੈਕਨੋਲੋਜੀ ਇੰਡੀਆ ਦੇ ਵਿੱਚ ਸਟੈਟਿਕ ਤੇ ਕਰੰਟ, ਠੀਕ ਹੈ। ਇੰਡੀਆ ਦੇ ਵਿੱਚ ਕਿਹੜੀ ਟੈਕਨੋਲੋਜੀ, ਮੰਨ ਲਓ ਕੋਈ ਸੁਪਰ ਕੰਪਿਊਟਰ ਦੇ ਉੱਤੇ ਹੀ ਕੁਐਸਚਨ ਉਹ ਪੁੱਛ ਦੇਣਗੇ, ਵਰਲਡ ਦਾ ਪੁੱਛ ਲੈਣਗੇ, ਇਸ ਸਮੇਂ ਵਰਲਡ ਦਾ ਫਾਸਟੈਸਟ ਸੁਪਰ ਕੰਪਿਊਟਰ ਕਿਹੜਾ ਵਾ, ਮੈਂ ਤੁਹਾਨੂੰ ਉਹਦੇ ਵਿੱਚ ਵੀ ਪਾਇਆ ਹੋਇਆ ਵਾ, ਠੀਕ ਆ, ਆਪਣੇ ਟੈਲੀਗ੍ਰਾਮ ਦੇ ਉੱਤੇ ਵੀ। ਸੋ ਇਹ ਸਾਰਾ ਤੁਸੀਂ ਕਰ ਸਕਦੇ ਹੋ। ਹੁਣ ਆਹ ਸਬਜੈਕਟ ਆ ਗਿਆ ਇਨਵਾਇਰਮੈਂਟ ਇਸ਼ੂ। PPSC ਥੋੜਾ ਜਿਹਾ ਇਹ ਪੁੱਛਦੀ ਆ ਕੁਐਸਚਨ ਇਹਦੇ ਵਿੱਚੋਂ, ਠੀਕ ਆ। ਸੋ PPSC ਥੋੜਾ ਜਿਹਾ ਫੋਕਸ ਕਰ ਰਹੀ ਹੈ। ਇਹ 'ਚ ਤੁਸੀਂ ਈਕੋਸਿਸਟਮ ਕਰਨਾ ਵਾ, ਬਾਇਓਡਾਇਵਰਸਿਟੀ ਕਰਨਾ ਵਾ, ਐਕਟ, ਲਾਅ, ਪਾਲਿਸੀ ਰਿਲੇਟਡ। ਮੰਨ ਲਓ ਕੋਈ ਵੀ ਇਕਨੋਮਿਕ ਇਨਵਾਇਰਮੈਂਟ ਇਸ਼ੂ ਨਾਲ ਰਿਲੇਟਡ ਕੋਈ ਐਕਟ ਬਣਿਆ, ਕੋਈ ਲਾਅ ਬਣਿਆ,
ਕੋਈ ਪਾਲਿਸੀ ਬਣਿਆ এনवायरमेंट ਦੇ ਨਾਲ ਰਿਲੇਟਡ, ਮੈਂ ਤੁਹਾਨੂੰ ਕਰੰਟ ਅਫੇਅਰ ਥੋੜ੍ਹੇ ਜਿਹੇ ਐਡ ਵੀ ਕੀਤੇ ਸੀ ਉਹਦੇ ਵਿੱਚ, ਕਰੰਟ ਅਫੇਅਰ ਦੇ ਉੱਤੇ ਵੀ ਥੋੜ੍ਹਾ ਜਿਹਾ ਫੋਕਸ ਕਰ ਲਿਓ। ਸੋ ਸਟੈਟਿਕ ਵੀ ਕਰਨਾ ਵਾ, ਠੀਕ ਹੈ, ਨਾਲ ਕਲਾਈਮੇਟ ਚੇਂਜ ਹੋ ਗਿਆ, 에ਅਰ ਪੋਲੂਸ਼ਨ ਵਗੈਰਾ, ਕੋਈ ਵੀ ਮਤਲਬ ਕੋਈ ਵੀ ਇੱਦਾਂ ਦਾ ਵਾਟਰ ਡਿਸਪਿਊਟ ਹੋ ਗਿਆ, ਇੱਦਾਂ ਦਾ ਕੋਈ ਵੀ ਇਸ਼ੂ ਬਣ ਰਿਹਾ ਵਾ ਜਾਂ ਸਟੈਟਿਕ ਦੇ ਵਿੱਚ ਤੁਸੀਂ ਇਹ ਵਾਲੀਆਂ ਚੀਜ਼ਾਂ ਕਰ ਸਕਦੇ ਹੋ, ਠੀਕ ਹੈ ਜੀ। ਸੋ ਇਹਦਾ ਫਿਲਹਾਲ ਮੈਂ ਤੁਹਾਨੂੰ ਬਾਰ-ਬਾਰ ਕਹਿਣਾ ਕਿ ਇਹਦਾ ਮੈਂ ਅਜੇ ਫਿਲਹਾਲ ਤੁਹਾਨੂੰ ਕੋਈ ਵੀ ਪ੍ਰੋਮਿਸ ਨਹੀਂ ਕਰਾਂਗਾ ਕਿ ਮੈਂ ਤੁਹਾਨੂੰ ਸਾਇੰਸ ਕਰਵਾਵਾਂਗਾ, ਠੀਕ ਆ, ਸਾਇੰਸ ਕਰਵਾਵਾਂਗਾ ਜਾਂ ਮੈਂ ਤੁਹਾਨੂੰ ਆਪਣਾ এনवायरमेंट ਇਸ਼ੂ ਕਰਾਵਾਂਗਾ। ਇਹ ਤੁਹਾਨੂੰ ਖੁਦ ਕਰਨਾ ਪਏਗਾ, ਤੁਹਾਨੂੰ ਲੂਸੈਂਟ ਜਾਂ ਅਰੀਹੈਂਟ ਜਾਂ YouTube ਦਾ ਸਹਾਰਾ ਲੈਣਾ ਪੈਣਾ ਵਾ, ਠੀਕ ਹੈ ਜੀ। ਜੇਕਰ ਤੁਸੀਂ ਫ੍ਰੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਪਣਾ ਲੂਸੈਂਟ ਆਪਣਾ YouTube ਦੇ ਉੱਤੇ ਸਰਚ ਮਾਰੋਗੇ, ਤੁਹਾਨੂੰ ਇਹ ਸਾਰਾ ਡਾਟਾ ਆਪਣਾ ਮਿਲ ਜਾਏਗਾ, ਠੀਕ ਆ। ਸੋ ਇਹਨੂੰ ਬਸ ਤੁਸੀਂ ਜਿਹੜੇ ਮੈਂ ਇਹ ਚੀਜ਼ ਲਿਖਦੀ ਨਾ, ਇਹਨੂੰ ਤੁਸੀਂ YouTube ਦੇ ਉੱਤੇ ਸਰਚ ਮਾਰੋਗੇ। ਜਦੋਂ ਮੰਨ ਲਓ ਤੁਸੀਂ ਈਕੋਸਿਸਟਮ ਸਰਚ ਮਾਰਿਆ, ਬਹੁਤ ਵੀਡੀਓਸ ਨਿਕਲੇ ਹੋਣਗੀਆਂ। ਇਸੇ ਲਈ ਮੈਂ ਤੁਹਾਨੂੰ ਇਹ ਚੀਜ਼ਾਂ ਐਡ ਕੀਤੀਆਂ ਨਾ ਕਿ ਤੁਹਾਨੂੰ ਅੱਗੇ ਜਾ ਕੇ ਇਹ ਨਾ ਪ੍ਰੋਬਲਮ ਹੋਵੇ ਕਿ ਮੈਂ ਕਿਹੜੀ ਚੀਜ਼ ਸਰਚ ਕਰਨੀ ਆ। ਐਕਟ ਲਾਅ ਬਣਿਆ ਨੇ ਕੋਈ ਹੁਣੇ 2022 ਚ ਰੀਸੈਂਟਲੀ, ਇਹ ਤੁਸੀਂ ਇਹ ਤਾਂ ਤੁਹਾਡਾ ਕਰੰਟ ਅਫੇਅਰ 'ਚ ਕਵਰ ਹੋ ਜਾਏਗਾ। ਹੁਣ ਜੋਗਰਾਫੀ, ਬਹੁਤ ਸਾਰੇ ਬੱਚੇ ਕਹਿਣਗੇ ਕਿ ਜੋਗਰਾਫੀ ਦਾ ਸਬਜੈਕਟ ਮੈਂਸ਼ਨ ਹੀ ਨਹੀਂਗਾ ਆਪਣਾ, ਨਾ PPSC ਦੇ ਵਿੱਚ ਮੈਂਸ਼ਨ ਆ ਨਾ ਉਹਦੇ ਵਿੱਚ, ਬਟ ਫਿਰ ਵੀ ਕੁਐਸਚਨ ਆਉਣਗੇ। PPSC ਦੇ ਪੇਪਰ ਚੱਕ ਲਓ, ਹੁਣੇ ਰੀਸੈਂਟਲੀ ਜਿਹੜੇ ਹੋਏ ਸੀ ਜੋਗਰਾਫੀ ਦੇ ਕੁਐਸਚਨ ਆਏ ਹੋਏ ਨੇ। PSSB ਦਾ ਚੱਕ ਲਓ, ਬਟ ਘੱਟ ਆਉਂਦੇ ਨੇ। ਇੱਦਾਂ ਨਹੀਂ ਹੋਏਗਾ ਕਿ ਬਹੁਤ ਜ਼ਿਆਦਾ ਕੁਐਸਚਨ ਆ ਜਾਣਗੇ। ਸੋਲਰ ਸਿਸਟਮ ਮੋਸਟ ਇੰਪੋਰਟੈਂਟ ਆ ਜੋਗਰਾਫੀ 'ਚ, ਇਹ ਤਾਂ ਬਿਲਕੁਲ ਨਹੀਂ ਛੱਡਣਾ ਤੁਸੀਂ। ਸੋਲਰ ਸਿਸਟਮ ਨੂੰ ਚੰਗੀ ਤਰ੍ਹਾਂ ਪੜ੍ਹ ਲਓ, ਠੀਕ ਆ। ਮੈਂ ਵੀ ਕੋਸ਼ਿਸ਼ ਕਰਦਾ ਕਿ ਹਾਂ ਜਦੋਂ ਆਪਣੇ ਉੱਪਰਲੇ ਸਬਜੈਕਟ 70% ਸਬਜੈਕਟ ਜਿਹੜੇ ਮੈਂ ਤੁਹਾਨੂੰ ਕਿਹਾ ਕਿ 70% ਪੇਪਰ ਉਹਨਾਂ ਦੇ ਵਿੱਚੋਂ ਆਉਂਦਾ ਵਾ, ਸਭ ਤੋਂ ਪਹਿਲਾਂ ਜਿੱਦਣ ਮੇਰਾ ਉਹ ਕੰਪਲੀਟ ਹੋ ਗਿਆ, ਠੀਕ ਆ ਜੀ, ਆਪਣਾ ਕੰਪਲੀਟ ਹੋ ਗਿਆ ਸਬਜੈਕਟ, ਉਸ ਦੇ ਬਾਅਦ ਮੈਂ ਨਾਲ ਇਹ ਸਾਰੇ ਤੁਹਾਨੂੰ ਕਰਵਾਵਾਂਗਾ। ਪਰ ਮੈਨੂੰ ਇਹ ਵਾ ਕਿ ਜੇਕਰ ਤੁਸੀਂ ਬਹੁਤ ਤੇਜ਼ੀ ਦੇ ਨਾਲ ਚੱਲ ਰਹੇ ਹੋ, ਪਹਿਲਾਂ ਤੋਂ ਤਿਆਰੀ ਕਰ ਰਹੇ ਹੋ, ਤਾਂ ਤੁਹਾਡਾ ਸਮਾਂ ਨਾ ਵੇਸਟ ਹੋਵੇ। ਤੁਸੀਂ ਇਹ 30% ਨਾਲ ਦੀ ਨਾਲ ਆਪਦਾ ਕੋਈ ਹੋਰ ਸੋਰਸ ਫੋਲੋ ਕਰਕੇ ਜਾਂ ਬੁੱਕ ਤੋਂ, ਲੂਸੈਂਟ ਦੀ ਬੁੱਕ 'ਤੇ ਸਾਰੀਆਂ ਚੀਜ਼ਾਂ ਮੈਂਸ਼ਨ ਨੇ, ਠੀਕ ਆ। ਲੂਸੈਂਟ ਤੋਂ ਵੀ ਕਰ ਲਓ, ਚਾਹੇ ਤੁਸੀਂ ਆਪਣਾ ਅਰੀਹੰਟ ਤੋਂ ਕਰ ਲਓ, ਠੀਕ ਆ। ਇਹ ਸਾਰੀਆਂ ਚੀਜ਼ਾਂ ਮੈਂਸ਼ਨ ਨੇ ਲੂਸੈਂਟ ਦੇ ਉੱਤੇ, ਕੋਈ ਅਲੱਗ ਤੋਂ ਤੁਹਾਨੂੰ ਬੁੱਕ ਨਹੀਂ ਪਰਚੇਜ਼ ਕਰਨੀ ਪਏਗੀ ਇਹਦੇ ਲਈ, ਠੀਕ ਆ। ਸੋ ਬਾਕੀ ਤੁਹਾਨੂੰ YouTube ਹੈਗਾ ਵਾ, YouTube ਦੇ ਉੱਤੇ ਤੁਸੀਂ ਸਰਚ ਮਾਰੋ, ਟੌਪਿਕ ਸਰਚ ਮਾਰੋ, ਟੌਪਿਕ ਬੇਸ ਦੇ ਉੱਤੇ ਤੁਹਾਨੂੰ ਸਾਰਾ ਮਿਲ ਜਾਏਗਾ। ਨਾਲ ਥੋੜ੍ਹੇ ਜਿਹੇ ਨਾ ਖੁਦ ਦੇ ਹੈਂਡ ਰਿਟਨ ਨੋਟਸ ਬਣਾ ਲਿਓ। ਜੇ ਤੁਸੀਂ ਕੋਈ YouTube ਤੋਂ ਵੀ ਫੋਲੋ ਕਰਦੇ ਪਏ ਹੋ ਨਾ, ਤਾਂ ਥੋੜ੍ਹਾ ਜਿਹਾ ਹੈਂਡ ਰਿਟਨ ਨੋਟਸ ਬਣਾ ਲਿਓ, ਠੀਕ ਆ। ਹਾਂ, ਸੋਲਰ ਸਿਸਟਮ, ਰਿਵਰ ਸਿਸਟਮ ਆਪਣਾ ਹੋ ਗਿਆ, ਠੀਕ ਆ। ਆਪਣਾ ਜੋ ਇੰਡੀਆ ਦੇ ਵਿੱਚ ਜਿਹੜੀਆਂ ਰਿਵਰਸ ਨੇ, ਇਹ ਤੁਹਾਨੂੰ ਕਰਨਾ ਪੈਣਾ। ਇੰਡੀਅਨ ਸਟੇਟਸ ਐਂਡ ਯੂਟੀਜ਼ ਕਰਨੀਆਂ ਪੈਣੀਆਂ ਨੇ। ਵਾਈਲਡ ਲਾਈਫ ਸੈਂਚੁਰੀਜ਼ ਐਂਡ ਨੈਸ਼ਨਲ ਪਾਰਕ ਵੀ ਕਰਨੇ ਪੈਣੇ ਆ ਜੀ। ਇੰਡੀਅਨ ਦਾ ਜਿਹੜਾ ਸੈਂਸਸ ਦਾ ਜਿਹੜਾ ਡਾਟਾ ਸੀ 2011, ਇਹ ਤਾਂ ਚਲੋ ਮੈਂ ਕਰਵਾ ਦੂੰਗਾ ਤੁਹਾਨੂੰ, ਠੀਕ ਹੈ। ਇੰਡੀਅਨ ਸੈਂਸਸ ਡਾਟਾ ਮੈਂ ਤੁਹਾਨੂੰ ਕਰਵਾ ਦੂੰਗਾ। ਪੰਜਾਬ ਦਾ ਤਾਂ ਮੈਂ ਤੁਹਾਨੂੰ ਕਰਵਾ ਚੁੱਕਿਆ ਮੈਂ, ਇਹ ਵੰਡਰਸ ਆਫ ਵਰਲਡ। ਬਾਕੀ ਇਹ ਵਾਲੀਆਂ ਚੀਜ਼ਾਂ ਥੋੜ੍ਹੀਆਂ ਜਿਹਾ ਮਤਲਬ ਇੱਦਾਂ ਲੈਟੀਟਿਊਡ ਲੌਂਗੀਟਿਊਡ ਹੋ ਗਿਆ, ਬਾਇਓਸਫੀਅਰ ਹੋ ਗਿਆ, ਇੰਡੀਅਨ ਜੋਗਰਾਫੀ, ਇਹਦੇ ਵਿੱਚ ਤੁਹਾਨੂੰ ਨਾਲ ਦੀ ਨਾਲ ਹੀ ਥੋੜ੍ਹਾ ਕਰ ਲਿਓ, ਜ਼ਿਆਦਾ ਤੁਹਾਨੂੰ ਜੋਗਰਾਫੀ ਦੇ ਉੱਤੇ ਮੱਥਾ ਮਾਰਨ ਦੀ ਜ਼ਰੂਰਤ ਨਹੀਂ। ਬਟ ਆ ਸੋਲਰ ਸਿਸਟਮ, ਰਿਵਰ ਸਿਸਟਮ, ਇਹ ਨਾ ਬਿਲਕੁਲ ਵੀ ਛੱਡਿਓ, ਠੀਕ ਹੈ ਜੀ। ਇਹ ਇੰਪੋਰਟੈਂਟ ਬਣਦਾ ਵਾ। ਨੈਕਸਟ ਆਪਾਂ ਕਰਦੇ ਹਾਂ। ਸੋ ਇਹ ਚੀਜ਼ ਹੋ ਗਈ, ਠੀਕ ਆ ਜੀ। ਹੁਣ ਇਹ ਵਾਲੀਆਂ ਚੀਜ਼ਾਂ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਵਾਂ ਕਿ ਇਹ ਵਾਲੀਆਂ ਚੀਜ਼ਾਂ ਤੁਹਾਨੂੰ ਖੁਦ ਮਿਹਨਤ ਕਰਨੀ ਪਏਗੀ। ਸੋ ਇਹ ਸਾਰਾ ਆਪਾਂ ਹੋ ਗਿਆ ਹੋਇਆ। ਮੈਂ ਤੁਹਾਨੂੰ ਇਹ ਨਾ ਸਾਰਾ PDF ਤੁਹਾਨੂੰ ਸ਼ੇਅਰ ਕਰ ਦਾਂਗੇ, ਤੁਹਾਨੂੰ ਅੱਗੇ ਜਾ ਕੇ ਦਿੱਕਤ ਨਾ ਹੋਵੇ। ਜਿਹੜਾ ਮੈਂ ਰੈਡ ਕੀਤਾ ਹੋਇਆ ਉਹ ਪੈਂਡਿੰਗ ਪਿਆ ਵਾ, ਠੀਕ ਆ। ਸੋ ਇਹਦੇ ਵਿੱਚ ਵੀ ਆਹ ਨੀਚੇ ਵਾਲੇ ਅਜੇ ਫਿਲਹਾਲ ਮੇਰਾ ਕਰਵਾਉਣ ਦਾ ਮਤਲਬ ਕੋਈ ਵੀ ਸ਼ੈਡਿਊਲਸ ਬਣ ਨਹੀਂ ਰਿਹਾਗਾ। ਸੋ ਜਿਵੇਂ ਹੀ ਮੇਰਾ ਉਹ ਹੋਏਗਾ ਤਾਂ ਤੁਹਾਨੂੰ ਮੈਂ ਪੈਂਡਿੰਗ ਸਬਜੈਕਟ ਸ਼ੁਰੂ ਕਰਵਾ ਦਾਂਗਾ ਜਦੋਂ ਆਪਣੇ ਉੱਪਰਲੇ ਪੂਰੇ ਹੋ ਜਾਣ। ਕਿਉਂਕਿ ਉੱਪਰ ਦੀਆਂ ਜੇ ਆਪਣੀਆਂ ਕਿੰਨੀਆਂ ਕਲਾਸਾਂ ਪਈਆਂ ਨੇ, ਜੇਕਰ ਆਪਾਂ ਦੇਖੀਏ ਤਾਂ ਉੱਪਰ ਤੁਸੀਂ ਦੇਖੋਗੇ ਕਿ ਆਪਣੀਆਂ ਜਿਹੜੀਆਂ ਇੰਪੋਰਟੈਂਟ ਬਣਦੀਆਂ ਨੇ, ਠੀਕ ਆ। ਸੋ ਆਹ ਆਪਣੀਆਂ 2 ਕਲਾਸਾਂ ਪਈਆਂ ਨੇ ਮੈਡੀਵਲ ਹਿਸਟਰੀ ਦੀਆਂ, ਇਹ ਮੈਂ ਕਰਵਾ ਰਿਹਾ ਤੁਹਾਨੂੰ। ਐਂਸ਼ੀਅੰਟ ਹਿਸਟਰੀ ਦੀਆਂ 2, 4 ਕਲਾਸਾਂ ਤੁਹਾਡੀਆਂ ਇਹ ਹੋ ਗਈਆਂ, ਅਤੇ ਆਪਣੀਆਂ ਮਾਡਰਨ ਹਿਸਟਰੀ ਦੀਆਂ 2 ਹੋ ਗਈਆਂ, 6 ਕਲਾਸਾਂ ਹੋ ਗਈਆਂ, ਠੀਕ ਆ ਜੀ। 6 ਕਲਾਸਾਂ ਅਤੇ 3 ਕਲਾਸਾਂ ਆ ਹੋ ਗਈਆਂ ਪੰਜਾਬ GK ਦੀਆਂ ਜਿਹੜੀਆਂ ਪੈਂਡਿੰਗ ਪਈਆਂ। 9 ਕਲਾਸਾਂ ਹੋ ਗਈਆਂ ਜੀ, ਅਤੇ 7 ਕਲਾਸਾਂ ਆ ਪਈਆਂ ਜੀ। 9, 7, 16 ਕਲਾਸਾਂ ਤੁਹਾਡੀਆਂ ਇਹ ਅਗਸਤ ਦੇ ਮਹੀਨੇ ਦੇ ਵਿੱਚ ਤੁਹਾਨੂੰ ਸਾਰੀਆਂ ਕੰਪਲੀਟ ਹੋ ਗਏ। ਤੁਹਾਡੇ ਚਾਰੇ ਸਬਜੈਕਟ ਕੰਪਲੀਟ ਹੋ ਜਾਣਗੇ, ਠੀਕ ਆ। ਪੋਲਿਟੀ, ਮਾਡਰਨ ਹਿਸਟਰੀ, ਐਂਸ਼ੀਅੰਟ ਹਿਸਟਰੀ, ਮੈਡੀਵਲ ਹਿਸਟਰੀ ਅਤੇ ਨਾਲ ਹੀ ਤੁਹਾਡਾ ਮਾਡਰਨ ਹਿਸਟਰੀ, ਠੀਕ ਆ ਜੀ, ਪੰਜਾਬ GK। ਇਹ ਸਾਰੇ ਸਬਜੈਕਟ ਤੁਹਾਡੇ ਕਵਰ ਹੋ ਜਾਣਗੇ। 16 ਕਲਾਸਾਂ ਇਹ ਆਉਣਗੀਆਂ ਅਤੇ ਨਾਲ ਹੀ ਤੁਹਾਡੀਆਂ ਹੋਣਗੀਆਂ ਆਪਣੀਆਂ ਜੋ ਕਿ ਕਰੰਟ ਅਫੇਅਰ ਦੀ ਕਲਾਸ ਮੈਂ ਤੁਹਾਨੂੰ ਵੀਕਲੀ ਜਿਹੜੀ ਦੇ ਰਿਹਾ ਵਾਂ, ਠੀਕ ਆ। 10 ਦਿਨਾਂ ਦੀ, ਚਾਹੇ 10 ਦਿਨਾਂ ਦੀ ਕਲਾਸ ਬਣਾ ਦਾਂ, ਚਾਹੇ ਵੀਕਲੀ ਦੀ ਬਣਾ ਦਾਂ, ਉਹ ਸਿਰਫ ਕੁਇੱਕ ਰਿਵੀਜ਼ਨ ਲਈ ਆ। ਵੈਸੇ ਤੁਸੀਂ ਕਰੰਟ ਅਫੇਅਰ ਆਪ ਫੋਲੋ ਕਰਨੇ ਨੇ, ਠੀਕ ਆ। ਜੋ ਮੈਂ ਤੁਹਾਨੂੰ ਸੋਰਸ ਦੱਸਦੇ ਹੋਏ ਨੇ, ਬਸ ਇੱਕ ਵਾਰ ਤੁਸੀਂ ਉਹਨਾਂ ਨੂੰ ਫੋਲੋ ਕਰੋ। ਸੋ ਬਾਕੀ ਤੁਸੀਂ ਆਲਮੋਸਟ ਫੋਲੋ ਕਰ ਵੀ ਰਹੇ ਹੋਵੋਗੇ, ਠੀਕ ਆ ਜੀ, ਜਿਹੜੇ ਪਹਿਲਾਂ ਤੋਂ ਤਿਆਰੀ ਕਰਾ ਰਹੇ ਆ। ਹੁਣ ਦੇਖ ਲਓ ਜੀ, ਇਹ ਤੁਹਾਡਾ ਹੋ ਗਿਆ ਹੋਇਆ। ਸੋ 16 ਕਲਾਸਾਂ ਹੁਣ ਮੈਂ ਇਹ ਤੁਹਾਨੂੰ ਅਗਸਤ ਦੇ ਮਹੀਨੇ ਦੇ ਵਿੱਚ ਇਹ 16 ਕਲਾਸਾਂ ਇਹ ਹੋਣਗੀਆਂ। ਮੰਨ ਲਓ 16 ਕਲਾਸਾਂ ਤੁਹਾਡੀਆਂ ਇਹ ਮੈਂ ਕਰਵਾ ਰਿਹਾ, ਅਤੇ ਪਲੱਸ 4 ਕਲਾਸਾਂ ਮੈਂ ਤੁਹਾਨੂੰ ਕਰੰਟ ਅਫੇਅਰ ਦੀਆਂ ਦੇ ਰਿਹਾ ਵਾਂ, ਠੀਕ ਆ ਜੀ, ਆਪਣੀਆਂ ਅਗਸਤ ਮਹੀਨੇ ਦੀਆਂ ਅਤੇ ਜੁਲਾਈ ਦੀਆਂ। ਤਾਂ 20 ਕਲਾਸਾਂ ਤੁਹਾਨੂੰ ਅਗਸਤ ਦੇ ਮਹੀਨੇ ਪੱਕਾ ਲਾਜ਼ਮੀ ਮਿਲਣੀਆਂ, ਜਿਹਦੇ ਨਾਲ ਹੀ ਆਪਣਾ ਸਾਰਾ ਕੰਪਲੀਟ ਹੋ ਜਾਏਗਾ ਇਹ 4 ਸਬਜੈਕਟ। ਹੁਣ ਜੀ ਨੈਕਸਟ ਅਗਰ ਆਪਾਂ ਗੱਲ ਕਰੀਏ ਤਾਂ ਹੋਰ ਕਿਹੜੀਆਂ ਕਲਾਸਾਂ ਆਉਣਗੀਆਂ ਆਪਣੀਆਂ ਅਗਸਤ ਦੇ ਮਹੀਨੇ ਦੇ ਵਿੱਚ। ਅਗਸਤ ਮਹੀਨੇ ਦੇ ਵਿੱਚ ਆਪਣੀ ਸਪੋਰਟਸ ਦੀ ਕਲਾਸਾਂ ਆ ਦੋਨੇ ਆ ਜਾਣਗੀਆਂ, ਠੀਕ ਆ। ਨੋਬਲ ਪ੍ਰਾਈਜ਼ ਅਤੇ ਅਵਾਰਡ ਐਂਡ ਆਨਰ, ਇੱਥੇ ਤੱਕ ਮੇਰੀ ਪੂਰੀ ਕੋਸ਼ਿਸ਼ ਰਹੇਗੀ ਕਿ ਅਗਸਤ ਤੱਕ ਤੁਹਾਨੂੰ ਇਹ ਚੀਜ਼ਾਂ
ਅਪਡੇਟ ਕਰਕੇ ਦਿੱਤੀਆਂ ਜਾਣ। ਸੋ ਬੁੱਕਸ ਐਂਡ ਆਥਰ ਹੋ ਗਏ, ਯੂਨਾਈਟਿਡ ਨੇਸ਼ਨ ਹੋ ਗਿਆ, ਇਹ ਸਾਰੀਆਂ ਤੁਹਾਡੀਆਂ ਅਗਲੇ ਮਹੀਨੇ ਦੇ ਉੱਤੇ ਡਿਗਰੀ ਜਾਊਗੀ। ਠੀਕ ਹੈ ਜੀ। ਸੋ ਟੋਟਲ ਤੁਸੀਂ ਲਗਾ ਲਓ ਕਿ 24 ਕਲਾਸਾਂ ਤੁਹਾਡੀਆਂ ਅਗਸਤ ਦੇ ਮਹੀਨੇ ਆਉਣਗੀਆਂ। ਠੀਕ ਹੈ ਜੀ। ਅਗਸਤ ਦੇ ਮਹੀਨੇ ਦੇ ਵਿੱਚ ਤੁਹਾਡੀਆਂ 24 ਕਲਾਸਾਂ ਹੋ ਜਾਣਗੀਆਂ, ਜਿਹਦੇ ਵਿੱਚ ਕਿ ਤੁਹਾਡਾ ਬਹੁਤ ਸਾਰਾ, ਸੋ ਜਿਵੇਂ ਹੀ ਅਗਸਤ ਖਤਮ ਹੋਏਗਾ, ਸੋ ਇੰਨਾ ਜ਼ਰੂਰ ਮੈਂ ਤੁਹਾਨੂੰ, ਸੋ ਗਰੰਟੀ ਦਾ ਕੋਈ ਵੀ ਤੁਸੀਂ ਇੰਸਟੀਚਿਊਟ ਜਾਓਗੇ, ਕੋਈ ਵੀ ਗਰੰਟੀ ਨਹੀਂ ਦਊਗਾ ਕਿ ਸਾਡੇ ਕੰਟੈਂਟ 'ਚੋਂ ਇੰਨਾ ਪੇਪਰ ਆਊਗਾ ਜਾਂ ਇੰਨਾ ਨਹੀਂ ਆਊਗਾ। ਪਰ ਫਿਰ ਵੀ ਮੈਂ ਤੁਹਾਨੂੰ ਇੱਕ ਗੱਲ ਕਹਿਣਾ, ਪ੍ਰੀਵੀਅਸ ਈਅਰ ਪੇਪਰਸ ਦੇ ਮੱਦੇਨਜ਼ਰ ਰੱਖਦੇ ਹੋਏ, ਚਾਹੇ PPSC ਦੇ ਪੁਰਾਣੇ ਪੇਪਰ ਹੋਏ ਨੇ, ਚਾਹੇ PSSB ਦੇ ਹੋਏ ਨੇ, ਸੋ ਉਹਨਾਂ ਦੇ ਮੱਦੇਨਜ਼ਰ ਰੱਖਦੇ ਹੋਏ ਜਿਵੇਂ ਹੀ ਆਪਣੇ 31 ਅਗਸਤ ਨੂੰ ਸਾਰਾ ਡਾਟਾ ਕੰਪਲੀਟ ਹੋ ਜਾਊਗਾ, ਠੀਕ ਆ, ਜਿਹੜੀਆਂ ਕਲਾਸਾਂ ਮੈਂ ਤੁਹਾਨੂੰ ਕਹਿ ਕੇ ਮੈਂ ਕਰਵਾ ਰਿਹਾ, ਤਾਂ ਮੇਰੇ ਅਕੋਰਡਿੰਗ ਤੁਸੀਂ 70% ਮੈਂ ਤੁਹਾਨੂੰ ਸਿਲੇਬਸ ਉਸ ਅਕੋਰਡਿੰਗ, ਜੇਕਰ ਉਹ ਲੈਵਲ ਚਾਹੇ PPSC ਦਾ ਲੈਵਲ ਰਹੇ ਚਾਹੇ PSSB ਦਾ ਲੈਵਲ ਰਹੇ, 70% ਮੈਂ ਆਪਦੇ ਵੱਲੋਂ ਤੁਹਾਨੂੰ ਸਿਲੇਬਸ ਕਵਰ ਕਰਵਾ ਚੁੱਕਾ ਹੋਊਗਾ। 30% ਤੁਸੀਂ ਖੁਦ ਮਿਹਨਤ ਕਰਨੀ ਆ। ਸੋ ਇੰਨਾ ਤੁਸੀਂ ਕਰ ਵੀ ਸਕਦੇ ਹੋ, ਕਿਉਂਕਿ ਮੈਂ ਤੁਹਾਨੂੰ ਸਾਰੀਆਂ ਚੀਜ਼ਾਂ ਮੈਂਸ਼ਨ ਕਰਕੇ ਦਿੱਤੀਆਂ ਹੋਈਆਂ ਕਿ ਇਹ ਟੌਪਿਕ ਤੁਸੀਂ ਕਰ ਲਓ ਤਾਂ ਤੁਹਾਡੀ GS ਬਹੁਤ ਹੱਦ ਤੱਕ ਕਵਰ ਹੋ ਜਾਏਗੀ। ਠੀਕ ਆ। 100% ਮਤਲਬ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਜਿਹੜੇ ਪ੍ਰੀਵੀਅਸ ਈਅਰ ਪੇਪਰ ਦੇ ਮੱਦੇਨਜ਼ਰ ਰੱਖਦੇ ਹੋਏ, ਕਿਉਂਕਿ ਜਿਹੜੇ ਆਪਾਂ ਅਗਲਾ ਕੋਈ ਵੀ ਆਪਾਂ ਪੇਪਰ ਦੇਣਾ ਹੁੰਦਾ, ਉਹਦੇ ਵਿੱਚ ਆਪਾਂ GS ਲਈ ਆਪਾਂ ਸਿਰਫ ਪ੍ਰੀਵੀਅਸ ਈਅਰ ਪੇਪਰ ਹੀ ਦੇਖਣੇ ਹੁੰਦੇ ਨੇ ਕਿ ਪ੍ਰੀਵੀਅਸ ਈਅਰ ਪੇਪਰਾਂ ਦੇ ਵਿੱਚ ਕਿਹੜੇ ਟੌਪਿਕ ਤੋਂ ਜ਼ਿਆਦਾ ਕੁਐਸਚਨ ਆਏ ਨੇ, ਕਿਹੜੇ ਸਬਜੈਕਟ ਤੇ ਜ਼ਿਆਦਾ ਫੋਕਸ ਕੀਤਾ ਵਾ। ਸੋ ਇਹ ਵਾਲੇ 4-5 ਸਬਜੈਕਟ ਜਿਹੜੇ ਕਰੰਟ ਅਫੇਅਰ ਐਡ ਕਰਨਾ ਨਾ ਭੁੱਲਿਓ। ਠੀਕ ਆ। ਕਰੰਟ ਅਫੇਅਰ ਤੱਕ ਐਡ ਕਰਕੇ ਤੁਹਾਡਾ 70% GS ਕਵਰ ਹੋ ਜੂਗੀ। ਠੀਕ ਆ। ਬਾਕੀ ਸਾਇੰਸ ਐਂਡ ਟੈਕ ਹੋ ਗਈ ਜਿਹੜੀ ਤੁਹਾਡੀ, ਠੀਕ ਆ, ਆਪਣੀ ਐਨਵਾਇਰਨਮੈਂਟ ਹੋ ਗਈ, ਜੀਓਗ੍ਰਾਫੀ ਹੋ ਗਈ, ਠੀਕ ਆ, ਸੋ ਇਕਨੋਮਿਕਸ ਹੋ ਗਈ, ਇਹ 30% ਆਊਗੀ ਤੁਹਾਡੀ। ਠੀਕ ਆ। ਸੋ ਅਕੋਰਡਿੰਗ ਟੂ ਪ੍ਰੀਵੀਅਸ ਈਅਰ ਪੇਪਰ ਸੇ, ਠੀਕ ਆ। ਮੈਂ ਐਨਾਲਾਈਜ਼ ਸਾਰਾ ਤੁਹਾਡਾ ਟੈਲੀਗ੍ਰਾਮ 'ਚ ਵੀ ਸ਼ੇਅਰ ਕੀਤਾ ਸੀਗਾ, PPSC ਨੇ ਕਿਸ ਤਰ੍ਹਾਂ ਦੇ ਕੁਐਸਚਨ ਪੁੱਛੇ ਸੀ, ਕਿੰਨੇ ਕੁਐਸਚਨ ਇਹਨਾਂ ਸਬਜੈਕਟਾਂ 'ਚੋਂ ਆਏ ਹੋਏ ਸੀ। ਠੀਕ ਆ। ਸੋ ਤੁਸੀਂ ਜਾ ਕੇ ਦੇਖ ਸਕਦੇ ਹੋ। ਠੀਕ ਆ। ਹੁਣੇ ਮੈਂ ਰੀਸੈਂਟਲੀ ਮੈਂ ਕੱਲ੍ਹ ਹੀ ਇਹ ਆਪਣਾ ਡਾਟਾ ਸ਼ੇਅਰ ਕੀਤਾ ਸੀ ਤੁਹਾਡੇ ਨਾਲ। ਠੀਕ ਆ ਜੀ। ਬਾਕੀ ਧੰਨਵਾਦ ਜੀ। ਆਲ ਦੀ ਬੈਸਟ। ਆਪਦਾ ਸਟੱਡੀ ਕਰਦੇ ਰਹੋ। ਕੋਈ ਹੋਰ ਹੈਲਪ ਹੋਵੇ ਜਾਂ ਕੋਈ ਹੋਰ ਤੁਸੀਂ ਸੁਝਾਅ ਵੀ ਦੇਣਾ ਚਾਹੋ, ਤੁਹਾਨੂੰ ਲੱਗੇ ਕਿ ਹਾਂ ਇਹਦੇ ਵਿੱਚ ਕੋਈ ਚੀਜ਼ ਐਡ ਕਰਨੀ ਚਾਹੀਦੀ ਆ ਜਿਹੜੀ ਤੁਹਾਨੂੰ ਇਸ ਤਰ੍ਹਾਂ ਹੁੰਦਾ ਵਾ ਕਿ ਕਈ ਵਾਰ ਕੋਈ ਚੀਜ਼ ਰਹਿ ਜਾਂਦੀ ਆ, ਵੈਸੇ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਆ ਜਿੰਨਾ ਮੈਨੂੰ ਪਤਾ ਸੀ ਕਿ ਉਹ ਚੀਜ਼ਾਂ ਐਡ ਹੋਣ। ਤੇ ਜੇਕਰ ਤੁਹਾਨੂੰ ਕੋਈ ਵੀ ਇਹੋ ਜਿਹੀ ਚੀਜ਼ ਲੱਗੇ ਕਿ ਹਾਂ ਇਹ ਸੁਝਾਅ ਮਤਲਬ ਤੁਸੀਂ ਦੇ ਸਕਦੇ ਹੋ, ਚਾਹੇ ਟੈਲੀਗ੍ਰਾਮ 'ਤੇ ਦੇ ਦਿਓ, ਚਾਹੇ ਤੁਸੀਂ ਮੈਨੂੰ ਆਪਣੇ ਇਹਦੇ ਕਮੈਂਟ ਬਾਕਸ ਦੇ ਉੱਤੇ ਮੈਸੇਜ ਕਰਕੇ ਕਰ ਸਕਦੇ ਹੋ। ਠੀਕ ਆ। ਬਾਕੀ ਆ ਆਪਣੀਆਂ 24 ਕਲਾਸਾਂ ਮੈਂ ਪੂਰੀਆਂ ਕੋਸ਼ਿਸ਼ ਕਰੂੰਗਾ ਕਿ 24 ਦੀਆਂ 24 ਕਲਾਸਾਂ ਤੁਹਾਨੂੰ ਅਗਸਤ ਦੇ ਮਹੀਨੇ ਦੇਖਣ ਨੂੰ ਮਿਲਣ। ਠੀਕ ਆ। ਸੋ ਇਹ ਵਾਲਾ ਕੰਟੈਂਟ ਆਪਾਂ ਤੁਹਾਡਾ ਮੈਂ ਤਿਆਰ ਕਰਨਾ ਵੀ ਸ਼ੁਰੂ ਕਰ ਦਿੱਤਾ ਹੋਇਆ। ਅਜੇ ਮੈਂ ਅਪਲੋਡ ਤਾਂ ਨਹੀਂ ਕਰ ਰਿਹਾ ਕਿਉਂਕਿ ਫਿਰ ਉਸ ਟਾਈਮ ਦੇ ਉੱਤੇ ਲਗਾਤਾਰ ਅਪਲੋਡ ਹੋ ਜਾਏਗਾ। ਠੀਕ ਆ। ਤੁਹਾਨੂੰ ਦਿੱਕਤ ਨਹੀਂ ਆਏਗੀ 1 ਅਗਸਤ ਤੋਂ। ਸੋ ਧੰਨਵਾਦ ਜੀ। ਮਿਲਦੇ ਹਾਂ ਹੁਣ ਆਪਾਂ ਆਪਣੀ ਅਗਲੀ ਕਲਾਸ ਦੇ ਵਿੱਚ। ਠੀਕ ਆ। ਜਿਹੜੀ ਆਪਾਂ ਕਰੰਟ ਅਫੇਅਰ ਦੀ ਕਰਨ ਜਾ ਰਹੇ ਹਾਂ, ਜਿਹੜੀ ਕਿ 31 ਜੁਲਾਈ ਤੱਕ, ਜੁਲਾਈ ਦਾ ਪੂਰਾ ਮੰਥ ਦੇ ਆਪਾਂ ਟੌਪ 100 ਤੋਂ 150 MCQ ਕਰਨ ਜਾ ਰਹੇ ਹਾਂ। ਇੱਕ ਸਿੰਗਲ ਕਲਾਸ ਦੇ ਵਿੱਚ ਕੰਪਲੀਟ ਕਰਾਂਗੇ। ਠੀਕ ਹੈ ਜੀ। ਸੋ ਧੰਨਵਾਦ ਜੀ। ਮਿਲਦੇ ਹਾਂ।